ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਵਰਲਡ ਪੰਜਾਬੀ ਸੈਂਟਰ 'ਚ ਬੀਬਾ ਜਸਵਿੰਦਰ ਕੌਰ ਹੁਣਾਂ ਦੀ ਜੋ PhD ਦਾ ਥੀਸਿਸ ਸੀ ਭਾਈ ਰਣਜੀਤ ਸਿੰਘ ਹੁਣਾਂ ਬਾਰੇ, ਉਹਨਾਂ ਦੀ ਇਹ ਪੁਸਤਕ ਛਪ ਗਈ ਹੋਈ ਹੈ ਅਤੇ ਉਹਦਾ ਰਿਲੀਜ਼ ਸਮਾਰੋਹ ਅੱਜ ਕੀਤਾ ਜਾ ਰਿਹਾ। ਇਸ ਸਮਾਰੋਹ ਦੇ ਸ਼ੁਰੂ ਅਸੀਂ ਕਰਾਂਗੇ ਗੁਰਮਤਿ ਵਿਧੀ ਅਨੁਸਾਰ। ਪਹਿਲਾਂ ਮੂਲ ਮੰਤਰ ਦਾ ਪਾਠ ਹੋਏਗਾ, ਉਸ ਤੋਂ ਉਪਰੰਤ ਫਿਰ ਆਪਾਂ ਦੂਸਰੀ ਕਾਰਵਾਈ ਸ਼ੁਰੂ ਕਰਾਂਗੇ। ਸੋ ਪਹਿਲਾਂ ਮੂਲ ਮੰਤਰ ਦਾ ਪਾਠ ਜੀ। ਇੱਕ ਓੰਕਾਰ ਸਤਿਨਾਮ ਪੁਰਖ ਨਿਰਵੈਰ ਮੂਰਤ ਅਜੂਨੀ ਸੈਭੰ ਸਾਧ ਕਾਰ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਮੂਰਤ ਅਜੂਨੀ ਸੈਭੰ। ਗੁਰ ਪ੍ਰਸਾਦ। ਓੰਕਾਰ ਸਤਿਨਾਮ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਗੁਰ ਪ੍ਰਸਾਦ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ। ਡਾਇਰੈਕਟਰ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਜਿਨ੍ਹਾਂ ਸ਼ਖਸੀਅਤਾਂ ਦਾ ਜਾਂ ਜਿਸ ਆਥਰ ਦਾ ਉਹਨਾਂ ਨੇ ਸਨਮਾਨ ਕਰਨਾ ਹੈ, ਉਹ ਇਸ ਪ੍ਰਤੀ ਇਹ ਕਾਰਵਾਈ ਆਰੰਭ ਕਰ ਲੈਣ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਤੇ ਦੋਸਤੋ, ਇਹ ਅੱਜ ਸਮਾਂ ਜਿਹੜਾ ਹੈ ਉਹ ਅਸੀਂ ਭਾਈ ਰਣਜੀਤ ਸਿੰਘ ਬਾਰੇ ਜਿਹੜਾ PhD ਦਾ ਥੀਸਿਸ ਹੈ ਕਿਤਾਬ ਰੂਪ ਵਿੱਚ ਛਪਿਆ, ਉਹਨੂੰ ਰਿਲੀਜ਼ ਕਰਨ ਦਾ ਜਿਵੇਂ ਕੇਰ ਸਿੰਘ ਉਹਨਾਂ ਨੇ ਦੱਸ ਵੀ ਦਿੱਤਾ ਹੈ। ਮੈਂ ਤਾਂ ਸਿਰਫ ਆਪਣੀ ਗੱਲ ਇੱਥੋਂ ਸ਼ੁਰੂ ਕਰਨਾ ਚਾਹੁੰਦਾ ਕਿ ਅਸੀਂ ਇੱਥੇ ਜਿਹੜਾ ਪ੍ਰਬੰਧ ਕਰਦੇ ਹਾਂ ਉਹ ਸਾਰਾ ਪ੍ਰਬੰਧ ਇਹ ਕਰਦੇ ਹਾਂ ਕਿ ਪਾਰਟੀਸਪੈਂਟ ਆਉਣ। ਇਹਦੇ 'ਚ ਆਡੀਅנס ਨਹੀਂ ਅਸੀਂ ਸੱਦਣ ਦੀ ਕੋਸ਼ਿਸ਼ ਕਰਦੇ ਅਤੇ ਪਾਰਟੀਸਪੈਂਟ ਨੂੰ ਸਦਾ ਸੱਦਦੇ ਹਾਂ। ਅਤੇ ਉਹਨਾਂ ਵਾਸਤੇ ਮੈਂ ਅੱਜ ਦੀ ਗੱਲ ਜਿਹੜੀ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਚਰਚਾ ਜਿਹੜੀ ਹੈ ਉਹਦੇ ਕੇਂਦਰ ਵਿੱਚ ਕਿਤਾਬ ਹੈ ਅਤੇ ਇਹ ਮਤਲਬ ਇਹਦੇ ਬਾਰੇ ਹੀ ਅਸੀਂ ਚਰਚਾ ਕਰਨ ਦੀ ਕੋਸ਼ਿਸ਼ ਕਰਨੀ ਹੈ। ਜਿਹਨੇ ਵੀ ਬੋਲਣਾ ਹੈ ਕਿਤਾਬ ਬਾਰੇ ਬੋਲਣਾ। ਕਿਤਾਬ ਬਹੁਤਿਆਂ ਕੋਲ ਗਈ ਨਹੀਂ, ਇਸ ਕਰਕੇ ਉਹ ਕਿਤਾਬ ਦੇ ਬੱਚੇ ਜਦੋਂ ਨਹੀਂ ਬੋਲ ਸਕਣਗੇ ਅਤੇ ਫਿਰ ਮੈਂ ਸਮਝਾਂ ਕਿ ਕਿਤਾਬ ਦੇ ਕੇਂਦਰ ਵਿੱਚ ਭਾਈ ਰਣਜੀਤ ਸਿੰਘ ਹੈ ਅਤੇ ਇਹਦੇ ਵਿੱਚ ਜੋ ਲੇਖਕ ਹੈ ਉਹ ਮਾਧਿਅਮ ਹੁੰਦੀ ਹੈ, ਜੋ ਲੇਖਕ ਹੈ ਪੁਸਤਕ ਦਾ ਉਹ ਮਾਧਿਅਮ ਹੁੰਦਾ ਉਹਦੇ 'ਚ। ਇਹ ਮੈਂ ਤੁਹਾਡੇ ਧਿਆਨ ਨਾਲ ਕਰਨਾ ਚਾਹੁੰਦਾ ਸੀ। ਇਹ ਧਿਆਨ ਵਿੱਚ ਰਹਿਣਾ ਚਾਹੀਦਾ ਹੈ ਮੇਰੇ ਮੁਤਾਬਕ ਕਿ ਭਾਈ ਸਾਹਿਬ ਗੁਰਮਤਿ ਦਾ ਵਹਿੰਦਾ ਦਰਿਆ ਹਨ ਅਤੇ ਅਸੀਂ ਸਾਰੇ ਇਸ ਵਹਿਣ ਦੇ ਇੱਕ ਬਿੰਦੂ 'ਤੇ ਖੜ੍ਹ ਜਾਂਦੇ ਹਾਂ ਕਿ ਕਿਉਂਕਿ ਵਹਿਣ ਦੇ ਨਾਲ ਤਾਂ ਸਾਰੇ ਵਹਿਣ ਨੂੰ ਮਤਲਬ ਆਤਮਸਾਤ ਕਰਨਾ, ਉਹ ਮਤਲਬ ਉਹ ਜਿਹੜਾ ਬੁਲਬੁਲਾ ਹੈ ਉਹਦੀ ਗੱਲ ਹੋ ਜਾਂਦੀ ਹੈ ਵੀ ਉਹ ਇੱਕ ਅੱਖਰਾਂ ਕਿਹਨੂੰ ਵੇਖੇ। ਇਸ ਦ੍ਰਿਸ਼ਟੀ ਤੋਂ ਅਸੀਂ ਆਪਣੇ ਆਪਣੇ ਬਿੰਦੂ 'ਤੇ ਖੜ੍ਹਨਾ ਹੈ। ਆਪਣੇ ਆਪਣੇ ਬਿੰਦੂ ਦੀ ਗੱਲ ਵੀ ਹੋਣੀ ਹੈ, ਜਿਹੜਾ ਵੀ ਬੋਲੇਗਾ ਉਹ ਆਪਣੇ ਆਪਣੇ ਐਂਗਲ 'ਤੇ ਬੋਲੇਗਾ ਉਹਦੇ ਬਾਰੇ 'ਚ। ਇਸੇ ਦ੍ਰਿਸ਼ਟੀ ਤੋਂ ਪੁਸਤਕ ਨੂੰ ਵੇਖਣਾ ਚਾਹੀਦਾ ਹੈ ਅਤੇ ਮੈਂ ਉਹਨੂੰ ਪੜ੍ਹਦਿਆਂ ਹੋਇਆਂ ਵੇਖਿਆ ਵੀ ਇਸੇ ਦ੍ਰਿਸ਼ਟੀ ਤੋਂ ਹੈ। ਮੈਂ ਸਮਝਦਾ ਕਿ ਅਗਲਾ ਨੁਕਤਾ ਜਿਹੜਾ ਮੈਂ ਕਹਿਣਾ ਚਾਹੁੰਦਾ ਤੁਹਾਨੂੰ ਉਹ ਹੈ ਗੁਰਮਤਿ ਪ੍ਰਸੰਗ ਇੱਕ ਹੈ, ਯਾਨੀ ਗ੍ਰੰਥ ਅਤੇ ਪੰਥ। ਸਿੰਪਲ ਅਸੀਂ ਜਦੋਂ ਵੀ ਗੱਲ ਕਰਨੀ, ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਸ਼ਬਦ ਗੁਰੂ ਹੈ, ਉਹਨੂੰ ਜੋ ਵੀ ਲਫ਼ਜ਼ ਅਸੀਂ ਵਰਤੀਏ। ਜਿਹੜੀਆਂ ਬਾਣੀ ਦੀਆਂ ਪਰਤਾਂ ਹਨ, ਭਾਈ ਗੁਰਦਾਸ ਤੋਂ ਲੈ ਕੇ ਹੁਣ ਤੱਕ ਇਸ ਬੀਬਾ ਤੱਕ, ਬੀਬਾ ਜਸਵਿੰਦਰ ਤੱਕ, ਜਾਂ ਅਸੀਂ ਸਮਝੋ ਉਹ ਸਾਰੀਆਂ ਪਰਤਾਂ ਨੇ। ਉਹਦੇ ਵਿੱਚ ਕਿਸੇ ਨੂੰ, ਮੇਰੇ ਵਰਗੇ ਬੰਦੇ ਨੂੰ ਪ੍ਰੋਫੈਸਰ ਪੂਰਨ ਸਿੰਘ, ਭਾਈ ਵੀਰ ਸਿੰਘ ਜ਼ਿਆਦਾ ਚੰਗੇ ਲੱਗ ਸਕਦੇ ਨੇ, ਕਿਸੇ ਨੂੰ ਘੱਟ ਲੱਗ ਸਕਦੇ ਨੇ, ਪਰ ਉਹਦੇ ਵਿੱਚ ਇੱਕ ਵੱਡਾ ਲਹਿਰ ਹੈ ਜਿਹੜਾ ਚੱਲਦੇ ਜਾਂਦੇ ਨੇ। ਉਹਦੇ 'ਚ ਮੈਂ ਉਹਦੇ ਬਾਰੇ 'ਚ ਗੱਲ ਅੱਗੇ ਜਾ ਕੇ ਕਰਾਂਗਾ ਵੀ ਹੁਣ ਸਾਡਾ ਜਿਹੜਾ ਹਾਲ ਹੈ
ਉਹ ਥੋੜ੍ਹਾ ਜਿਹਾ ਘਟਦਾ ਕਿਉਂ ਜਾਂਦਾ ਐਕੈਡੈਮਿਕਸ ਵਿੱਚ। ਚਰਚਾ ਦਾ ਮਕਸਦ ਜਿਹੜਾ ਹੈ ਨਾ ਉਹ ਉਸੇ ਨੂੰ ਮੈਂ ਅਕਾਦਮਿਕਤਾ ਕਹਿਣਾ। ਮੈਂ ਸਮਝਦਾ ਕਿ ਸਾਡਾ ਰਿਲੀਜੀਅਸ ਆਸਪੈਕਟ, ਵਿਆਖਿਆ ਆਸਪੈਕਟ ਸਾਰਾ ਬੜਾ ਸਟਰੋਂਗ ਹੈ, ਪਰ ਅਸੀਂ ਉਹਦਾ ਅਕਾਦਮਿਕ ਆਸਪੈਕਟ ਥੋੜ੍ਹੇ ਜਿਹੇ ਕਮਜ਼ੋਰ ਹਾਂ। ਅਤੇ ਇਹ ਅਕਾਦਮਿਕਤਾ ਹੈ ਕੀ? ਗੁਰਮਤ ਦੇ ਜਿਹੜੇ ਅੱਡ ਅੱਡ ਰੰਗ ਨੇ, ਨਾਨਤਵ ਹੈ ਜਿਹੜਾ ਗੁਰਮਤ ਦਾ, ਉਹਨੂੰ ਵੇਖਣਾ, ਸਮਝਣਾ ਅਤੇ ਪ੍ਰਗਟਾਉਣਾ। ਮਤਲਬ ਬਹੁਤ ਸਾਰੀ ਸਾਰਾ ਸਿੱਖ ਜਿਹੜਾ ਉਹ ਵੇਖਦਾ ਆ ਰਿਹਾ, ਸਿੱਖ ਜਗਤ ਉਹਨੂੰ, ਕੋਈ ਗੱਲ ਨਹੀਂ। ਅਤੇ ਇਹ ਮਤਲਬ ਮੈਂ ਸਮਝਦਾ ਕਿ ਰੰਗਾਂ ਦਾ ਨਾਨਤਵ ਜਿਹੜਾ ਹੈ ਇਸ ਤਰ੍ਹਾਂ ਦਾ ਹੋ ਸਕਦਾ ਹੈ। ਉਹਦਾ ਜਿਹੜਾ ਥਰਸਟ ਹੈ ਨਾ, ਜਿਹੜਾ ਉਹਦਾ ਮਕਸਦ ਹੈ, ਜਿੱਥੇ ਉਹ ਕੇਂਦਰਿਤ ਹੈ, ਉਹਨੂੰ ਮੈਂ ਕਹਿਣਾ ਵੀ ਪੰਥਕ ਬੋਲ ਵਾਲਿਆਂ ਵਾਸਤੇ ਦੇਸ਼ ਅਤੇ ਕਾਲ ਦੀ ਘਾੜਤ। ਹਾਲਾਂਕਿ ਇਹਨੂੰ ਸਿਆਸਤਦਾਨਾਂ ਨੇ ਹਥਿਆ ਲਿਆ ਹੈ। ਸਿਆਸਤਦਾਨ ਸਮਝਦਾ ਕਿ ਉਹ ਦੇਸ਼ ਔਰ ਕਾਲ ਦੀ ਘਾੜਤ ਉਹੀ ਕਰ ਸਕਦੇ ਨੇ, ਮਤਲਬ। ਪਰ ਮੈਂ ਸਮਝਦਾ ਹਾਂ ਕਿ ਹਰ ਸਿੱਖ ਜਦੋਂ ਕੁਝ ਵੀ ਕੰਟਰੀਬਿਊਟ ਕਰਦਾ ਹੈ, ਬੋਲ ਕੇ, ਲਿਖ ਕੇ, ਜਾਂ ਮਤਲਬ ਆਪਣੇ ਕਰਮ ਕਰਕੇ, ਮਤਲਬ ਜਦੋਂ ਲੰਗਰ ਰਾਹੀਂ ਕਰਦਾ, ਜਿਵੇਂ ਵੀ ਕਰਦਾ ਹੈ, ਉਹ ਪੰਥਕ ਬੋਲਿਆਂ ਵਾਸਤੇ ਸਪੇਸ ਵੀ ਕੱਢ ਰਿਹਾ ਹੁੰਦਾ ਹੈ। ਉਹਦੇ ਵਾਸਤੇ ਹੀ ਮੈਂ ਸਮਝਦਾ ਦੇਸ਼ ਔਰ ਕਾਲ ਦੀ ਘਾੜਤ ਕਰ ਰਿਹਾ ਹੁੰਦਾ ਹੈ। ਅਸੀਂ ਜਿਹੜੀ ਇੱਜ਼ਤ ਇੰਜੋਏ ਕਰ ਰਹੇ ਹਾਂ ਗਲੋਬਲ ਲੈਵਲ 'ਤੇ, ਉਹ ਇਹੋ ਹੀ ਹੈ, ਇਹਦੇ ਕਾਰਨ ਕਰਕੇ ਹੀ ਹੈ। ਅਤੇ ਰੀਝਾਂ ਜਿਹੜੀਆਂ ਨੇ ਉਹ ਮੈਂ ਸਮਝਦਾ ਨਿਭਾਈਆਂ ਜਾ ਰਹੀਆਂ ਨੇ, ਅਤੇ ਉਹਦੇ 'ਚ ਐਕਸਲੈਂਸ ਜਿਹੜਾ ਨਾ, ਉਹਦੀ ਗੱਲ ਵੀ ਕੀਤੀ ਜਾਂਦੀ ਰਹਿਣੀ ਚਾਹੀਦੀ ਹੈ। ਇੱਥੇ ਸਾਡੀ ਕਿਤਾਬ ਪਹਿਲੋਂ ਮਤਲਬ ਜੈ ਤੇਗ ਸਿੰਘ ਅਨੰਤ ਨੇ ਸੰਪਾਦਿਤ ਕੀਤੀ ਹੋਈ ਹੈ ਰਾਮਗੜੀਆਂ ਦੇ ਮਤਲਬ ਵਿਰਾਸਤ ਬਾਰੇ। ਉਹ ਕਿਤਾਬ ਵੀ ਜਿਹੜੀ ਹੈ ਉਹ ਇੱਕ ਲੇਅਰ ਹੈ ਉਹਦੀ, ਪਰ ਗੁਰਮਤ ਦੀਆਂ ਇਹੋ ਜਿਹੀਆਂ ਪਰਤਾਂ, ਲੇਅਰ ਜਿਹੜੀਆਂ ਨੇ ਬਹੁਤ ਸਾਰੀਆਂ ਨੇ, ਅਤੇ ਉਹਨਾਂ ਲੇਅਰਸ ਵਿੱਚ ਭਾਈ ਰਣਧੀਰ ਸਿੰਘ ਵੀ ਇੱਕ ਲੇਅਰ ਹੈ, ਮਤਲਬ ਨਾਟ ਆਲ, ਇੱਕ ਲੇਅਰ ਹੈ। ਉਹਨਾਂ ਨੂੰ ਇੱਕ ਲੇਅਰ ਦੇ ਤੌਰ 'ਤੇ ਦੇਖਣਾ ਚਾਹੀਦਾ। ਹੁਣ ਜਿਹੜਾ ਅਸੀਂ ਸਮਝਦੇ ਹਾਂ ਕਿ ਇਹ ਕੰਮ ਜਿਹੜੇ ਨੇ, ਜਿਵੇਂ ਹੁਣ ਫਰਜ਼ ਕਰੋ, ਮੈਂ ਸਮਝਦਾ ਵੀ ਹਰ ਜਿਹੜਾ ਕਾਰਜ ਕਰਤਾ ਹੈ, ਜਿਹੜਾ ਕੰਮ ਕਰ ਰਿਹਾ ਹੈ, ਉਹਦੇ 'ਤੇ ਮੈਂ ਅੱਜ ਧੰਨਵਾਦ ਕਰਨਾ ਚਾਹੁੰਦਾ ਹਰਦਰਸ਼ਨ ਮੈਮੋਰੀਅਲ ਟਰਸਟ ਦਾ, ਜਿਨ੍ਹਾਂ ਦੇ ਇੰਡੀਅਨ ਚੈਪਟਰ ਦੇ ਰੂਹੇ ਰਵਾਂ ਉਜਾਗਰ ਸਿੰਘ ਬੈਠੇ ਨੇ, ਮਤਲਬ ਆਪਣੇ ਕੋਲ ਜੋਤਿੰਦਰ ਹੋਣੀ ਬੈਠੇ ਨੇ। ਔਰ ਦੂਜਾ ਇਹ ਹੈ ਕਿ ਜਿਹੜਾ ਹੈਗਾ ਭਾਈ ਰਣਧੀਰ ਸਿੰਘ ਟਰਸਟ ਜਿਹੜੀ UK, ਉਹਨਾਂ ਦੀ ਮਤਲਬ ਜਿਹੜਾ ਵੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਮੌਕਾ ਸਾਡੇ ਵਾਸਤੇ ਪੈਦਾ ਕਰਨ ਵਾਸਤੇ ਰਲ ਮਿਲ ਕੇ ਕੀਤਾ। ਅਸੀਂ ਉਹਨਾਂ ਦੀ ਬਿਹਾਫ 'ਤੇ ਹੀ ਕਰ ਰਹੇ ਹਾਂ। ਹੁਣ ਇਹ ਹੈ ਕਿ ਅਸੀਂ ਮਤਲਬ ਮੈਂ ਕਹਿਣਾ ਕੀ ਚਾਹੁੰਦਾ, ਕਿਉਂਕਿ ਅਸੀਂ ਇੱਥੇ ਸਾਰੇ ਮਤਲਬ ਇੱਕ ਸੋਚ ਵਰਗੇ ਹੀ ਬੰਦੇ ਖੜੇ ਬੈਠੇ ਹੋਏ ਹਾਂ। ਮੈਂ ਉਹਦੇ ਵਾਸਤੇ ਇੱਕ ਲਫ਼ਜ਼ ਜਿਹੜਾ ਹੈ ਨਾ ਉਹ ਫਲੋਟ ਕਰਨਾ ਚਾਹੁੰਦਾ ਕਿ ਸਿੱਖ ਤੇ ਹੈ ਹੀ ਉਹ, ਸਿੱਖ ਆਪਣੇ ਤੌਰ 'ਤੇ ਸਭ ਕੁਝ, ਪਰ ਉਹਨੇ ਵਾਰਸੀ ਰਾਜਦੂਤ ਬਣਨਾ ਹੈ, ਵਿਰਾਸਤ ਦਾ ਰਾਜਦੂਤ ਬਣਨਾ ਹੈ। ਵਿਰਾਸਤ ਦੀ ਰਾਜਦੂਤ ਬਣਨ ਦੀ ਜਿਹੜੀ ਗੱਲ ਹੈ ਉਹ ਹੈ ਵੀ ਮਤਲਬ ਉਹ ਰਾਜਦੂਤ ਹੈ, ਬਣਨਾ ਨਹੀਂ, ਮਤਲਬ ਉਹਨੇ ਕਰਮ ਕਰਨਾ ਹੈ ਰਾਜਦੂਤ 'ਤੇ, ਵਿਰਾਸਤ ਦੀ ਰਾਜਦੂਤ ਦੇ ਤੌਰ 'ਤੇ ਕੰਮ ਕਰਨਾ ਹੈ। ਹੁਣ ਇਹ ਕੀ ਹੈ ਕਿ ਮਤਲਬ ਵਿਲੱਖਣਤਾ ਕੀ ਹੈ ਭਾਈ ਰਣਧੀਰ ਸਿੰਘ ਦੀ, ਮੈਂ ਸਮਝਦਾ। ਹਾਲਾਂਕਿ ਭਾਈ ਰਣਧੀਰ ਸਿੰਘ ਦੀ ਵਿਲੱਖਣਤਾਵਾਂ ਦਾ ਇੱਕ ਬਹੁਤ ਲੰਬਾ ਲਹਿੜ ਹੈ, ਕੋਈ ਛੋਟੀ ਗੱਲ ਨਹੀਂ ਹੈ। ਪਰ ਮੈਂ ਸਮਝਦਾ ਕਿ ਹੁਣ ਮਤਲਬ ਮੈਂ ਇੱਕ ਹਵਾਲਾ ਇਸ ਕਿਤਾਬ 'ਚੋਂ ਲਿਆ, ਵੇਖਿਆ ਮੈਂ, ਅਤੇ ਉਹਦਾ 44 ਪੰਨੇ 'ਤੇ ਆ, ਅਤੇ ਉਹ ਗੁਰਬਾਣੀ ਦੀਆਂ ਲਗਾ ਮਾਤਰਾ ਬਾਰੇ ਬੀਬਾ ਨੇ ਗੱਲ ਕਰਦੇ ਹੋਇਆ ਦੱਸਿਆ ਕਿ ਉਹਦੇ 'ਚ ਟੂਕ ਆਏਗੀ। ਉਹਦੇ 'ਚ ਮੈਂ ਟੂਕ ਜਿਹੜੀ ਆ ਤੁਹਾਡੇ ਨਾਲ ਪੜ੍ਹ ਕੇ ਸੁਣਾਉਣਾ ਚਾਹੁੰਦਾ ਤੁਹਾਨੂੰ ਕਿ ਇਸ ਕਿਤਾਬ ਦੇ ਵਿੱਚ ਮੈਨੇ ਜਿਹੜੀਆਂ ਗੱਲਾਂ ਇਹੋ ਜਿਹੀਆਂ ਹਨ। ਭਾਈ ਸਾਹਿਬ ਦੀ ਇਸ ਤਰ੍ਹਾਂ ਰਚਨਾ ਤੋਂ ਮਤਲਬ ਅਸੀਂ ਤਾਂ ਕਿਤਾਬ ਰਿਲੀਜ਼ ਕਰ ਚੁੱਕੇ ਹਾਂ ਉਚਾਰਨ 'ਤੇ, ਉਹ ਵੀ ਮਤਲਬ ਰਿਲੀਜ਼ ਹੋ ਚੁੱਕੀ ਹੈ, ਇੱਥੋਂ ਹੀ ਰਿਲੀਜ਼ ਕੀਤੀ ਹੈ। ਵੀ ਭਾਈ ਰਣਧੀਰ ਸਿੰਘ ਨੇ ਵੀ ਲਗਾ ਮਾਤਰਾ 'ਤੇ ਗੱਲ ਉਸੇ ਸੁਰ ਵਿੱਚ ਕੀਤੀ ਹੋਈ ਹੈ। ਅਸੀਂ ਮਤਲਬ ਉਹ ਗੱਲ ਕਰਦੇ ਭਾਈ ਸਾਹਿਬ ਦੀ ਇਸ ਰਚਨਾ ਤੋਂ ਸਿਆਰੀ ਬਿਹਾਰੀ ਆਦਿ ਲਗਾਂ ਦੇ ਅਰਥ ਜਾਂ ਪ੍ਰਯੋਜਨ ਸਹਿਤ ਸਿੱਧ ਹੋਣ ਤੋਂ ਬਿਨਾਂ ਉਹਨਾਂ ਕੋਸ਼ਕਾਰਾਂ ਦਾ ਸੰਸਾ ਅਤੇ ਭ੍ਰਮ ਜਿਹੜਾ ਕੰਮ ਹੋ ਚੁੱਕਿਆ, ਉਹਨਾਂ ਕੋਸ਼ਕਾਰਾਂ ਦਾ ਸੰਸਾ ਅਤੇ ਭ੍ਰਮ ਵੀ ਦੂਰ ਹੋ ਸਕਦੇ ਹਨ। ਕਿਹਨਾਂ ਦਾ? ਜਿਨ੍ਹਾਂ ਦੀ ਆਪਣੀ ਕੋਈ ਮਨੌਤ ਨਾ ਹੋਣ 'ਤੇ ਵੀ, ਕੋਈ ਆਪਣੀ ਮਨੌਤ ਨਾ ਹੋਣ 'ਤੇ ਵੀ ਉਹਨਾਂ ਨੇ ਆਪਣੇ ਮਿਥਿਆ ਗਿਆਨ ਨੂੰ ਅਨੁਭਵੀ ਗਿਆਨ ਦੇ ਭਾਉ ਵੇਚਣਾ ਆਰੰਭ ਕੀਤਾ ਹੋਇਆ ਹੈ। ਦਿਸ ਇਜ਼ ਦਾ ਪ੍ਰੋਬਲਮ। ਜਿਹੜਾ ਮਿਥਿਆ ਗਿਆਨ ਹੈ, ਜੋ ਮੈਨੂੰ ਪਤਾ ਹੈ, ਫਰਜ਼ ਕਰੋ ਇੱਥੇ ਮੈਨੂੰ ਕੁਝ ਗੱਲਾਂ ਦਾ ਪਤਾ ਹੈ, ਪਰ ਮੈਂ ਉਹਨੂੰ ਹੀ ਗੁਰਮਤ ਕਹੀ ਜਾਵਾਂ ਅਤੇ ਮਤਲਬ ਕਹਾਂ ਮੇਰੀ ਗੱਲ ਠੀਕ ਹੈ। ਭਾਈ ਰਣਧੀਰ ਸਿੰਘ ਇੰਨੇ ਓਪਨ ਮਾਈਂਡਡ ਨੇ ਵੀ ਉਹ ਕਹਿੰਦੇ ਨੇ ਕਿ ਜਿਹੜਾ ਤੁਸੀਂ ਆਪਣਾ ਮਿਥਿਆ ਗਿਆਨ ਜਿਹੜਾ ਉਹਨੂੰ ਗੁਰਮਤ 'ਤੇ ਨਾ ਠੋਸੋ, ਉਹਨੂੰ ਮਤਲਬ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ। ਹੁਣ ਇਹ ਹੁੰਦਾ ਇਹ ਸਾਰੀਆਂ ਡੇਰੇਦਾਰੀਆਂ ਜਿਹੜੀਆਂ ਨੇ ਉਹ ਇਸ ਐਂਗਲ ਤੋਂ ਦੇਖੀਏ ਤਾਂ ਸਾਨੂੰ ਸਮਝ ਆ ਜਾਣਗੀਆਂ।
ਵੀ ਉਹ ਮਤਲਬ ਕੀ ਕਰਦੀਆਂ ਨੇ। ਹਾਲਾਂਕਿ ਉਹਨਾਂ ਨੂੰ ਦਾਅਵਾ ਉਹਨਾਂ ਦਾ ਇਹ ਹੈ ਕਿ ਉਹ ਬਹੁਤ ਵਧੀਆ ਗੱਲਾਂ ਕਰ ਰਹੀਆਂ ਨੇ। ਵਿਆਖਿਆ ਵਿੱਚ ਅਧਿਆਤਮਕ ਬੌਧਿਕਤਾ ਦੇ ਅਨੁਭਵੀ ਪ੍ਰਸੰਗਾਂ ਦਾ ਬਿਆਨ ਕੀਤਾ ਹੋਇਆ ਹੈ ਭਾਈ ਰਣਧੀਰ ਸਿੰਘ ਨੇ, ਉਹਨਾਂ ਨੇ। ਅਤੇ ਇਸ ਦੀ ਨਿਰੰਤਰਤਾ ਵਿੱਚ ਜਿਹੜਾ ਨਾ ਉਹ ਸਾਡੇ ਕੋਲ ਗੁਰਮਤਿ ਨਿਰਣੇ ਹੈ ਭਾਈ ਜੋਧ ਸਿੰਘ ਵਾਲਾ। ਮੈਂ ਸਮਝਦਾ ਕਿ ਉਹ ਇਸੇ ਸੁਰ ਵਿੱਚ ਪੈਦਾ ਹੋਇਆ ਮਤਲਬ ਲੋਕ ਕੰਮ ਕਰਦੇ ਰਹੇ ਨੇ ਸਾਰੇ, ਸਾਡੇ ਕੋਲ ਬਹੁਤ ਕੰਮ ਪਏ ਨੇ। ਤਾਂ ਮੈਂ ਇੱਕ ਹੋਰ ਗੱਲ ਮੈਂ ਤੁਹਾਡੇ ਨਾਲ ਕਹਿਣਾ ਚਾਹੁੰਦਾ ਇਹ ਕਿ ਭਾਈ ਰਣਧੀਰ ਸਿੰਘ ਭਾਸ਼ਾ 'ਤੇ ਵੀ ਬਹੁਤ ਕਲੀਅਰ ਸੀ, ਬਹੁਤ ਸਪਸ਼ਟਤਾ ਨਾਲ ਕਹਿੰਦੇ ਸੀ। ਅਤੇ ਉਹਨਾਂ ਦੀ ਜਿਹੜੀ ਭਾਸ਼ਾ ਅਤੇ ਮਤਲਬ ਜਿਹੜੀ ਵਰਤਦੇ ਸੀ ਭਾਸ਼ਾ, ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਮੈਂ ਆਮ ਤੌਰ 'ਤੇ ਇਹ ਫਿਕਰਾ ਵਰਤਦਾ ਰਹਿਣਾ ਕਿ ਭਾਈ ਰਣਧੀਰ ਸਿੰਘ ਨੂੰ ਭਾਸ਼ਾ ਜਿਹੜੀ ਹੈ ਨਾ ਐਉਂ ਰਾਹ ਦਿੰਦੀ ਸੀ ਵੀ ਉਹ ਜੋ ਵੀ ਕਹਿਣਾ ਚਾਹੁੰਦੇ ਸੀ ਉਹਦੇ ਵਿੱਚ ਕੋਈ ਰੁਕਾਵਟ ਨਹੀਂ ਸੀ ਆਉਂਦੀ, ਉਹ ਉਸ ਤਰ੍ਹਾਂ ਹੀ ਕਹਿਣਾ ਚਾਹੁੰਦੇ ਸੀ। ਅਤੇ ਉਹ ਮਤਲਬ ਉਹਨੂੰ ਪਾਰਸ ਕਮਾਈ ਦੁਆਰਾ ਉਹ ਹੁਣ ਜੋ ਫਰਕ ਕਰੋ ਨਾਮ ਹੈ ਬੜਾ ਕੰਪਲੈਕਸ ਹੈ, ਇਹਨੂੰ ਨਾਮ ਜਪਣ ਦੀ ਗੱਲ ਜਿਹੜੀ ਹੈ ਬੜੀ ਕੰਪਲੈਕਸ ਹੈ। ਅਤੇ ਅਸੀਂ ਲਗਾਤਾਰ ਦੱਸਦੇ ਆ ਰਹੇ ਹਾਂ ਅਤੇ ਲਗਾਤਾਰ ਸਾਨੂੰ ਆਪ ਵੀ ਉਹਦੇ ਵਿੱਚ ਇੰਨੀ ਸਪਸ਼ਟਤਾ ਨਹੀਂ ਆ ਰਹੀ ਜਿੰਨੀ ਹੋਣੀ ਚਾਹੀਦੀ ਹੈ। ਨਾਮ ਜਪਣ ਦੀ ਪਾਰਸ ਕਮਾਈ ਦੁਆਰਾ, ਦੇਖੋ ਹੁਣ ਇਹ ਪਾਰਸ ਕਮਾਈ ਲਫ਼ਜ਼ ਜਿਹੜਾ ਹੈ ਇਹਦੇ ਨਾਲ ਜੁਟ ਜਿਹੜਾ ਬਣਦਾ ਪਾਰਸ ਕਮਾਈ ਦਾ, ਉਹ ਇਹ ਹੈ ਵੀ ਜਿਹਦੇ ਨਾਲ ਲੱਗਣਾ ਉਹਨੇ ਉਹਨੂੰ ਸੋਹਣਾ ਕਰਦੇ ਹੀ ਤੁਰੇ ਜਾਣਾ ਨਾ। ਦੁਆਰਾ ਬਹੁ ਪੰਥੀ ਫਲ ਸੁਤੇ ਸਹਿਜ ਮਤਲਬ ਪ੍ਰਾਪਤ ਹੋ ਜਾਂਦੇ ਹਨ। ਇਹ ਸੁਤੇ ਸਹਿਜ ਜਿਹੜਾ ਨਾ ਪ੍ਰਾਪਤ ਹੋ ਜਾਂਦੇ ਹਨ। ਇਹ ਭਾਈ ਰਣਧੀਰ ਸਿੰਘ ਨੇ ਨਾ ਕੇਵਲ ਕੀਤਾ। ਲਾਸਟ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ, ਹੁਣ ਦਸਮ ਦੁਆਰ ਹੈ, ਦਸਮ ਦੁਆਰ ਦਾ ਬਹੁਤ ਝਗੜਾ ਹੈ ਕਿਉਂਕਿ ਹਿੰਦੂ ਥਾਟ ਵਿੱਚ ਦਸਮ ਦੁਆਰ ਬਾਰੇ ਬਹੁਤ ਵੱਡੀਆਂ ਆਬਜ਼ਰਵੇਸ਼ਨ ਮਿਲਦੀਆਂ ਨੇ ਔਰ ਉਹਨਾਂ ਨੇ ਬਹੁਤ ਬਰੀਕੀ ਨਾਲ ਇਹਨਾਂ 'ਤੇ ਬਹੁਤ ਕੁਛ ਕਿਹਾ ਹੋਇਆ। ਅਤੇ ਅਸੀਂ ਜਦੋਂ ਅਸੀਂ ਦਸਮ ਦੁਆਰ ਦੀ ਜਿਹੜੀ ਸਾਡੀ ਗੁਰਮਤਿ ਪ੍ਰਸੰਗ ਹੈ ਉਹਦੇ ਬਾਰੇ ਅਸੀਂ ਇੰਨੀ ਸਪਸ਼ਟਤਾ ਨਾਲ ਨਹੀਂ ਕਹਿੰਦੇ ਜਿੰਨੀ ਇੱਕ ਫਿਕਰੇ ਭਾਈ ਰਣਧੀਰ ਸਿੰਘ ਕਹਿ ਰਹੇ ਨੇ। ਉਹ ਕਹਿੰਦੇ ਅਨਹਦ ਸ਼ਬਦ ਦੀ ਖੇਡ ਹੈ, ਯਾਨੀ ਜਿਹੜਾ ਦਸਮ ਦੁਆਰ ਹੈ ਅਨਹਦ ਸ਼ਬਦ ਦੀ ਖੇਡ ਹੈ। ਜੇ ਵਰਤੀ ਹੈ ਤਾਂ ਕੇਵਲ ਗੁਰੂ ਘਰ ਅੰਦਰ ਹੀ ਵਰਤ ਰਹੀ ਹੈ, ਜੇ ਵਰਤ ਰਹੀ ਹੈ ਤਾਂ ਕੇਵਲ ਗੁਰੂ ਘਰ ਅੰਦਰ ਹੀ ਵਰਤ ਰਹੀ ਹੈ। ਯਾਨੀ ਕਹਿਣਾ ਇਹ ਚਾਹ ਰਿਹਾ ਮੈਂ ਕਿ ਜਿਸ ਤਰ੍ਹਾਂ ਗੁਰਮਤਿ ਵਿੱਚ ਮਤਲਬ ਅਸੀਂ ਆਪਣੇ ਜਿਹੜਾ ਹੈਗਾ ਸਾਡਾ ਪੂਰਬੀ ਥਾਟ ਜਿਹੜਾ ਹੈ ਉਹਨੂੰ ਪਰੋਇਆ ਹੋਇਆ ਹੈ ਜਾਂ ਉਹਦੇ 'ਚ ਐਕਸਲੈਂਟ ਜਾਂ ਉਹਨੂੰ ਮਤਲਬ ਆਮ ਬੰਦੇ ਦੇ ਵਰਤੋਂਯੋਗ ਬਣਾਇਆ ਹੋਇਆ, ਉਹ ਹੋਰ ਕਿਤੇ ਨਹੀਂ ਮਿਲੇਗਾ। ਉਹਦੇ ਵਾਸਤੇ ਗੁਰੂ ਘਰ ਵਰਤ ਹੈ। ਇਹ ਸ਼ਬਦ ਮੈਂ ਤਾਂ ਤੁਹਾਨੂੰ ਕਹੇ ਕਿ ਇਹ ਬੈਕਗਰਾਊਂਡ ਹੈ ਵੀ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਸਾਡੇ ਕੋਲ ਬਹੁਤ ਕੁਛ ਆਉਂਦਾ ਹੈ, ਅਸੀਂ ਉਹ ਸਾਂਝਾ ਵੀ ਕਰਨਾ ਚਾਹੁੰਦਾ। ਮੇਰਾ ਲਾਲਚ ਇਹੀ ਸੀ, ਮੈਂ ਸਾਂਝਾ ਕਰਨਾ ਚਾਹੁੰਦਾ ਸੀ। ਕਿਰਸ ਉਹਨਾਂ ਦੀ ਗੱਲ ਠੀਕ ਸੀ ਬਿਲਕੁਲ ਕਿ ਮੇਰਾ ਕੰਮ ਤੁਹਾਡਾ ਸਵਾਗਤ ਕਰਨਾ ਸੀ, ਤੁਸੀਂ ਆ ਗਏ ਹੋ। ਕਿਉਂਕਿ ਸਵਾਗਤ ਵਿੱਚ ਮਤਲਬ ਮੈਂ ਫਿਰ ਇੱਕ ਵਾਰ ਕਹਿਣਾ ਕਿ ਤੁਹਾਡੇ ਇੱਥੇ ਚਰਨ ਪਾਏ, ਬਹੁਤ ਮੁਬਾਰਕ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਏ ਔਰ ਆ ਕੇ ਇਸ ਉਤਸੁਕਤਾ ਨਾਲ ਇਹਦੇ ਵਿੱਚ ਪਾਰਟੀਸਪੇਟ ਕਰਨ ਦੀ ਕੋਸ਼ਿਸ਼ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਪੁਸਤਕ ਰਿਲੀਜ਼ ਦੀ ਜੋ ਸੈਰੇਮਨੀ ਹੁੰਦੀ ਹੈ ਉਹ ਕਰਦੀ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਪਰਮ ਸਤਿਕਾਰਯੋਗ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ, ਡਾਕਟਰ ਸਾਹਿਬ ਡਾਕਟਰ ਬਲਕਾਰ ਸਿੰਘ ਜੀ, ਬਾਕੀ ਸਾਰੇ ਮਹਿਮਾਨ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਅੱਜ ਦਾ ਜਿਹੜਾ ਇਹ ਸਮਾਰੋਹ ਆ ਉਹਦਾ ਕੇਂਦਰ ਬਿੰਦੂ ਕਿਤਾਬ ਆ ਅਤੇ ਜਿਹੜੀ ਮੈਂ ਪੜ੍ਹੀ ਨਹੀਂ ਹੈ, ਲੇਕਿਨ ਮੇਰੇ ਮਨ 'ਚ ਇਸ ਗੱਲ ਦਾ ਬਹੁਤ ਉਤਸ਼ਾਹ ਕਿ ਭਾਈ ਰਣਧੀਰ ਸਿੰਘ ਹੋਰਾਂ ਦੀਆਂ ਜੇਲ੍ਹ ਚਿੱਠੀਆਂ ਜਾਂ ਹੋਰ ਕਿਤਾਬਾਂ ਜਦੋਂ ਮੈਂ ਪੜ੍ਹੀਆਂ ਨੇ ਤਾਂ ਵਾਕਿਆ ਹੀ ਜਿਹੜੀ ਗੱਲ ਡਾਕਟਰ ਬਲਕਾਰ ਸਿੰਘ ਹੋਰੀ ਕਹਿ ਰਹੇ ਸੀ ਕਿ ਉਹ ਗੁਰਮਤਿ ਦਾ ਵਹਿੰਦਾ ਦਰਿਆ ਨੇ, ਤਾਂ ਜਦੋਂ ਅੱਜ ਦੇ ਕੁਛ ਤਰਕਵਾਦੀ ਲੋਕ ਗੱਲਾਂ ਕਰਦੇ ਨੇ ਤਾਂ ਉਹਦੇ ਲਈ ਕਨਫਿਊਜ਼ਨ ਕ੍ਰੀਏਟ ਹੋ ਜਾਂਦਾ ਕਿ ਧਰਮ ਵਿਸ਼ਵਾਸ ਦਾ ਵਿਸ਼ਾ ਕਿ ਧਰਮ ਤਰਕ ਦਾ ਵਿਸ਼ਾ। ਜੋ ਮੇਰੀ ਬੁੱਧੀ ਹੈ ਮੇਰੇ ਮਾਂ ਪਿਓ ਵੱਲੋਂ ਦਿੱਤੀ ਗਈ, ਮੇਰੇ ਅਧਿਆਪਕਾਂ ਵੱਲੋਂ, ਉਹਦੇ ਨਾਲ ਮੈਂ ਸਮਝਦਾ ਕਿ ਧਰਮ ਵਿਸ਼ਵਾਸ ਦਾ ਵਿਸ਼ਾ ਹੈ। ਉਹ ਗੱਲਾਂ ਵੀ ਸੱਚ ਨੇ ਜਿਸ ਸਾਧ ਦੀ ਸੰਤ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ, ਲੇਕਿਨ ਸਮਾਜ 'ਚ ਇੰਨਾ ਵੱਡਾ ਪਖੰਡਵਾਦ ਆ ਗਿਆ, ਦੁਕਾਨਾਂ ਚੱਲ ਪਈਆਂ ਕਰਕੇ ਉੱਥੋਂ ਵਿਸ਼ਵਾਸ ਤੜਕਣ ਲੱਗਾ। ਅਤੇ ਜਿਹੜੇ ਤਰਕਵਾਦੀ ਲੋਕ ਨੇ ਉਹਨਾਂ ਨੇ ਆਪਣੀ ਸਮਝ ਨੂੰ ਵੱਡਿਆਂ ਰੱਖ ਕੇ, ਜਾਂ ਤਾਂ ਜਿਵੇਂ ਡਾਕਟਰ ਸਾਹਿਬ ਕਹਿ ਰਹੇ ਸੀ, ਜਾਂ ਕਿਸੇ ਸਾਜ਼ਿਸ਼ ਤਹਿਤ ਧਰਮ ਨੂੰ ਵਿਸ਼ਵਾਸ ਦਾ ਵਿਸ਼ਾ ਨਾ ਕਰਕੇ
ਰਿਸਰਚ ਦਾ ਵਿਸ਼ਾ ਹੋਰ ਤਰ੍ਹਾਂ ਦਾ ਬਣਾ ਲਿਆ। ਲੇਕਿਨ ਭਾਈ ਰਣਧੀਰ ਸਿੰਘ ਹੋਰਾਂ ਦੇ ਬਾਰੇ 'ਚ ਜਿਵੇਂ ਚਿੰਤਨ ਇਹਨਾਂ ਨੇ ਕੀਤਾ ਹੋਵੇਗਾ, ਮੈਂ ਕਿਤਾਬ ਪੜ੍ਹ ਕੇ ਦੁਬਾਰਾ ਵੀ ਇਹਨਾਂ ਨੂੰ ਲਿਖ ਦਿਆਂਗਾ। ਉਹਦੇ ਨਾਲ ਮੈਂ ਸਮਝਦਾ ਕਿ ਇੱਕ ਬਹੁਤ, ਜਿੱਥੇ ਇਹਨਾਂ ਨੇ ਆਪਣੇ ਡਾਕਟਰੇਟ ਦੀ ਡਿਗਰੀ ਕਰ ਲਈ, ਉੱਥੇ ਇੱਕ ਸੇਧ ਵੀ ਦੇਣ 'ਚ ਸਹਾਈ ਹੋਏਗੀ ਕਿ ਧਰਮ ਜਿਹੜਾ ਉਹ ਵਿਸ਼ਵਾਸ ਦਾ ਵਿਸ਼ਾ। ਅਤੇ ਮੈਂ ਇਸ ਕਰਕੇ ਇਸ ਗੱਲ ਦੀ ਸ਼ਲਾਘਾ ਕਰਦਾ ਔਰ ਧੰਨਵਾਦ ਕਰਦਾ ਡਾਕਟਰ ਬਲਕਾਰ ਸਿੰਘ ਹੋਰਾਂ ਦਾ ਕਿ ਉਹਨਾਂ ਨੇ ਮੈਨੂੰ ਅੱਜ ਇੱਥੇ ਆ ਕੇ ਵੱਡੇ ਵਿਦਵਾਨਾਂ ਦੇ ਦਰਸ਼ਨ ਕਰਨ, ਵਿਚਾਰ ਸੁਣਨ ਦਾ ਮੌਕਾ ਦਿੱਤਾ। ਧੰਨਵਾਦ ਜੀ। ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ, ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ, ਡਾਕਟਰ ਬਲਕਾਰ ਸਿੰਘ ਜੀ, ਡਾਕਟਰ ਕੇਰ ਸਿੰਘ ਜੀ ਅਤੇ ਮੈਡਮ ਜਸਵਿੰਦਰ ਕੌਰ ਜੀ, ਬਾਹਰੋਂ ਜਿੰਨੇ ਵੀ ਸਾਰੇ ਪਤਵੰਤੇ ਇੱਥੇ ਬੈਠੇ ਨੇ, ਆਓ ਸਭ ਤੋਂ ਪਹਿਲਾਂ ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵੀ ਜਿਵੇਂ ਪੁਸਤਕ ਪੜ੍ਹੀ ਨਹੀਂ ਹੈ, ਮੇਰੇ ਪਾਸ ਪਹੁੰਚੀ ਨਹੀਂ, ਪਰ ਫਿਰ ਵੀ ਡਾਕਟਰ ਜਸਵਿੰਦਰ ਕੌਰ ਨੂੰ ਮੈਂ ਸਭ ਤੋਂ ਪਹਿਲਾਂ ਬਹੁਤ ਵਧਾਈਆਂ ਦਿੰਦੀ ਹਾਂ ਕਿ ਉਹਨਾਂ ਨੇ ਇਹ ਬਹੁਤ ਹੀ ਵੱਡਾ ਜਿਹੜਾ ਖੋਜ ਕਾਰਜ ਕੀਤਾ ਹੈ। ਸਾਡੇ ਜਿਹੜੇ ਪੀੜ੍ਹੀ ਦਰ ਪੀੜ੍ਹੀ ਬੱਚੇ ਨੇ, ਭਾਵੇਂ ਉਹ ਗੁਰਮਤਿ ਕਾਲਜ ਦੇ ਨੇ ਅਤੇ ਭਾਵੇਂ ਯੂਨੀਵਰਸਿਟੀ ਦੇ ਨੇ, ਬਾਹਰ ਵਿਸ਼ਵ ਭਰ ਵਿੱਚ ਬੈਠੇ ਨੇ, ਜਦੋਂ ਇਹਨੂੰ ਪੜ੍ਹਨਗੇ ਤਾਂ ਜ਼ਰੂਰ ਇਹਦੇ ਤੋਂ ਪ੍ਰੇਰਨਾ ਮਿਲੇਗੀ। ਗੁਰੂ ਗ੍ਰੰਥ ਸਾਹਿਬ ਭਾਵੇਂ ਗੁਰੂ ਅਰਜਨ ਪਾਤਸ਼ਾਹ ਨੇ ਸਾਰਾ ਹੀ ਰਾਗਾਂ ਵਿੱਚ ਜਿਹੜਾ ਵਾ ਸੰਪਾਦਨ ਕੀਤੀ ਉਹਦੀ, ਕੁਛ ਕੁ ਬਾਣੀ ਨੂੰ ਛੱਡ ਕੇ, ਪਰ ਫਿਰ ਵੀ ਜਿਹੜੀਆਂ ਉਹਦੀਆਂ ਕੀਰਤਨ ਪਰੰਪਰਾਵਾਂ, ਜਿਵੇਂ ਗੁਰਮਤਿ ਸੰਗੀਤ ਪ੍ਰਬੰਧ ਤੋਂ ਇਲਾਵਾ ਜਿਵੇਂ ਜੋਟੀਆਂ ਦਾ ਕੀਰਤਨ ਚੱਲ ਰਿਹਾ ਹੈ, ਔਰ ਇਸ ਤੋਂ ਇਲਾਵਾ ਜਿਵੇਂ ਭਾਈ ਸਾਹਿਬ ਅਖੰਡ ਕੀਰਤਨ, ਜਿਹਨੂੰ ਅਸੀਂ ਕਹਿੰਦੇ ਭਾਈ ਰਣਧੀਰ ਸਿੰਘ ਜਥੇ ਦਾ ਕੀਰਤਨ, ਜਿਹੜਾ ਕਿ ਸਾਰੀ ਰਾਤ ਚੱਲਦਾ ਰਹਿੰਦਾ ਸੀ, ਇਹਦੀ ਇੱਕ ਵੱਖਰੀ ਪਰੰਪਰਾ ਭਾਈ ਸਾਹਿਬ ਨੇ ਸਥਾਪਿਤ ਕੀਤੀ, ਜਿਹੜੀ ਕਿ ਸਾਡੇ ਵਿਸ਼ਵ ਭਰ ਵਿੱਚ ਉਹਨਾਂ ਦੇ ਜਿਹੜੇ ਕੀਰਤਨਕਾਰ ਨੇ, ਬਹੁਤ ਵੱਡੇ ਕੀਰਤਨਕਾਰ ਉਹਨਾਂ ਨੇ ਪੈਦਾ ਕੀਤੇ ਨੇ। ਉਹਨਾਂ ਵਿੱਚੋਂ ਹੀ ਮਨਪ੍ਰੀਤ ਸਿੰਘ ਆ, ਹੋਰ ਵੀ ਬਹੁਤ ਸਾਰੇ, ਜਿਵੇਂ ਭਾਈ ਫੌਜਾ ਸਿੰਘ, ਬੀਬੀ ਅਮਰਜੀਤ ਕੌਰ, ਹੋਰ ਵੀ ਬਹੁਤ ਸਿੰਘ ਹੋਏ ਨੇ ਜਿਨ੍ਹਾਂ ਨੇ ਇਸ ਬਾਣੇ ਨੂੰ ਭਾਈ ਰਣਧੀਰ ਸਿੰਘ ਦੀ ਜਿਹੜੀ ਇੱਕ ਪਰੰਪਰਾ ਉਹਨਾਂ ਨੇ ਬਣਾਈ ਹੋਈ ਸੀ, ਉਹਦੇ ਤਹਿਤ ਗਾਇਆ ਹੈ। ਸੋ ਮੈਨੂੰ ਜਦੋਂ ਇੱਕ ਵਾਰੀ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ, ਸ਼ਹੀਦ ਭਗਤ ਸਿੰਘ ਉਹਨਾਂ ਦੀ ਬਰਸੀ ਸੀ, ਅਤੇ ਮੇਰਾ ਪੇਪਰ ਸੀ ਭਾਈ ਰਣਧੀਰ ਸਿੰਘ ਦੇ, ਉਹਨਾਂ ਦੇ ਉੱਤੇ, ਭਗਤ ਸਿੰਘ ਉੱਤੇ, ਔਰ ਤਕਰੀਬਨ ਜਿੰਨੇ ਵੀ ਭਗਤ ਸਿੰਘ ਦੇ ਪਰਿਵਾਰ ਦੇ ਉੱਧਰ ਗਏ ਹੋਏ ਸੀ ਸਾਰੇ ਹੀ, ਡਾਕਟਰ ਜਗਮੋਹਨ ਹੁਣੀ ਔਰ ਸਾਰੇ ਕਹਿ ਲਓ, ਕਾਮਰੇਡ ਕਹਿ ਲਓ, ਹੋਰ ਮਤਲਬ ਕਾਫੀ ਲੋਕ ਉੱਧਰ ਗਏ ਹੋਏ ਸੀ। ਅਤੇ ਜਦੋਂ ਮੈਂ ਆਪਣਾ ਪੇਪਰ ਉੱਥੇ ਰੱਖਿਆ, ਇਹਨਾਂ ਦਾ ਆਪਣੀ ਤੌਰ 'ਤੇ ਪੇਪਰ ਪੜ੍ਹਨ ਦਾ ਤਰੀਕਾ ਸੀ, ਪਰ ਮੈਂ ਭਾਈ ਰਣਧੀਰ ਸਿੰਘ, ਕਿਉਂਕਿ ਸ਼ਹੀਦ ਭਗਤ ਸਿੰਘ ਜੀ ਨਾਲ ਜੇਲ੍ਹ 'ਚ ਰਹੇ ਸੀ, ਅਤੇ ਮੈਂ ਇਹ ਉਹਨਾਂ ਨੂੰ ਦੱਸਿਆ ਕਿ ਮੈਂ ਜੋ ਜੇਲ੍ਹ ਵਿੱਚ ਚਿੱਠੀਆਂ ਵਿੱਚ ਪੜ੍ਹਿਆ ਹੈ, ਕਿਉਂਕਿ ਜੇ ਇਹ ਬੁੱਕ ਹੁੰਦੀ ਹੋ ਸਕਦਾ ਮੈਨੂੰ ਇਸ ਵੱਧ ਮੈਂ ਦੱਸ ਸਕਦੀ, ਅਤੇ ਮੈਂ ਜਿਵੇਂ ਪੜ੍ਹਿਆ, ਜੇਲ੍ਹ ਚਿੱਠੀਆਂ ਪੜ੍ਹੀਆਂ, ਉਹਦੇ 'ਚ ਦੱਸਿਆ ਸੀ ਕਿ ਜਿਵੇਂ ਭਗਤ ਸਿੰਘ ਜੇਲ੍ਹ ਦੇ ਅੰਦਰ ਕੈਦ ਸੀ, ਅਤੇ ਕਿਵੇਂ ਭਾਈ ਰਣਧੀਰ ਸਿੰਘ ਜੀ ਬਾਹਰ ਸੈਰ ਕਰਦੇ ਹੁੰਦੇ ਸੀ, ਨਿਤਨੇਮ ਕਰਦੇ ਸੀ, ਸਿਮਰਨ ਕਰਦੇ ਸੀ, ਅਤੇ ਭਗਤ ਸਿੰਘ 'ਤੇ ਉਹਨਾਂ ਦਾ ਚੰਗਾ ਅਸਰ ਹੋਇਆ। ਅਤੇ ਭਗਤ ਸਿੰਘ ਜੀ ਨੇ ਇੱਕ ਵਾਰੀ ਮਤਲਬ ਉਹਨਾਂ ਨਾਲ, ਭਾਈ ਰਣਧੀਰ ਸਿੰਘ ਨਾਲ ਉਹਨਾਂ ਦੇ ਨਾਲ ਮਿਲਣੀ ਕੀਤੀ, ਅਤੇ ਉਹਨਾਂ ਦੇ ਜਿਹੜੇ ਆਖਰੀ ਉਹਨਾਂ ਦੇ ਨਾਲ ਮਤਲਬ ਸ਼ਬਦ ਸਨ, ਉਹ ਉਹਨਾਂ ਨੇ ਇਹ ਕਿਹਾ ਵੀ ਕਿ ਤੂੰ ਆਪਣਾ ਇੱਕ ਤਾਂ ਨਿਤਨੇਮ ਕਰਨਾ ਸ਼ੁਰੂ ਕਰ ਦੇ, ਜੇ ਉਹਨੂੰ ਪਤਾ ਚੱਲਿਆ ਕਿ 2-4 ਦਿਨ ਰਹਿ ਗਏ ਨੇ ਫਾਂਸੀ ਵਿੱਚ, ਸੋ ਇੱਕ ਤੂੰ ਇਹ ਆ ਵੀ ਗੁਰੂ ਨੂੰ ਯਾਦ ਕਰਿਆ ਕਰ, ਅਤੇ ਜੇਕਰ ਸਾਹਿਬਨ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ, ਇਹ ਜਿਹੜੀ ਫਾਂਸੀ ਆ ਨਾ, ਇਹ ਵੀ ਬੜੀ ਤੂੰ ਪਿਆਰ ਨਾਲ ਇਹਦਾ ਰੱਸਾ ਚੁੰਮ ਲੇਗਾ, ਔਰ ਕੇਸ ਰੱਖ ਲਾ। ਉਹ ਕਹਿੰਦੇ ਅੰਤ ਦੇ ਸਮੇਂ ਉਹਨੇ ਕੇਸ ਵੀ ਰੱਖੇ, ਔਰ ਭਾਈ ਸਾਹਿਬ ਦਾ ਹੁਕਮ ਮੰਨ ਕੇ ਉਹਨੇ ਕੇਸ ਵੀ ਰੱਖੇ ਔਰ ਪਾਠ ਵੀ ਕਰਨਾ ਸ਼ੁਰੂ ਕਰਤਾ, ਅਤੇ ਅੰਤਲੇ ਸਮੇਂ ਵਿੱਚ ਉਹਨੇ ਅਰਦਾਸ ਕੀਤੀ ਜਦੋਂ ਉਹ ਫਾਂਸੀ 'ਤੇ ਜਾ ਰਿਹਾ ਸੀ। ਸੋ ਜਦੋਂ ਮੈਂ ਇਹ ਮੁਸਲਮਾਨਾਂ ਵਿੱਚ ਜਾਂ ਆਪਣੇ ਸਿੱਖ ਭਰਾਵਾਂ 'ਚ ਇਹ ਗੱਲ ਕੀਤੀ ਉੱਠ ਕੇ, ਅਤੇ ਆਪਣੇ ਬੰਦੇ ਜਿਹੜੇ ਸੀ ਉਹ ਮੇਰੇ ਮਗਰ ਪੈ ਗਏ। ਉਹ ਕਹਿੰਦੇ ਵੀ ਤੁਸੀਂ ਇੱਦਾਂ ਕਿੱਥੇ ਪੜ੍ਹਿਆ, ਇਹ ਤਾਂ ਇੱਦਾਂ ਹੈ ਹੀ ਨਹੀਂ। ਸੋ ਇਹ ਸਾਡੇ ਵਾਸਤੇ ਇੱਕ ਸੁਰਸ ਜਾ ਗਿਆ, ਅਸੀਂ ਇਹਦੇ ਤੋਂ ਗੱਲ ਕਰ ਸਕਦੇ ਹਾਂ। ਮੈਂ ਤਾਂ ਪੜ੍ਹੀਆਂ ਸੀ ਜੇਲ੍ਹ ਚਿੱਠੀਆਂ, ਤਾਂ ਹੀ ਉਹਨਾਂ ਨੂੰ ਦੱਸਿਆ ਸੀ। ਸੋ ਆਪਣੀ ਗੱਲ ਜਿਹੜੀ ਮਨਵਾਉਣੀ ਹੁੰਦੀ ਹੈ ਨਾ, ਉਹ ਜੇ ਸਾਡੇ ਕੋਲ ਇੱਕ ਖੋਜ ਦੇ ਵਿਸ਼ੇ ਦੇ ਉੱਤੇ ਇੱਕ ਸਾਡੀ ਕੋਲ ਗੱਲ ਹੋਏਗੀ, ਹੁਣ ਇਹਨਾਂ ਨੇ ਨਵਾਂ ਥੀਸਿਸ ਕੀਤਾ, ਇਹਨਾਂ ਦੀ ਪੁਸਤਕ ਆਈ ਆ, ਤਾਂ ਅਸੀਂ ਵੱਧ ਮਨਾ ਸਕਦੇ ਹਾਂ। ਸੋ ਮੈਂ, ਉਹ ਕਹਿੰਦੇ ਸੀ ਕਿ ਅਸੀਂ ਟੋਪ ਵਾਲੀ ਇੱਥੇ ਫੋਟੋ ਲਾਉਣੀ ਹੈ ਭਗਤ ਸਿੰਘ ਦੀ, ਅਤੇ ਮੈਂ ਇੱਧਰੋਂ ਬਣਵਾ ਕੇ ਲੈ ਕੇ ਗਈ ਸੀ ਉਹਨਾਂ ਦੀ ਦਸਤਾਰ ਵਾਲੀ। ਸੋ ਅੱਜ ਵੀ ਦਿਆਲ ਸਿੰਘ ਰਿਸਰਚ ਐਂਡ ਕਲਚਰ ਫੋਰਮ 'ਚ ਉਹਨਾਂ ਦੀ ਉਹ ਫੋਟੋ ਲੱਗੀ ਹੋਈ ਆ, ਔਰ ਬਹੁਤ ਵੱਡੀ ਉਹਨਾਂ ਦੀ ਸ਼ਤਾਬਦੀ ਮਨਾਈ ਗਈ ਸੀ ਪਹਿਲੀ, ਅਤੇ ਨਾਲ ਹੀ ਉਹਨਾਂ ਦੇ ਜਿਹੜਾ ਉਹ ਹੈ ਇੱਕ ਉਹਨਾਂ ਦਾ ਏਰੀਆ, ਉਹਦੇ ਵਿੱਚ ਸ਼ਹੀਦ ਭਗਤ ਸਿੰਘ ਚੌਂਕ ਉਹਨਾਂ ਦਾ ਨਾਮ ਰੱਖਿਆ
ਰੱਖਿਆ ਗਿਆ ਸੀ। ਸੋ ਇਹ ਬਹੁਤ ਵੱਡੀਆਂ ਗੱਲਾਂ ਨੇ। ਮੈਂ ਫਿਰ ਇਹਨਾਂ ਨੂੰ ਵਧਾਈ ਦਿੰਦੀ ਹਾਂ ਕਿ ਇਹਨਾਂ ਨੇ ਬਹੁਤ ਵੱਡਾ ਖੋਜ ਕਾਰਜ ਕੀਤਾ ਵਾ, ਅਤੇ ਮੇਰੇ ਵਰਗਿਆਂ ਨੂੰ ਮੈਂ ਪ੍ਰੇਰਨਾ ਸਰੋਤ ਮੈਂ ਇਹਨੂੰ ਪੜ੍ਹਾਂਗੀ ਅਤੇ ਫਿਰ ਤੁਹਾਨੂੰ ਆਪਣੀਆਂ ਜਿਹੜੀਆਂ ਇਛਾਵਾਂ ਨੇ, ਆਪਣੀਆਂ ਗੱਲਾਂ ਨੇ ਉਹ ਭੇਜਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈ ਹੈ ਕਿ ਇਹ ਜਿਹੜਾ ਕੰਮ ਬੀਬਾ ਜੀ ਨੇ ਕੀਤਾ ਹੈ, ਇਹ ਆਉਣ ਵਾਲੀ ਪੀੜ੍ਹੀਆਂ ਲਈ ਵੀ ਇੱਕ ਚਾਨਣ ਮੁਨਾਰਾ ਰਹੇਗਾ। ਅਤੇ ਮੈਂ ਜਿਹੜੇ ਬੁਲਾਰਿਆਂ ਨੇ ਬੋਲਿਆ ਹੈ, ਬਰਾੜ ਸਾਹਿਬ ਨੇ ਬੋਲਿਆ ਹੈ, ਬੀਬੀ ਜੀ ਨੇ ਬੋਲਿਆ, ਉਸੇ ਸੰਦਰਭ ਦੇ ਵਿੱਚ ਅੱਗੇ ਗੱਲ ਕਰਨੀ ਚਾਹਾਂਗਾ ਕਿ ਇਹ ਜਿਹੜਾ ਕੰਮ, ਜਿਹੜਾ ਰਿਸਰਚ ਪੇਪਰ ਤੁਸੀਂ ਉਹਨੂੰ ਐਡਿਟ ਕਰਕੇ ਬੁੱਕ ਦੀ ਸ਼ੇਪ ਦਿੱਤੀ ਹੈ, ਇਹ ਹੁਣ ਪਬਲਿਕ ਦੇ ਵਿੱਚ ਜਾਏਗੀ ਅਤੇ ਪਬਲਿਕ ਦੇ ਵਿੱਚ ਇਹਦਾ ਇੰਪੈਕਟ ਹੋਏਗਾ। ਅਤੇ ਬਾਕੀ ਤਾਂ ਤੁਹਾਨੂੰ ਸਭ ਨੂੰ ਵਧਾਈ ਹੈ। ਜਥੇਦਾਰ ਸਾਹਿਬ ਬੈਠੇ ਆ, ਹੋਰ ਤੁਹਾਡੇ ਪ੍ਰੇਰਨਾ ਸਰੋਤ ਜਿੰਨੇ ਵੀ ਲੋਕ ਹੈਗੇ ਆ, ਉਹਨਾਂ ਸਾਰਿਆਂ ਨੂੰ ਵੀ ਮੈਂ ਇਹ ਬੇਨਤੀ ਕਰਾਂਗਾ ਕਿ ਅਸੀਂ ਸਾਰੇ ਰਲ ਮਿਲ ਕੇ ਜੋ ਸਿੱਖ ਜਗਤ ਦੇ ਵਿੱਚ ਜੋ ਕੰਟਰਡਿਕਸ਼ਨਸ ਮੱਚੀਆਂ ਹੋਈਆਂ ਹੈਗੀਆਂ, ਉਹਨਾਂ ਨੂੰ ਆਪਾਂ ਰਿਜ਼ੋਲਵ ਕਰੀਏ, ਤਾਂ ਕਿ ਆਉਣ ਵਾਲੇ ਜਿਹੜੇ ਬੱਚੇ ਹੈਗੇ ਆ, ਜਿਨ੍ਹਾਂ ਨੇ ਇਸ ਟਾਰਚ ਬੀਅਰਰਸ ਜਿਹੜੇ ਹੈਗੇ ਆ, ਜਿਨ੍ਹਾਂ ਨੇ ਇਸ ਟਾਰਚ ਨੂੰ ਅੱਗੇ ਲੈ ਕੇ ਚੱਲਣਾ ਹੈ, ਅਤੇ ਉਹ ਜਿਹੜੀਆਂ ਹੈਗੀਆਂ ਸੁਚੱਜੇ ਤਰੀਕੇ ਦੇ ਨਾਲ ਸਾਡੀ ਜਿਹੜੀ ਗਲੋਬਲ ਜਿਵੇਂ ਰਿਸਪੈਕਟ ਦੀ ਗੱਲ ਕੀਤੀ ਹੈ ਡਾਕਟਰ ਸਾਹਿਬ ਨੇ, ਉਹ ਰਿਸਪੈਕਟ ਜਿਹੜੀ ਹੈ ਸਾਡੀ ਬਰਕਰਾਰ ਰਹੇ, ਅਤੇ ਉਹ ਹੋਰ ਦਿਨ ਦੂਣੀ ਰਾਤ ਚੌਗਣੀ ਸਾਡੀ ਜਿਹੜੀ ਹੈ ਸ਼ਾਨ ਪੰਥ ਦੀ ਵਧੇ। ਇਹਦੇ ਲਈ ਮੈਂ ਅਰਦਾਸ ਕਰਦਾ, ਅਤੇ ਮਹਾਰਾਜ ਅੱਗੇ ਅਰਦਾਸ ਬੇਨਤੀ ਹੈ ਕਿ ਤੁਹਾਨੂੰ ਸਮਰੱਥਾ ਬਖਸ਼ੇ ਅਤੇ ਤੁਸੀਂ ਹੋਰ ਕੰਮ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਉਜਾਗਰ ਸਿੰਘ ਉਹਨਾਂ ਨੂੰ ਕਹਿਣਾ, ਇਹਨਾਂ ਨੇ ਚਾਹੇ ਵਿਸ਼ੇਸ਼ ਮਹਿਮਾਨ ਹਨ ਸਾਡੇ ਅੱਜ, ਅਤੇ ਇਹਨਾਂ ਨੇ ਵੀ ਜ਼ਰੂਰ ਤੁਸੀਂ ਕੁਝ ਕਿਹੋ, ਪਰ ਮੈਂ ਨਾ ਇੱਕ ਦੋ ਨੁਕਤੇ ਤੁਹਾਡੇ ਸਨਮੁਖ ਰੱਖਣਾ ਚਾਹੁੰਦਾ। ਇੱਕ ਤਾਂ ਬਰਾੜ ਸਾਹਿਬ ਨੇ ਜਿਹੜੀ ਗੱਲ ਕਹੀ ਸੀ, ਅਤੇ ਇੱਕ ਦੋ ਮੈਂ ਨਾ ਕਿਤਾਬ ਕਿਉਂਕਿ ਮੈਂ ਪੜ੍ਹੀ, ਅਤੇ ਮੈਂ ਦੋ ਨੁਕਤੇ ਬੀਬਾ ਜੀ ਤੁਹਾਡੇ ਸਾਹਮਣੇ ਵੀ ਤੁਸੀਂ ਜਦੋਂ ਬੋਲੋਗੇ, ਅਤੇ ਬਾਕੀ ਬੁਲਾਰੇ ਵੀ ਜਿਹੜੇ ਆ ਉਹਨਾਂ 'ਤੇ ਜੇ ਉਹ ਕੋਈ ਆਪਣੀ ਰਾਏ ਦੇ ਸਕਣ। ਅਤੇ ਪਹਿਲੀ ਗੱਲ ਤਾਂ ਇਹ ਹੈ, ਬਰਾੜ ਸਾਹਿਬ ਜਿਹੜਾ ਤੁਸੀਂ ਗੱਲ ਕਹਿ ਰਹੇ ਸੀਗੇ ਕਿ ਧਰਮ ਮੁੱਖ ਤੌਰ 'ਤੇ ਵਿਸ਼ਵਾਸ ਦਾ ਜਿਹੜਾ ਖੇਤਰ ਹੈ, ਅਤੇ ਤਰਕ ਜਾਂ ਦਲੀਲ ਦਾ ਨਹੀਂ। ਮੈਨੂੰ ਲੱਗਦਾ ਕਿ ਆਪਾਂ ਇਸ ਤਰ੍ਹਾਂ ਜਦੋਂ ਗੱਲ ਕਰਦੇ ਹਾਂ ਨਾ ਜੀ, ਉਹ ਆਪਾਂ ਧਰਮ ਦੇ ਦਾਇਰੇ ਨੂੰ ਬਹੁਤ ਸੀਮਿਤ ਕਰ ਦਿੰਦੇ ਹਾਂ। ਉਹਦਾ ਸਪਿਰਿਚੁਅਲ ਜਿਸ ਨੂੰ ਆਪਾਂ ਕਹਿੰਦੇ ਨਾ ਅਧਿਆਤਮ, ਅਤੇ ਉਹੀ ਹੈ ਜੋ ਤੁਸੀਂ ਕਹਿ ਰਹੇ ਹੋ। ਉਹਦੇ ਵਿੱਚ ਅਨੁਭਵ ਦੀ ਗੱਲ ਹੀ ਹੈ, ਉਹਦੇ ਵਿੱਚ ਭਰੋਸੇ ਦੀ ਗੱਲ ਹੈ, ਉਹਦੇ 'ਚ ਵਿਸ਼ਵਾਸ ਦੀ ਗੱਲ ਹੈ, ਉਹਦੇ 'ਚ ਤਰਕ ਨਹੀਂ ਹੁੰਦਾ। ਪਰ ਧਰਮ ਨੂੰ ਆਪਾਂ ਸਿਰਫ ਅਤੇ ਸਿਰਫ ਅਧਿਆਤਮ ਤੱਕ ਸੀਮਿਤ ਨਹੀਂ ਕਰਦੇ। ਅਧਿਆਤਮਿਕ ਸਰੋਤ ਹੈ, ਪਰ ਉਸ ਤੋਂ ਅੱਗੇ ਉਹ ਜਿਸ ਤਰ੍ਹਾਂ ਉਸ ਨੇ ਵਿਚਰਨਾ ਹੈ ਮਨੁੱਖੀ ਜੀਵਨ ਵਿੱਚ ਔਰ ਸਮਾਜਿਕ ਵਰਤਾਰਾ ਹੈ, ਉਹਦੇ ਵਿੱਚ ਤਰਕ ਬਿਨਾਂ ਗੱਲ ਨਹੀਂ ਬਣਦੀ। ਉਹਦੇ ਵਿੱਚ ਤੁਹਾਨੂੰ ਦਲੀਲ, ਅਕਲ ਉਹ ਲਾਜ਼ਮ ਹੈ। ਔਰ ਇਹ ਗੁਰੂ ਸਾਹਿਬ ਨੇ ਵੀ ਇੰਝ ਹੀ ਕੀਤਾ ਹੈ। ਉਹਨਾਂ ਵਰਤਾਰਿਆਂ ਦੇ ਵਿੱਚ ਇਹ ਜਿਸ ਨੂੰ ਜੀ ਹੋਸ਼ ਗੱਲ ਕਰਨ ਦੀ ਜਿਹੜੀ ਹੈ, ਉਹਨੂੰ ਪ੍ਰਵਾਨ ਕੀਤਾ ਹੋਇਆ। ਦੂਸਰੀ ਗੱਲ ਇਹ ਹੈ ਕਿ ਜਦੋਂ ਅਸੀਂ ਖੋਜ ਕਰਦੇ ਹਾਂ ਆਪਾਂ ਜਾਂ ਪੁਸਤਕ ਲਿਖਦੇ ਹਾਂ, ਉਹਦੇ ਵਿੱਚ ਜੇ ਦਲੀਲ ਨਹੀਂ ਹੈ ਤਾਂ ਖੋਜ ਨਿਰਰਥ ਹੋ ਜਾਂਦੀ ਹੈ। ਯਾਨੀ ਕਿ ਖੋਜ ਦਾ ਕੰਮ ਹੀ ਦਲੀਲ 'ਤੇ ਆਧਾਰਿਤ ਹੈ। ਜੇ ਆਪਾਂ ਉਹਦੇ ਵਿੱਚ ਦਲੀਲ ਨਹੀਂ ਲਿਆਵਾਂਗੇ, ਜਿਸ ਤਰ੍ਹਾਂ ਤੁਸੀਂ ਦੇਖੋ ਕਿ ਇਹਨਾਂ ਨੇ ਬੀਬਾ ਜੀ ਨੇ ਆਪਣੀ ਪੁਸਤਕ 'ਚ ਇਹ ਗੱਲ ਕੀਤੀ ਹੋਈ ਹੈ ਕਿ ਭਾਈ ਰਣਧੀਰ ਸਿੰਘ ਹੋਣੀ ਆਪਣੀ ਗੱਲ ਬਾਦਲੀਲ ਕਹਿੰਦੇ ਹੁੰਦੇ ਸੀ, ਆਰਗੂਮੈਂਟ ਨਾਲ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਸੀ। ਜਿਹੜੀਆਂ ਦਲੀਲਾਂ ਚੱਲਦੀਆਂ ਸੀ ਉਹਨਾਂ ਦੇ ਵਿੱਚ ਉਹ ਆਪਣਾ ਪੱਖ ਬਾਦਲੀਲ ਪੇਸ਼ ਕਰਦੇ ਹੁੰਦੇ ਸੀਗੇ। ਅਤੇ ਜੇ ਉਹ ਬਾਦਲੀਲ ਗੱਲ ਕਰਕੇ ਆਪਣੀ ਗੱਲ ਨੂੰ ਤੁਸੀਂ ਸਥਾਪਿਤ ਨਹੀਂ ਕਰ ਸਕਦੇ, ਅਤੇ ਕੋਈ ਵੀ ਪੁਸਤਕ ਜਾਂ ਕੋਈ ਵੀ ਖੋਜ ਜਿਹੜੀ ਹੈ ਉਹ ਨਿਰਰਥ ਹੋ ਜਾਏਗੀ, ਉਹਦਾ ਤਾਂ ਗੱਲ ਖਤਮ ਹੋ ਜਾਂਦੀ। ਸੋ ਇੱਕ ਤਾਂ ਮੈਂ ਨੁਕਤਾ ਇਹ ਸੀ ਜਿਹੜਾ ਬੀਬਾ ਜੀ ਜਦੋਂ ਬੋਲਣਗੇ ਉਜਾਗਰ ਸਿੰਘ ਜਾਂ ਸਿੰਘ ਸਾਹਿਬ, ਜਿਸ ਤਰ੍ਹਾਂ ਇਹਨਾਂ ਨੂੰ ਉਚਿਤ ਲੱਗੇ ਗੱਲ ਕਰਨ। ਦੂਸਰੀ ਬੀਬਾ ਜੀ ਮੈਨੂੰ ਨਾ ਇੱਕ ਦੋ ਗੱਲਾਂ ਦੇਖੋ, ਪੁਸਤਕ ਦੀ ਆਮ ਤੌਰ 'ਤੇ ਨਾ ਤਾਰੀਫ ਕੀਤੀ ਜਾਂਦੀ ਔਰ ਤਾਰੀਫ ਕਰਨੀ ਵੀ ਬਣਦੀ, ਤੁਸੀਂ ਬਹੁਤ ਉਦਮ ਕੀਤਾ, ਪਰ ਮੈਨੂੰ ਲੱਗਾ ਵੀ ਤੁਸੀਂ ਇਹ ਇੱਕ ਸਾਡੀ ਸਾਰਿਆਂ ਦੀ ਹੀ ਬੜੀ ਪ੍ਰੋਬਲਮ ਹੈ। ਮੈਂ ਪੰਜਾਬੀ ਦੇ ਵਿੱਚ ਪੁਸਤਕਾਂ ਮੈਂ ਦੇਖੀਆਂ, ਹਿੰਦੁਸਤਾਨ ਦੇ ਵਿੱਚ ਜਦੋਂ ਅਸੀਂ ਪੁਸਤਕ ਛਪਾਉਂਦੇ ਹਾਂ ਨਾ, ਅਸੀਂ ਬੜੀ ਅਣਗਹਿਲੀ ਵਰਤ ਜਾਂਦੇ। ਇੰਨੀਆਂ ਬੀਬਾ ਜੀ ਇੰਨੀਆਂ ਇਹਦੀਆਂ ਗਲਤੀਆਂ ਨੇ ਇਹਦੇ ਵਿੱਚ, ਤੁਹਾਡੀਆਂ ਸਪੈਲਿੰਗ ਮਿਸਟੇਕਸ,
ਉਹੀ ਲਫ਼ਜ਼ ਇੱਕ ਫਿਕਰੇ 'ਚ ਹੋਰ ਢੰਗ ਨਾਲ ਲਿਖਿਆ, ਉਸੇ 2 ਫਿਕਰਿਆਂ ਬਾਅਦ ਉਹ ਸਪੈਲਿੰਗ ਹੋਰ ਨੇ। ਵੀ ਆਪਾਂ ਕਿਉਂ ਇਸ ਤਰ੍ਹਾਂ ਕਰਦੇ ਹਾਂ? ਮਤਲਬ ਆਫਟਰ ਆਲ ਤੁਹਾਡਾ PhD ਦਾ ਥੀਸਿਸ ਹੈ। ਮੈਂ ਇਹਦੇ ਬਾਰੇ ਕਲੀਅਰ ਕਰ ਨਾ ਤੁਸੀਂ ਕਰਿਓ ਨਾ, ਮੈਂ ਤਾਂ ਹੀ ਤੁਹਾਡੇ ਸਾਹਮਣੇ ਮੈਂ ਬੀਬਾ ਜੀ ਇਹ ਨਹੀਂ ਕਿ ਮੈਂ ਤੁਹਾਡਾ ਕਸੂਰ ਕੱਢਿਆ, ਸਾਰਿਆਂ ਦੀ ਆਲਮ ਸਾਡੀ ਇੱਥੇ ਇਸ ਖਿੱਤੇ ਦੇ ਵਿੱਚ ਜਦੋਂ ਅਸੀਂ ਪੁਸਤਕਾਂ ਛਪਾਉਂਦੇ ਆ ਨਾ, ਮਤਲਬ ਉਹ ਛਪਾਈ ਦੇ ਵਿੱਚ ਔਰ ਸਪੈਲਿੰਗਸ ਬਾਰੇ ਔਰ ਵਾਕ ਬਣਤਰ ਬਾਰੇ ਜਿੰਨਾ ਸਾਨੂੰ ਧਿਆਨ ਦੇਣ ਦੀ ਲੋੜ ਹੈ ਉਹਨਾਂ ਕਿਉਂ ਨਹੀਂ ਅਸੀਂ ਦਿੰਦੇ? ਕਿ ਜਿਹੜੀ ਆਫਟਰ ਆਲ ਜੇ ਵੈਸਟ ਦੀਆਂ ਪੁਸਤਕਾਂ ਆਪਾਂ ਪੜ੍ਹਦੇ ਹਾਂ ਜਿਹੜੀਆਂ ਆਉਂਦੀਆਂ, ਉਹਨਾਂ 'ਚ ਤੁਸੀਂ ਦੇਖੋ ਕਿ ਦੇ ਆਰ ਵੈਰੀ ਪਰਟੀਕੂਲਰ ਅਬਾਊਟ ਸਪੈਲਿੰਗਸ ਐਂਡ ਕੰਸਟਰਕਸ਼ਨ ਆਫ ਦੀ ਸੈਂਟੈਂਸ। ਉਹਨਾਂ ਦੀ ਸ਼ੈਲੀ ਜਿਹੜੀ ਆ ਨਾ ਉਹ ਲਗਾਤਾਰਤਾ ਹੁੰਦੀ ਹੈ। ਇਹ ਪ੍ਰਭਾਵ ਇਹ ਬਣਦਾ ਹੈ ਕਿ ਤੁਸੀਂ ਜਿੱਥੋਂ ਚੀਜ਼ ਲਈ ਹੈ ਉਹ ਹੋਰ ਤਰ੍ਹਾਂ ਦੀ, ਦੂਸਰੇ ਪੈਰੇ 'ਚ ਹੋਰ ਤਰ੍ਹਾਂ ਦੀ ਲੈ ਰਹੀ, ਉਹ ਸ਼ੈਲੀ ਵੀ ਵੱਖਰੀ, ਉਹਨਾਂ 'ਚ ਅਣਜੋੜਤਾ ਜੀ ਆ ਜਾਂਦੀ ਹੈ। ਇੱਕ ਨਿੱਕਾ ਜਿਹਾ ਨੁਕਤਾ ਹੋਰ ਬੀਬਾ ਜੀ ਤੁਸੀਂ ਗੱਲ ਕਰੋਗੇ, ਉਹ ਇਹ ਹੈ ਕਿ ਤੁਸੀਂ ਭਾਈ ਰਣਧੀਰ ਸਿੰਘ ਦੀ ਸ਼ਖਸੀਅਤ ਤੇ ਅਸੀਂ ਸਾਰੇ ਹੀ ਨਮੋ ਕਰਦੇ ਹਾਂ, ਉਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਕੋਈ, ਕਿ ਉਹ ਤੇ ਇਹਨੇ ਵੇ ਸਾਡੇ ਵਾਸਤੇ ਤੇ ਬਹੁਤ ਹੀ ਸਤਿਕਾਰਯੋਗ ਜਿਹੜੀ ਸ਼ਖਸੀਅਤ ਹੈ। ਉਹਨਾਂ ਦੀ ਆਪਣੀ ਸਮਝ ਬਾਰੇ, ਆਪਣੀ ਘਾਲ ਕਮਾਈ ਬਾਰੇ, ਉਹਨਾਂ ਦੀ ਸਮਾਜਿਕ ਦੇਣ, ਉਹਨਾਂ ਦੀ ਰਾਜਨੀਤੀ ਘੋਲ ਦੇ ਵਿੱਚ ਉਹਨਾਂ ਦੇ ਪਾਰਟੀਸਪੇਟ ਜੋ ਉਹਨਾਂ ਨੇ ਕੀਤਾ, ਜੋ ਸਾਹਿਤ ਉਹਨਾਂ ਨੇ ਸਿਰਜਿਆ, ਉਸ ਪ੍ਰਤੀ ਤੇ ਸਾਡੀ ਸਾਰਿਆਂ ਦੀ ਸਤਿਕਾਰ ਨਾਲ ਸਿਰ ਨਿਉਂਦਾ ਹੀ ਨਿਉਂਦਾ। ਪਰ ਜਦੋਂ ਤੁਸੀਂ ਖੋਜ ਕਾਰਜ ਕਰਦੇ ਹੋ ਨਾ, ਸਿਰਫ ਤੇ ਸਿਰਫ ਉਹਨਾਂ ਦੀ ਵਿਚਾਰ ਨੂੰ ਤੁਸੀਂ ਦੇ ਦਿੰਦੇ ਹੋ ਅਤੇ ਉਹਨਾਂ ਦੇ ਉੱਪਰ ਆਪਣੀ ਖੋਜਕਰਤਾ ਦਾ ਆਪਣਾ ਤੁਹਾਡਾ ਕੀ ਵਿਚਾਰ ਹੈ, ਤੁਹਾਡੀ ਆਪਣੀ ਟਿੱਪਣੀ ਕੀ ਹੈ, ਉਹ ਬਿਲਕੁਲ ਨਾਦਾਰਦ ਹੈ। ਯਾਨੀ ਕਿ ਮੈਂ ਇਹ ਸਮਝਦਾ ਹਾਂ ਕਿ ਜਦੋਂ ਖੋਜ ਕਰਤਾ ਹੈ ਨਾ, ਉਹਦਾ ਇੱਕ ਪਰਸਪੈਕਟਿਵ ਹੁੰਦਾ। ਉਹਨੇ ਇੱਕ ਪਰਸਪੈਕਟਿਵ, ਭਾਈ ਰਣਧੀਰ ਸਿੰਘ ਦਾ ਸਾਡੇ ਕੋਲ ਹੈਗੀਆਂ ਪੁਸਤਕਾਂ ਹੈਗੀਆਂ, ਇਸ ਤੋਂ ਪਹਿਲਾਂ PhD ਵੀ ਹੋ ਚੁੱਕੀਆਂ, MPhil ਥੀਸਿਸ ਵੀ ਹੋ ਚੁੱਕੇ, ਆਪਾਂ ਨੂੰ ਪਤਾ ਹੈ, ਉਹਨਾਂ ਬਾਰੇ ਜਾਣਕਾਰੀ ਵੀ ਹੈਗੀ ਹੈ। ਪਰ ਜਦੋਂ ਖੋਜਕਰਤਾ ਨੇ ਗੱਲ ਕਹਿਣੀ ਹੁੰਦੀ ਹੈ ਤਾਂ ਉਹਨੇ ਆਪਣੇ ਪਰਸਪੈਕਟਿਵ ਤੋਂ ਆਪਣੀ ਛਾਪ ਵੀ ਉੱਤੇ ਛੱਡਣੀ ਹੁੰਦੀ ਹੈ ਲਿਖਤ ਦੇ ਉੱਪਰ। ਉਹ ਕਈ ਥਾਵਾਂ 'ਤੇ ਮੈਂ ਪੁਸਤਕ ਕਿਉਂਕਿ ਸਾਰੀ ਧਿਆਨ ਨਾਲ ਪੜ੍ਹੀ, ਡਾਕਟਰ ਬਲਕਾਰ ਸਿੰਘ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਇਹ ਗੱਲ ਕਰਨੀ ਹੈ, ਚਾਹੇ ਸਟੇਜ ਦੀ ਹੋਈ, ਹਾਂ ਮੈਨੂੰ ਜ਼ਿੰਮੇਵਾਰੀ ਸੌਂਪੀ। ਪਰ ਜਦੋਂ ਮੈਂ ਪੁਸਤਕ ਪੜ੍ਹ ਲਈ ਤਾਂ ਮੈਨੂੰ ਲੱਗਿਆ ਵੀ ਇਹ ਕੁਝ ਗੱਲਾਂ ਜਿਹੜੀਆਂ ਹੈ ਇਹ ਤੁਹਾਡੇ ਸਾਰਿਆਂ ਦੇ ਸਨਮੁਖ ਜ਼ਰੂਰ ਲਿਆਂਦੀਆਂ ਜਾਣ ਅਤੇ ਬੀਬਾ ਜੀ ਇਹਨੂੰ ਕਿਸ ਤਰ੍ਹਾਂ ਦੇਖਦੇ ਹੈ। ਹੋ ਸਕਦਾ ਕਿ ਮੇਰੀ ਰੀਡਿੰਗ ਗਲਤ ਹੋਵੇ, ਪਰ ਮੈਨੂੰ ਲੱਗਿਆ ਕਿ ਤੁਸੀਂ ਆਪਣੀ ਛਾਪ ਬੀਬਾ ਜੀ ਉਹ ਜਿਹੜੀ ਹੋਣੀ ਚਾਹੀਦੀ ਹੈ ਖੋਜਾਰਥੀ ਦੀ, ਉਹ ਨੁਮਾਇਆ ਰੂਪ 'ਚ ਨਹੀਂ, 1-2 ਥਾਵਾਂ 'ਤੇ ਹੈਗੀ ਹੈ ਮੈਨੂੰ ਪਤਾ, ਪਰ ਨੁਮਾਇਆ ਰੂਪ 'ਚ ਆਉਣੀ ਚਾਹੀਦੀ ਹੈ ਕਿ ਇਹ ਥੀਸਿਸ ਤੁਹਾਡਾ ਪਰਸਪੈਕਟਿਵ ਹੈ, ਤੁਹਾਡੀ ਖੋਜ ਹੈ। ਉਹ ਛਾਪ ਮੈਨੂੰ ਨਜ਼ਰ ਨਹੀਂ ਆਈ। ਸੋ ਮੈਂ ਇਹ 2 ਟਿੱਪਣੀਆਂ ਇਸ ਕਰਕੇ ਦੇਣਾ ਚਾਹੁੰਦਾ ਸੀ ਤਾਂ ਜੋ ਇਹ ਜਿਹੜੀ ਅੱਗੇ ਗੱਲ ਹੋਣੀ ਹੈ ਉਹ ਥੋੜ੍ਹੀ ਜਿਹੀ ਸਕਾਰਥਾ ਜੀ ਹੋ ਜਾਏ। ਸਿਰਫ ਆਪਾਂ ਤਾਰੀਫ ਹੀ ਨਾ ਕਰੀ ਜਾਈਏ। ਜਦੋਂ ਖੋਜ ਦਾ ਕਾਰਜ ਹੈ ਤੇ ਉਹਦੇ ਬਾਰੇ ਕੁਝ ਇਸ ਤਰ੍ਹਾਂ ਦੇ ਪੱਖ ਵੀ ਧਿਆਨ ਵਿੱਚ ਰੱਖ ਲਏ ਜਾਣ। ਗੁਸਤਾਖੀ ਮਾਫ਼ ਪ੍ਰਧਾਨ ਜੀ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜਥੇਦਾਰ ਸਾਹਿਬ ਡਾਕਟਰ ਬਲਕਾਰ ਸਿੰਘ ਜੀ, ਬਾਕੀ ਸਾਰੇ ਮੇਰੇ ਲਈ ਤਾਂ ਵਿਦਵਾਨ ਨੇ, ਕਿਉਂਕਿ ਸਾਡਾ ਇਹਨਾਂ ਦਾ ਅਕੈਡਮਿਸ਼ਨ ਦਾ ਫੀਲਡ ਹੋਰ ਹੈ ਅਤੇ ਸਾਡਾ ਹੋਰ ਹੈ। ਬੜੇ ਵਿਦਵਾਨ ਨੇ, ਮੈਨੂੰ ਇਸ ਗੱਲ ਦਾ ਮਾਣ ਹੈ ਕਿ ਤੁਸੀਂ ਵਿਦਵਾਨਾਂ ਵਿੱਚ ਬੋਲਣ ਦਾ ਮੌਕਾ ਮਿਲਿਆ। ਡਾਕਟਰ ਕੇਰ ਸਿੰਘ ਨੇ ਕੁਛ ਚਿੰਤਾਵਾਂ ਪ੍ਰਗਟ ਕੀਤੀਆਂ ਨੇ, ਉਹ ਬਹੁਤ ਜਾਇਜ਼ ਨੇ। ਉਹਦੇ ਵਿੱਚ ਮੈਂ ਸਮਝਦਾ ਅਸੀਂ ਵੀ ਜ਼ਿੰਮੇਵਾਰ ਹਾਂ। ਜਿਵੇਂ ਪ੍ਰਣਾਲੀ ਦੀ ਗੱਲ ਕਰਦੇ ਨਾ, ਜਿਹੜੀ ਪ੍ਰਣਾਲੀ ਦਾ ਪੰਜਾਬ ਭੁਗਤ ਰਿਹਾ ਵੀਕਨੈਸਿਸ ਨੇ, ਗਲਤੀਆਂ ਨੇ, ਉਹੀ ਪ੍ਰਣਾਲੀ ਇਹਦੇ ਵਿੱਚ ਹੈ। ਉਹੀ ਸਾਡੇ ਗਾਈਡ, ਉਹੀ ਸਾਡੇ ਟੀਚਰ, ਉਹੀ ਸਾਡੇ ਜਿਨ੍ਹਾਂ ਨੇ ਸਾਨੂੰ ਇਹ PhD ਡਿਗਰੀ ਦੇਣੀ ਹੈ, ਉਹੀ ਇਸ ਗੱਲ ਦੇ ਨਾਲ ਜ਼ਿੰਮੇਵਾਰ ਨੇ, ਇਕੱਲਾ ਖੋਜਾਰਥੀ ਨਹੀਂ। ਮੈਂ ਮਾफ़ੀ ਚਾਹਾਂਗਾ ਕਿਉਂਕਿ ਟੀਚਰ ਸਾਹਿਬਾਨ ਬੈਠੇ ਨੇ, ਕਿਉਂਕਿ ਜੇ ਉਹ ਪ੍ਰੋਪਰ ਗਾਈਡ, ਹਰ ਬੰਦਾ ਜਿਹੜਾ ਟੀਚਰ ਹੈ ਜਾਂ ਗਾਈਡ ਹੈ ਉਹ ਕਹਿੰਦਾ ਵੀ ਮੇਰੀ ਛਾਪ ਹੋਵੇ ਇਹਦੇ 'ਤੇ, ਜਿਵੇਂ ਮੈਂ ਕਹਿਣਾ ਉਹ ਕਰ। ਜੇ ਇੱਕ ਖੋਜਾਰਥੀ ਲਿਖ ਕੇ ਲਿਆਉਂਦਾ ਖੋਜ ਕਰਕੇ ਨਾ, ਜਿਹੜੇ ਟੀਚਰ ਨੇ ਉਹਨੂੰ ਫੇਰ ਕਹਿੰਦੇ ਨਹੀਂ ਚਾਹੇ ਠੀਕ ਹੈ ਹੋਵੇ, ਨਹੀਂ ਦੁਬਾਰਾ ਲਿਖ ਕੇ ਲਿਆਓ। ਮਾफ़ ਕਰਨਾ ਮੈਂ ਜਿਹੜੀਆਂ ਗੱਲਾਂ ਕਹਿ ਰਿਹਾ। ਵੈਸੇ ਮੈਂ ਬਹੁਤੀ ਕੋਈ ਹੋਰ ਗੱਲ ਨਹੀਂ ਕਰਨੀ। ਮੈਂ ਤਾਂ ਸਾਡੇ ਜਿਹੜੇ ਰੂਹੇ ਰਵਾਨ ਨੇ ਭਾਈ ਸਾਹਿਬ, ਭਾਈ ਜੈ ਤੇਗ ਸਿੰਘ ਅਨੰਤ, ਜੁਝਾਰ ਸਿੰਘ, ਜਿਹੜੇ ਉਹ ਬੇਸਿਕਲੀ ਤਾਂ
ਫੋਟੋ ਪੱਤਰਕਾਰ ਸੀ, ਪਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ, ਮੈਂ ਉਹਨਾਂ ਨੂੰ ਬੜੀ ਦੇਰ ਤੋਂ ਜਾਣਦਾ ਜਦੋਂ ਉਹ ਸਰਕਾਰੀ ਨੌਕਰੀ ਵਿੱਚ ਹੁੰਦੇ ਸੀ, ਕਿਉਂਕਿ ਉਹਨਾਂ ਦੀ ਜਿਹੜੀ ਸੋਚ ਆ ਨਾ, ਉਹ ਸਿੱਖੀ ਸੋਚ ਨੂੰ ਪ੍ਰਣਾਈ ਹੋਈ ਹੈ। ਉਹਨਾਂ ਨੇ ਆਪਣੇ ਫਾਦਰ ਤੋਂ, ਭਾਈ ਹਰਚਰਨ ਸਿੰਘ ਤੋਂ, ਭਾਈ ਹਰਚਰਨ ਸਿੰਘ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਤੋਂ, ਉਹ ਇਸ ਪਾਸੇ ਲੱਗੇ ਹੋਏ ਨੇ। ਮੈਨੂੰ ਇਸ ਗੱਲ ਦੀ ਖੁਸ਼ੀ ਹੈ, 2 ਦਰਜਨ ਦੇ ਕਰੀਬ ਪੁਸਤਕਾਂ ਉਹ ਵਿਦਵਾਨ ਇਸ ਫੀਲਡ ਦੇ ਨਾ ਹੋਣ ਦੇ ਬਾਵਜੂਦ ਵੀ ਦੇ ਬੈਠੇ ਨੇ। ਉਹਨਾਂ ਦਾ ਸੰਦੇਸ਼ ਹੈ, ਮੈਂ ਤਾਂ ਸਿਰਫ ਉਹ ਸੰਦੇਸ਼ ਪੜ੍ਹਨਾ ਜੀ, ਮਾफ़ ਕਰਨਾ ਕਿਉਂਕਿ ਹੈ ਥੋੜ੍ਹਾ ਜਿਹਾ 1 ਪੇਜ ਦਾ ਟਾਈਮ ਲੱਗੇਗਾ, ਕਿਉਂਕਿ ਜਿਵੇਂ ਉਹਨਾਂ ਨੇ ਕਿਹਾ ਉਸ ਤਰ੍ਹਾਂ ਮੈਂ ਜ਼ਰੂਰ ਪੜ੍ਹਨਾ। ਅੱਜ ਦਾ ਵਿਸ਼ੇਸ਼ ਸਮਾਗਮ ਪੰਥ ਦੀ ਮਾਇਆ ਹਸਤੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਵੱਲੋਂ ਆਂਧਰਾ ਦੀ ਰਾਜਮੁੰਦਰੀ ਜੇਲ੍ਹ ਵਿੱਚ ਜੇਲ੍ਹ ਚਿੱਠੀਆਂ ਦਾ ਆਗਾਜ਼ 19 ਮਾਰਚ ਨੂੰ ਲਿਖੀ ਪਹਿਲੀ ਚਿੱਠੀ ਨਾਲ ਕੀਤਾ ਸੀ। ਇਸੇ ਤਰ੍ਹਾਂ ਉਹਨਾਂ ਵੱਲੋਂ ਗੁਰਮਤਿ ਵਿਵੇਕ ਪੁਸਤਕ ਦੀ ਰਚਨਾ ਵੀ ਇਸ ਸਮੇਂ ਕੀਤੀ। ਇਸ ਤਰ੍ਹਾਂ ਇਸ ਮਹੀਨੇ ਦੀ ਵਿਸ਼ੇਸ਼ਤਾ ਜੇਲ੍ਹ ਚਿੱਠੀਆਂ ਪੁਸਤਕ ਦੀ ਆਰੰਭਤਾ ਦਾ ਸ਼ਤਾਬਦੀ ਸਾਲ ਹੈ। ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਇਸ ਪਹਿਲੀ ਸ਼ਤਾਬਦੀ ਮਹੀਨੇ ਸਾਡੀ ਇੱਕ ਸਕਾਲਰ ਬੀਬੀ ਖੋਜਾਰਥੀ ਜਸਵਿੰਦਰ ਕੌਰ ਢਿੱਲੋਂ ਦੀ ਪੁਸਤਕ ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਗੁਰਮਤਿ ਚਿੰਤਨ ਸਿਧਾਂਤਕ ਤੇ ਇਤਿਹਾਸਕ ਪਰਿਪੇਖ ਸੰਗਤ ਅਰਪਣ ਕੀਤਾ ਜਾ ਰਿਹਾ ਹੈ। ਇਹ ਵੀ ਮਾਣ ਹੈ ਕਿ ਇਹ ਜਿਹੜਾ ਹੈ ਸੰਗਤ ਅਰਪਣ ਜਥੇਦਾਰ ਸਾਹਿਬ ਕਰ ਰਹੇ ਨੇ, ਜਿਹੜੇ ਅਕਾਲ ਤਖਤ ਦੇ ਜਥੇਦਾਰ ਰਹੇ ਨੇ। ਅੱਜ ਦਾ ਸਮਾਗਮ ਨਾਮਵਰ ਵਿਦਵਾਨ ਡਾਕਟਰ ਬਲਕਾਰ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਦੇ ਵਿਹੜੇ ਵਿੱਚ ਉਹਨਾਂ ਵੱਲੋਂ ਦਿੱਤੇ ਨਿੱਘੇ ਸਹਿਯੋਗ ਤੇ ਸਾਡੇ ਇੰਡੀਆ ਚੈਪਟਰ ਦੇ ਸਾਹ ਜੋਤਿੰਦਰ ਸਿੰਘ ਇੰਜੀਨੀਅਰ ਚੀਫ ਰਿਟਾਇਰਡ ਤੇ ਸਾਂਝੇ ਸੰਚਾਲਨ ਰਾਹੀਂ ਕਰਨ ਦਾ ਉਪਰਾਲਾ ਹੈ। ਡਾਕਟਰ ਜਸਵਿੰਦਰ ਕੌਰ ਹੋਣਹਾਰ ਗੁਰਮਤਿ ਖੋਜੀ ਹਨ, ਜਿਸ ਨੇ ਆਪਣੇ ਖੋਜਕਾਰ ਵਿੱਚ ਨਵੀਆਂ ਪੈੜਾਂ ਪਾਉਣ ਦਾ ਯਤਨ ਕੀਤਾ। ਸਾਨੂੰ ਇਸ ਗੱਲ ਦੀ ਆਸ ਵੱਝਦੀ ਹੈ ਕਿ ਆਉਂਦੇ ਭਵਿੱਖ ਵਿੱਚ ਉਹ ਇਸ ਖੋਜ ਕਾਰਜਾਂ ਵਿੱਚ ਕੁਝ ਨਵਾਂ ਨਰੋਆ ਪੰਜਾਬੀ ਪਾਠਕਾਂ ਦੀ ਨਜ਼ਰ ਕਰਨਗੇ। ਇਹ ਪੁਸਤਕ ਨੂੰ ਨੇੜੇ ਭਵਿੱਖ ਵਿੱਚ ਇੰਗਲੈਂਡ ਤੇ ਕੈਨੇਡਾ ਵਿੱਚ ਵੀ ਰਿਲੀਜ਼ ਕਰਨ ਦਾ ਯਤਨ ਕੀਤਾ ਜਾਵੇਗਾ। ਇਸ ਦੇ ਨਾਲ ਇਹ ਵੀ ਦੱਸਣਾ ਯੋਗ ਸਮਝਿਆ ਕਿ ਭਵਿੱਖ ਵਿੱਚ ਜਦੋਂ ਵੀ ਇੰਗਲੈਂਡ ਭਾਈ ਸਾਹਿਬ ਭਾਈ ਰਣਧੀਰ ਸਿੰਘ ਉੱਤੇ ਜਿਹੜਾ ਵੀ ਸੈਮੀਨਾਰ ਹੋਇਆ, ਉਸ ਵਿੱਚ ਸਭ ਤੋਂ ਪਹਿਲਾਂ ਡਾਕਟਰ ਜਸਵਿੰਦਰ ਕੌਰ ਢਿੱਲੋਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਵੇਗਾ। ਅੱਜ ਦਾ ਸਮਾਗਮ ਦੇ ਵਿੱਚ ਇਹ ਜਿਹੜਾ ਇਹਨਾਂ ਦੇ ਜਿਹੜੇ ਗਾਈਡ ਸੀਗੇ ਡਾਕਟਰ ਬਲਵਿੰਦਰ ਕੌਰ ਸਿੱਧੂ ਰੀਜਨਲ ਸੈਂਟਰ ਬਠਿੰਡਾ, ਉਹਨਾਂ ਦੀ ਨਿਗਰਾਨੀ 'ਚ ਹੋਇਆ। ਉਹਨਾਂ ਨੂੰ ਵਧਾਈ ਦੇ ਰਹੇ ਹਾਂ। ਅਤੇ ਅੰਤ ਵਿੱਚ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਸਾਬਕਾ ਜਥੇਦਾਰ ਅਕਾਲ ਤਖਤ ਜੀ ਦੇ ਅਸੀਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਇਸ ਸਮਾਗਮ ਨੂੰ 4 ਚੰਨ ਲਾਏ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਲ 'ਚ ਸ਼ੋਭਤ ਮਾਨਯੋਗ ਸਾਬਕਾ ਜਥੇਦਾਰ ਭਾਈ ਮਨਜੀਤ ਸਿੰਘ ਜੀ, ਹਰਦਨ ਦਰਸ਼ਨ ਮੈਮੋਰੀਅਲ ਟਰੱਸਟ ਇੰਡੀਆ ਚੈਪਟਰ ਦੇ ਕੋਆਰਡੀਨੇਟਰ ਸਰਦਾਰ ਉਜਾਗਰ ਸਿੰਘ ਜੀ, ਰਿਟਾਇਰਡ ਚੀਫ ਇੰਜੀਨੀਅਰ ਪੰਜਾਬ ਸਰਦਾਰ ਜੋਤਿੰਦਰ ਸਿੰਘ ਜੀ, ਨਾਮਵਰ ਵਿਦਵਾਨ ਪ੍ਰੋਫੈਸਰ ਕੇਹਰ ਸਿੰਘ ਜੀ ਅਤੇ ਦੂਰੋਂ ਨੇੜਿਓਂ ਪਹੁੰਚੇ ਸਤਿਕਾਰਤ ਵਿਦਵਾਨਾਂ ਦਾ ਭਾਈ ਸਾਹਿਬ ਰਣਧੀਰ ਸਿੰਘ ਜੀ ਦੀਆਂ ਜੇਲ੍ਹ ਚਿੱਠੀਆਂ ਦੀ ਆਰੰਭਤਾ ਦੀ ਪਹਿਲੀ ਸ਼ਤਾਬਦੀ ਸਮਾਗਮ 'ਤੇ ਪਹੁੰਚਣ 'ਤੇ ਤਹਿ ਦਿਲੋਂ ਧੰਨਵਾਦ। ਵਿਸ਼ੇਸ਼ ਧੰਨਵਾਦ ਭਾਈ ਸਾਹਿਬ ਰਣਧੀਰ ਸਿੰਘ ਟਰੱਸਟ ਯੂਕੇ ਉੱਘੇ ਲੇਖਕ ਅਤੇ ਵਿਦਵਾਨ ਜੈਤੇਗ ਸਿੰਘ ਅਨੰਤ ਜੀ ਅਤੇ ਨਾਮਵਰ ਸਿੱਖ ਵਿਦਵਾਨ ਡਾਇਰੈਕਟਰ ਵਰਲਡ ਪੰਜਾਬੀ ਯੂਨੀਵਰਸਿਟੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾਕਟਰ ਬਲਕਾਰ ਸਿੰਘ ਜੀ, ਜਿਨ੍ਹਾਂ ਦੇ ਉੱਦਮ ਉਪਰਾਲੇ ਨਾਲ ਇਸ ਸਮਾਗਮ ਸਮੇਂ ਮੇਰੀ ਪੁਸਤਕ ਭਾਈ ਰਣਧੀਰ ਸਿੰਘ ਦਾ ਗੁਰਮਤਿ ਚਿੰਤਨ ਸਿਧਾਂਤਕ ਅਤੇ ਇਤਿਹਾਸਿਕ ਪਰਿਪੇਖ ਰਿਲੀਜ਼ ਹੋਈ। ਮੇਰੇ ਇਸ PhD ਦੇ ਖੋਜ ਪ੍ਰਬੰਧ ਨੂੰ ਪੁਸਤਕ ਸਮੱਗਰੀ ਮੁਹੱਈਆ ਕਰਾਉਣ ਵਿੱਚ ਮਾਣਯੋਗ ਅੰਕਲ ਜੈਤੇਗ ਜੀ ਦਾ ਬਹੁਤ ਵੱਡਾ ਹੱਥ ਹੈ। ਪੁਸਤਕ ਦੇ ਛਪਣ ਤੋਂ ਲੈ ਕੇ ਵੰਡਣ ਤੱਕ ਦਾ ਕੰਮ ਉਹਨਾਂ ਦੀ ਨਿਗਰਾਨੀ ਹੇਠ ਮੁਕੰਮਲ ਕਰਵਾਇਆ, ਜਿਸ ਲਈ ਮੈਂ ਹਮੇਸ਼ਾ ਰਿਣੀ ਰਹਾਂਗੀ। ਮੇਰੇ ਨਿਗਰਾਨ ਡਾਕਟਰ ਬਲਵਿੰਦਰ ਕੌਰ ਜੀ ਦਾ ਧੰਨਵਾਦ, ਜਿਨ੍ਹਾਂ ਨੇ ਇਸ ਵਿਸ਼ੇ 'ਤੇ ਕੰਮ ਕਰਨ ਲਈ ਮੈਨੂੰ ਪ੍ਰੇਰਿਆ। ਇਹ ਪੁਸਤਕ ਸਿੱਖ ਕੌਮ ਦੀ ਬੇਨਿਆਜ਼ ਹਸਤੀ ਭਾਈ ਸਾਹਿਬ ਰਣਧੀਰ ਸਿੰਘ ਜੀ ਦੇ ਗੁਰਮਤਿ ਜੀਵਨ, ਜੇਲ੍ਹ ਸਫ਼ਰ, ਗਦਰ ਲਹਿਰ, ਗੁਰਦੁਆਰਾ ਸੁਧਾਰ ਲਹਿਰ ਵਿੱਚ ਪਾਏ ਯੋਗਦਾਨ ਨੂੰ ਉਜਾਗਰ ਕਰਦੀ ਹੈ। ਭਾਈ ਸਾਹਿਬ ਤੋਂ ਪਹਿਲਾਂ ਵੀ ਅਤੇ ਬਾਅਦ ਵਿੱਚ ਵੀ ਗੁਰਮਤਿ ਵਿਦਵਾਨਾਂ ਨੇ ਗੁਰਮਤਿ ਸਿਧਾਂਤਾਂ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ, ਪਰ ਭਾਈ ਰਣਧੀਰ ਸਿੰਘ ਐਸੇ ਗੁਰਮਤਿ ਪੰਥੀ ਸਨ ਜਿਨ੍ਹਾਂ ਨੇ ਧਾਰਮਿਕ ਸੰਕਲਪਾਂ, ਨਾਮ, ਸਤਿਗੁਰੂ, ਕਰਮ, ਦਸਮ ਦੀਵਾਰ, ਚਰਨ ਕਮਲ ਆਦਿ ਬਾਰੇ ਜੋ ਲਿਖਿਆ ਉਹ ਕਿਤਾਬੀ ਗਿਆਨ ਦੀ ਥਾਂ ਸਵੈ ਅਨੁਭਵ ਦਾ ਪ੍ਰਕਾਸ਼ ਹੈ। ਭਾਈ ਰਣਧੀਰ ਸਿੰਘ ਦਾ ਜੀਵਨ ਗੁਰਮਤਿ ਨਾਲ ਇੱਕ ਮਿਕਸ ਸੀ।
ਅੰਮ੍ਰਿਤ ਵੇਲੇ ਉੱਠ ਕੇ ਸਕੇਸ਼ੀ ਇਸ਼ਨਾਨ, ਗੁਰਮੰਤਰ ਦਾ ਜਾਪ, ਨਿੱਤ ਦੇ ਕਾਰ ਵਿਹਾਰ ਵਿੱਚ ਸਚਾਈ, ਹਰ ਹਾਲਤ ਵਿੱਚ ਹੁਕਮ ਨੂੰ ਮੰਨਣਾ, ਸਰਬਲੋਹ ਦੀ ਵਰਤੋਂ, ਰਹਿਤ ਵਿਵੇਕ ਨੂੰ ਕਮਾਉਣਾ, ਅਖੰਡ ਪਾਠ ਦੀ ਅਟੁੱਟ ਲੜੀ ਅਤੇ ਅਖੰਡ ਕੀਰਤਨ ਤੋਂ ਬਿਨਾਂ ਹੋਰ ਅਨੇਕ ਕਾਰਜਾਂ ਵਿੱਚ ਉਹਨਾਂ ਦੀ ਰਹਿਣੀ ਹੈਰਾਨ ਕਰਨ ਵਾਲੀ ਸੀ। ਗੁਰਬਾਣੀ ਵਿਆਖਿਆ ਲਈ ਉਹਨਾਂ ਕਿਸੇ ਸਕਾਲਰ ਦੇ ਹਵਾਲੇ ਨਹੀਂ ਦਿੱਤੇ, ਸਗੋਂ ਗੁਰਬਾਣੀ ਦੀ ਵਿਆਖਿਆ ਵੀ ਗੁਰਬਾਣੀ ਹਵਾਲੇ ਦੇ ਕੇ ਹੀ ਕੀਤੀ ਹੈ। ਜਿਸ ਤਰ੍ਹਾਂ ਉਹਨਾਂ ਨੇ ਗੁਰਮਤਿ ਸਿਧਾਂਤਾਂ ਨੂੰ ਪਰਿਭਾਸ਼ਿਤ ਕੀਤਾ, ਉਹ ਨਾ ਕੇਵਲ ਦੁਰਲੱਭ ਹੈ ਬਲਕਿ ਪ੍ਰਸੰਗ ਤੋਂ ਤੋੜ ਕੇ ਵੀ ਪੇਸ਼ ਕੀਤਾ ਹੈ। ਇਹੋ ਗੁਣ ਹੀ ਉਹਨਾਂ ਨੂੰ ਆਪਣੇ ਸਮਕਾਲੀ ਵਿਦਵਾਨਾਂ ਅਤੇ ਵਿਆਖਿਆਕਾਰਾਂ ਤੋਂ ਵਖਰਿਆਉਂਦਾ ਹੈ। ਮੈਂ ਇਸ ਖੋਜ ਕਾਰਜ ਨੂੰ ਇੱਥੇ ਤੱਕ ਹੀ ਸੀਮਿਤ ਨਹੀਂ ਰੱਖਣਾ ਚਾਹੁੰਦੀ। ਮੇਰੀ ਇੱਛਾ ਹੈ ਕਿ ਇਸ ਕਾਰਜ ਨੂੰ ਮੈਂ ਹੋਰ ਅੱਗੇ ਵੀ ਵਧਾਵਾਂ, ਜਾਰੀ ਰੱਖਾਂ। ਆਸ ਕਰਦੀ ਹਾਂ ਵੀ ਇਸ ਪੁਸਤਕ ਨੂੰ ਭਰਵਾਂ ਹੁੰਗਾਰਾ ਮਿਲੇਗਾ। ਅਤੇ ਇੱਕ ਵਾਰ ਫਿਰ ਮੈਂ ਆਪ ਸਭ ਦੀ ਸ਼ਮੂਲੀਅਤ, ਪਿਆਰ ਅਤੇ ਮਾਣ ਲਈ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਜਿਹੜੇ 2 ਸਵਾਲ ਪ੍ਰੋਫੈਸਰ ਕੇਹਰ ਸਿੰਘ ਜੀ ਨੇ ਕੀਤੇ ਸੀਗੇ, ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰ ਰਹੀ ਹਾਂ। ਪਹਿਲਾ ਸੀਗਾ ਵੀ ਇਹਦੇ ਵਿੱਚ ਥੋੜ੍ਹੀਆਂ ਗਲਤੀਆਂ ਨੇ, ਤਾਂ ਉਹਦੇ ਜਿਹੜੇ ਕਾਰਨ ਰਹੇ ਹੈਗੇ ਵੀ ਮੈਂ ਜਿਹੜਾ ਇਹ ਸਾਰਾ ਕੰਮ ਸਰ ਨੂੰ ਔਨਲਾਈਨ ਹੀ ਸਰ ਭੇਜਦੀ ਰਹੀ ਹਾਂ, ਤਾਂ ਉਹ ਫੌਂਟ ਚੇਂਜ ਕਰਕੇ ਕਈ ਵਾਰੀ ਮੈਨੂੰ ਸਮੱਸਿਆਵਾਂ ਆਈਆਂ। ਮੈਂ ਉਹਨਾਂ ਨੂੰ ਕਿਹਾ ਵੀ ਕਿਉਂਕਿ ਇਹ ਜਿਹੜਾ ਕੰਮ ਜਦੋਂ ਉੱਧਰ ਭੇਜਦੇ ਸੀ ਤਾਂ ਗੁਰਬਾਣੀ ਦੀਆਂ ਤੁਕਾਂ ਅਕਸਰ ਹੀ ਇੰਗਲਿਸ਼ ਦੇ ਵਿੱਚ ਕਨਵਰਟ ਹੋ ਜਾਂਦੀਆਂ ਜਾਂ ਕੋਈ ਹੋਰ ਲੈਂਗੁਏਜ ਦੇ ਵਿੱਚ, ਤਾਂ ਘੱਟੋ ਘੱਟ ਵੀ 10-15 ਵਾਰੀ ਮੈਂ ਰਫ ਪ੍ਰਿੰਟ ਕਰਕੇ ਉਹ ਜਿਹੜੀਆਂ ਗਲਤੀਆਂ ਲਾ ਕੇ ਦਿੰਦੀ ਰਹੀ ਹਾਂ। ਤਾਂ ਫਿਰ ਵੀ ਕਿਤੇ ਨਾ ਕਿਤੇ ਜਿੰਨਾ ਚਿਰ ਆਪਣੇ ਕੋਲ ਪੁਸਤਕ ਹੈ ਜਿਹੜੀ ਹੱਥ ਦੇ ਵਿੱਚ ਨਾ ਆਵੇ ਔਨਲਾਈਨ, ਉਹਨਾਂ ਦੇ ਵਿੱਚ ਫਿਰ ਵੀ ਗਲਤੀਆਂ ਰਹਿ ਜਾਂਦੀਆਂ ਸੀ। ਉਹੀ ਬੁੱਕ ਦੇ ਜਿਹੜੀ ਮੈਂ ਗਲਤੀ ਲਾ ਕੇ ਭੇਜਦੀ ਸੀ, ਜਦੋਂ ਦੁਬਾਰਾ ਚੈੱਕ ਕਰਦੀ ਸੀ ਤਾਂ ਉਹੀ ਚੀਜ਼ ਦੁਬਾਰਾ ਵੀ ਮਤਲਬ ਅੱਧੀਆਂ ਠੀਕ ਹੋ ਜਾਂਦੀਆਂ, ਫਿਰ ਤੀਜਾ ਹਿੱਸਾ ਰਹਿ ਜਾਣਾ ਸੀ। ਤਾਂ ਉਸ ਕਰਕੇ ਮੈਂ ਥੋੜ੍ਹੀਆਂ ਵੀ ਮੰਨਦੀਆਂ ਹੋਣਗੀਆਂ ਗਲਤੀਆਂ। ਤਾਂ ਇੱਕ ਦੂਜਾ ਸਵਾਲ ਸੀਗਾ ਸਰ ਨੇ ਜੋ ਕੀਤਾ ਕਿ ਤੁਸੀਂ ਆਪਣੀ ਛਾਪ ਇਹਦੇ ਵਿੱਚ ਘੱਟ ਛੱਡੀ ਹੈ, ਤਾਂ ਜਾਂ ਆਪਣੇ ਵਿਚਾਰ ਜਿਹੜੇ, ਤਾਂ ਮੇਰੀ ਇਹ ਮੰਨਣਾ ਵੀ ਜਿਹੜਾ ਮੇਰਾ ਕੰਮ ਹੈ ਰਿਸਰਚ ਮੀਨਸ ਕਿ ਜੋ ਕੁਛ ਖੋਜਿਆ ਮੈਂ ਸਿਰਫ ਉਹਨੂੰ ਦੁਬਾਰਾ ਸਭ ਦੇ ਸਾਹਮਣੇ ਹੀ ਲਿਆਂਦਾ, ਇਕੱਠਾ ਕਰਕੇ ਸਮਝ ਲਓ ਤੁਸੀਂ। ਤਾਂ ਇਹਦੇ ਵਿੱਚ ਮੈਨੂੰ ਹਜੇ ਮੇਰੀ ਇੰਨੀ ਸੋਚ ਜਾਂ ਸਮਝ ਨਹੀਂ ਕਿ ਮੈਂ ਉਸ 'ਤੇ ਆਪਣੇ ਕੋਈ ਆਪਦੇ ਵਿਚਾਰ ਰੱਖ ਸਕਾਂ। ਤਾਂ ਮੈਂ ਭਾਈ ਸਾਹਿਬ ਦੇ ਵਿਚਾਰ ਹੀ ਜਿਹੜੀ ਮਤਲਬ ਹੋਰ ਵਿਆਖਿਆਕਾਰਾਂ ਨਾਲੋਂ ਜਾਂ ਗੁਰਮਤ ਦੇ ਵਿਦਵਾਨਾਂ ਨਾਲ ਕੰਪੇਅਰ ਕਰਕੇ ਥੋੜ੍ਹਾ ਜਿਹਾ ਉਹ ਸਾਹਮਣੇ ਰੱਖਿਆ ਹੈਗਾ। ਤਾਂ ਇੰਨਾ ਹੀ ਮੇਰੇ ਜਿੰਨਾ ਮਤਲਬ ਮੈਨੂੰ ਸਮਝ ਸੀ, ਸੋਚ ਸੀ, ਉਹ ਤੁਹਾਡੇ ਸਾਹਮਣੇ ਪੇਸ਼ ਕੀਤਾ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕੀਤਾ ਤੁਸੀਂ ਬਹੁਤ ਅੱਛਾ ਕੀਤਾ, ਜੋ ਕੀਤਾ ਬੀਬਾ ਬਹੁਤ ਅੱਛਾ ਕੀਤਾ। ਮੈਂ ਤੇ ਉਹ ਤੁਹਾਨੂੰ ਐਡਰੈਸਡ ਨਹੀਂ ਕਿ ਪ੍ਰਸ਼ਨ ਇਹ ਤੇ ਸਾਰੇ ਸਾਡੇ ਸਾਰਿਆਂ ਨੂੰ ਸੀਗੇ, ਮਤਲਬ ਮੈਂ ਆਪਣੇ ਆਪ ਨੂੰ ਵੀ ਐਡਰੈਸ ਕਰ ਰਿਹਾ ਕਿਉਂਕਿ ਮੈਂ ਆਪਣੀ ਪੁਸਤਕ ਜਿਹੜੀ ਛਪੀ ਹੈ ਮੈਂ ਦੇਖੀ, ਉਹਦੀ ਸਪੈਲਿੰਗ ਮਿਸਟੇਕ ਮੈਂ ਤਾਂ ਕਹਿ ਰਿਹਾ ਵੀ ਸਾਨੂੰ ਇਹ ਹੈ, ਅਸੀਂ ਇਹਦੇ ਬਾਰੇ ਪਰਟੀਕੂਲਰ ਨਹੀਂ ਗਏ। ਸਾਨੂੰ ਇਹਦੇ ਬਾਰੇ ਬਹੁਤ ਧਿਆਨ ਦੇਣ ਦੀ ਲੋੜ ਹੈ ਕਿ ਅਸੀਂ ਬਿਲਕੁਲ ਅਣਗਹਿਲੀ ਜੀ ਵਰਤ ਜਾਂਦੇ ਹਾਂ ਵੀ ਇਹ ਬਿਲਕੁਲ ਸਟੈਂਡਰਡ ਕਿਉਂ ਨਾ ਹੋਵੇ, ਕਿਉਂ ਨਾ ਪੰਜਾਬੀ ਦੇ ਵਿੱਚ ਵੀ ਇਕਸਾਰ ਹੋਵੇ ਸਪੈਲਿੰਗ ਹੋਣ। ਅਤੇ ਉਹ ਇਸ ਤਰ੍ਹਾਂ ਦੀ ਗੱਲ ਹੈ, ਸਿਰਫ ਤੁਹਾਡਾ ਕਸੂਰ ਨਹੀਂ। ਵੀ ਬਹੁਤ ਅੱਛਾ ਕੰਮ ਤੁਸੀਂ ਕੀਤਾ, ਠੀਕ ਹੈ। ਸਤਿਕਾਰਯੋਗ ਗੁਰੂ ਸਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਬਹੁਤ ਖੁਸ਼ਕਿਸਮਤ ਦਿਨ, ਮੁਬਾਰਕਾਂ ਦਾ ਵੀ ਦਿਨ ਹੈ ਅਤੇ ਗੁਰਸਿੱਖਾਂ ਵਜੋਂ ਸੰਗਤੀ ਰੂਪ ਦੇ ਵਿੱਚ ਬੈਠ ਕੇ ਆਪਣੇ ਬਜ਼ੁਰਗ ਗੁਰਸਿੱਖਾਂ ਦੀ ਕਮਾਈ ਦਾ ਧਿਆਨ ਧਰਨ ਦਾ, ਅਤੇ ਬੀਬਾ ਜੀ ਨੇ, ਜਸਵਿੰਦਰ ਕੌਰ ਹੋਰਾਂ ਨੇ ਉਸ ਕਮਾਈ ਵੱਲ ਸਾਡਾ ਧਿਆਨ ਇਸ ਪੁਸਤਕ ਰਾਹੀਂ ਦਵਾਇਆ। ਇਹਨਾਂ ਲਈ ਹੌਸਲਾ ਅਫਜ਼ਾਈ, ਸੰਗਤੀ ਰੂਪ ਵਿੱਚ ਅਸੀਸ ਅਤੇ ਹੋਰ ਜ਼ਿਆਦਾ ਮਹਾਰਾਜ ਇਹਨਾਂ ਨੂੰ ਵਿਵੇਕ ਬੁੱਧੀ, ਮਨ ਕਰਕੇ, ਤਨ ਕਰਕੇ ਤੰਦਰੁਸਤੀ ਬਖਸ਼ਣ। ਇਸ ਦੇ ਬਾਰੇ ਇਹ ਸਾਰੇ ਬਚਨ ਕਰਨ ਦਾ, ਇਸ ਸਮਾਗਮ ਦਾ ਆਯੋਜਨ ਮਕਸਦ ਰੱਖਿਆ ਗਿਆ। ਸਭ ਤੋਂ ਪਹਿਲਾਂ ਤੇ ਡਾਕਟਰ ਬਲਕਾਰ ਸਿੰਘ ਹੋਰੀ JD ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਨੇ, ਇਹਨਾਂ ਨੂੰ ਮੁਬਾਰਕ ਵੀ ਹੈ ਅਤੇ ਇਹਨਾਂ ਦਾ ਧੰਨਵਾਦ ਵੀ ਹੈ ਕਿ ਇਹਨਾਂ ਨੇ ਗਾਹੇ ਵਗਾਹੇ ਜਦੋਂ ਦਾ ਇਸ ਸੈਂਟਰ ਦੀ ਡਾਇਰੈਕਟਰ ਵਜੋਂ ਜ਼ਿੰਮੇਵਾਰੀ ਦਾ ਬੀੜਾ ਇਹਨਾਂ ਨੂੰ ਮਿਲਿਆ ਹੈ, ਉਦੋਂ ਤੋਂ ਹੀ ਇਹ ਬਹੁਤ ਕੀਮਤੀ ਇਸ ਤਰ੍ਹਾਂ ਦੀਆਂ ਵਿਚਾਰ ਚਰਚਾਵਾਂ ਦਾ ਆਯੋਜਨ ਕਰਦੇ ਆ ਰਹੇ ਨੇ, ਜਿਹਦੇ ਵਿੱਚ
ਕਈ ਵਾਰੀ ਮੈਨੂੰ ਵੀ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ ਅਤੇ ਮੈਨੂੰ ਹਮੇਸ਼ਾ ਹੀ ਇਹ ਲੱਗਿਆ ਕਿ ਬੜੀਆਂ ਅਰਥ ਭਰਪੂਰ ਯਾਦਗਾਰੀ ਆਪਣੇ ਨਿੱਜੀ ਤੌਰ 'ਤੇ ਵੀ ਅਤੇ ਕੌਮੀ ਤੌਰ 'ਤੇ ਵੀ ਇਹੋ ਜਿਹੀਆਂ ਵਿਚਾਰਾਂ ਇੱਥੇ ਸੁਣਨ ਨੂੰ ਮਿਲਦੀਆਂ ਆਈਆਂ ਨੇ ਜਿਹੜੀਆਂ ਕਿ ਕੰਮ ਆਉਂਦੀਆਂ ਨੇ। ਅੱਜ ਜਿਸ ਗੁਰਸਿੱਖ ਰੂਹ ਦੀ ਕਮਾਈ ਦਾ ਧਿਆਨ ਬੀਬਾ ਹੋਰਾਂ ਨੇ ਕਰਵਾਇਆ, ਗੁਰੂ ਸਵਾਰੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰਾਂ, ਉਹਨਾਂ ਦੀ ਸਰਵਪੱਖੀ ਸ਼ਖਸੀਅਤ, ਭਾਵੇਂ ਉਹ ਇੱਕ ਗੁਰਸਿੱਖੀ ਜੀਵਨ ਉਹਨਾਂ ਦਾ ਜਦੋਂ ਦੀ ਉਹਨਾਂ ਨੇ ਸਰੀਰਕ ਤੌਰ 'ਤੇ ਹੋਸ਼ ਸੰਭਾਲੀ ਅਤੇ ਅੰਤਲੇ ਸਵਾਸ ਤੱਕ ਇੱਕ ਗੁਰਸਿੱਖ ਵਜੋਂ ਜਿਹੜਾ ਉਹਨਾਂ ਨੇ ਜੀਵਨ ਜੀਵਿਆ, ਉਸ ਵੱਲ ਵੀ ਸਾਡਾ ਧਿਆਨ ਦਿਵਾਇਆ। ਅਤੇ ਦੂਸਰਾ, ਜਿਹੜਾ ਗੁਰਸਿੱਖ ਦੇ ਤੌਰ 'ਤੇ ਮਹਾਰਾਜ ਨੇ ਗੁਰਬਾਣੀ ਵਿੱਚ ਸਾਨੂੰ ਹੁਕਮ ਕੀਤਾ ਹੈ ਕਿ ਗੁਰਸਿੱਖ ਨੇ ਤੇ ਸੱਚੀ ਮੁੱਚੀ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣਨਾ ਹੈ, ਲੋਕ ਸੁਖੀਆ ਬਣਾਉਣਾ ਹੈ ਅਤੇ ਪਰਲੋਕ ਸੁਹੇਲਾ ਕਰਨਾ ਹੈ, ਅਤੇ ਉਹਨੂੰ ਕਿਸ ਤਰ੍ਹਾਂ ਦਾ ਜੀਵਨ ਜਿਉਣਾ ਚਾਹੀਦਾ, ਉਸ ਦੇ ਆਧਾਰ 'ਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰਾਂ ਨੇ ਬਹੁਤ ਸੁਚੇਤ ਹੋ ਕੇ ਸ਼ਰਧਾ ਦੇ ਪੱਖ ਤੋਂ ਵੀ ਅਤੇ ਵਿਵੇਕ ਦੇ ਪੱਖ ਤੋਂ ਵੀ ਐਸਾ ਜੀਵਨ ਜੀਵਿਆ ਜਿਸ ਦੀ ਪ੍ਰਤੱਖ ਮਿਸਾਲ ਉਹਨਾਂ ਦੇ ਜੀਵਨ ਦੀਆਂ ਬਹੁਤ ਸਾਰੀਆਂ ਹੈਰਾਨਕੁਨ ਘਟਨਾਵਾਂ ਤੋਂ ਵੀ ਮਿਲਦੀ। ਮੈਂ ਹੈਰਾਨਕੁਨ ਲਫ਼ਜ਼ ਇਸ ਕਰਕੇ ਵਰਤ ਰਿਹਾ ਕਿ ਜੋ ਕੁਝ ਉਹਨਾਂ ਦੀ ਕਠਿਨ ਪ੍ਰੀਖਿਆਵਾਂ ਵਾਲੀ ਜ਼ਿੰਦਗੀ, ਜਿਹੜੀ ਕਿ ਆਮ ਹਾਲਤਾਂ ਵਿੱਚ ਆਮ ਮਨੁੱਖ ਨਹੀਂ ਜੀ ਸਕਦੇ, ਜਿਸ ਤਰ੍ਹਾਂ ਦੀਆਂ ਔਕੜਾਂ ਸਰੀਰਕ ਤੌਰ 'ਤੇ ਮਾਨਸਿਕ ਤੌਰ 'ਤੇ ਉਹਨਾਂ ਨੇ ਝੱਲੀਆਂ ਨੇ ਔਰ ਨਿਰੰਤਰ ਝੱਲੀਆਂ ਨੇ, ਉਹ ਆਮ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਦੂਸਰੀ ਗੱਲ ਜਿਹੜੀ ਹੈ ਉਹ ਇਹ ਕਿ ਉਹ ਕਸ਼ਟ ਝੱਲਣੇ ਹਾਲਾਤ ਦੇ ਵਿੱਚ ਬਹੁਤ ਸਾਰਿਆਂ ਦੇ ਹਿੱਸੇ ਆ ਸਕਦੇ ਹੁੰਦੇ ਆ, ਪਰ ਉਹਨਾਂ 'ਚੋਂ ਵੀ ਬਹੁਤ ਸਾਰੇ ਡੋਲ ਜਾਂਦੇ ਆ, ਸਮਝੌਤੇ ਕਰ ਜਾਂਦੇ ਆ, ਮਿਸ਼ਨ ਨੂੰ ਪਿੱਠ ਦੇ ਜਾਂਦੇ ਆ। ਪਰ ਭਾਈ ਸਾਹਿਬ ਨੇ ਜਿਸ ਤਰੀਕੇ ਨਾਲ ਸਿਰੜ ਨਿਭਾਉਂਦਿਆਂ ਹੋਇਆਂ, ਗੁਰਸਿੱਖਾਂ ਵਾਲਾ ਸਿਰੜ ਨਿਭਾਉਂਦਿਆਂ ਹੋਇਆਂ ਪੂਰਨੇ ਪਾਏ ਨੇ, ਉਹਦੇ ਵਿੱਚੋਂ ਇਹ ਸਪਸ਼ਟ ਹੁੰਦਾ ਗੁਰੂ ਪਾਤਸ਼ਾਹ ਦਾ ਬਚਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਗੈ, ਕੰਚਨ ਮਾਟੀ ਮਾਨੈ। ਇਸ ਉਹਨਾਂ ਦਾ ਜੀਵਨ ਇੱਕ ਪ੍ਰਤੱਖ ਪ੍ਰਮਾਣ ਹੈ। ਬੀਬਾ ਜਸਵਿੰਦਰ ਕੌਰ ਹੋਰਾਂ ਨੇ ਉਸ ਨੂੰ ਬਾਖੂਬੀ ਸਾਡੇ ਸਾਹਮਣੇ ਇਸ ਪੱਖ ਤੋਂ ਇਸ ਪੁਸਤਕ ਰਾਹੀਂ ਪੇਸ਼ ਕੀਤਾ। ਉਹਨਾਂ ਦਾ ਜਿਹੜੇ ਜੀਵਨ ਦਾ ਅਗਲਾ ਵਿਸਮਾਤੀ ਪੱਖ, ਜਿਸ ਨੂੰ ਅੱਜ ਦੇ ਵਿਦਵਾਨਾਂ ਨੇ ਬਹੁਤ ਸ਼ਿੱਦਤ ਨਾਲ ਵਿਚਾਰਿਆ, ਸਾਡੀ ਆਪਸ ਵਿੱਚ ਹੀ ਡਾਕਟਰ ਬਲਕਾਰ ਸਿੰਘ ਹੋਰਾਂ ਦੀ ਇਸ ਪੱਖ ਤੋਂ ਬਹੁਤ ਵਾਰੀ ਚਰਚਾ ਹੁੰਦੀ ਰਹੀ ਹੈ ਕਿ ਮੈਨੂੰ ਇਹ ਗੱਲ ਕਹਿਣ 'ਚ ਸੰਕੋਚ ਨਹੀਂ, ਡਾਕਟਰ ਕੇਹਰ ਸਿੰਘ ਹੋਰਾਂ ਨੇ ਉਹ ਨੁਕਤਾ ਇੱਕ ਪੱਖ ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ ਹੈ। ਅਣਗਹਿਲੀਆਂ ਆਪਣੀ ਜਗ੍ਹਾ 'ਤੇ ਨੇ, ਪਰ ਇੱਕ ਕਈ ਵਾਰੀ ਇਸ ਤਰ੍ਹਾਂ ਦਾ ਸੁਭਾਅ ਵੀ ਦੇਖਣ ਨੂੰ ਮਿਲਦਾ ਕਿ ਇੱਕ ਵਿਦਵਾਨ, ਅਕਾਦਮਿਕ ਖੇਤਰ ਵਿੱਚ ਵਿਚਰਨ ਵਾਲਾ ਵਿਦਵਾਨ ਬਹੁਤੀ ਵਾਰੀ ਦੂਜੇ ਵਿਦਵਾਨ ਸੱਜਣਾਂ ਨੂੰ ਉਸ ਤਰ੍ਹਾਂ ਦੀ ਮਾਨਤਾ ਦੇਣ ਨੂੰ ਤਿਆਰ ਨਹੀਂ ਹੁੰਦਾ ਜਿਸ ਤਰ੍ਹਾਂ ਦੀ ਉਸ ਦੀ ਘਾਲ ਕਮਾਈ ਲਈ ਲੋੜੀਂਦੀ ਹੁੰਦੀ ਹੈ। ਇਹ ਇੱਕ ਮਨੁੱਖੀ ਸੁਭਾਅ ਦਾ ਅਜੀਬੋ ਗਰੀਬ ਜਿਹਾ ਸੱਚ ਹੈ। ਪਰ
ਮੈਨੂੰ ਇਹ ਗੱਲ ਕਹਿਣ ਦੇ ਵਿੱਚ ਸੰਤੁਸ਼ਟੀ ਹੈ ਕਿ ਡਾਕਟਰ ਬਲਕਾਰ ਸਿੰਘ ਹੋਰਾਂ ਨੇ ਇੱਕ ਸਿੱਖ ਵਿਦਵਾਨ ਦੇ ਨਾਤੇ, ਗੁਰਬਾਣੀ ਦੇ ਵਿਦਿਆਰਥੀ ਹੋਣ ਦੇ ਨਾਤੇ, ਜਦੋਂ ਵੀ ਸਾਡੀ ਚਰਚਾ ਹੋਈ ਤੇ ਉਹਨਾਂ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਬਾਰੇ ਗੱਲ ਕਰਦਿਆਂ ਇੱਕ ਵਿਦਵਾਨ ਦੇ ਤੌਰ 'ਤੇ ਉਹਨਾਂ ਨੂੰ ਜਦੋਂ ਚਰਚਾ ਵਿੱਚ ਲਿਆਉਂਦੇ ਤੇ ਬਹੁਤ ਸਤਿਕਾਰ ਨਾਲ, ਮਾਣ ਨਾਲ ਉਹਨਾਂ ਨੂੰ ਹਮੇਸ਼ਾ ਹੀ ਯਾਦ ਕੀਤਾ ਹੈ। ਸਾਡੀ ਹਮੇਸ਼ਾ ਇਸ ਤਰ੍ਹਾਂ ਗੱਲ ਹੁੰਦੀ ਸੀ ਜਦੋਂ ਭਾਈ ਸਾਹਿਬ ਬਾਰੇ ਕਦੀ ਜਾਂ ਵਿਦਵਾਨਾਂ ਬਾਰੇ, ਸਿੱਖ ਵਿਦਵਾਨਾਂ ਬਾਰੇ ਚਰਚਾ ਹੋਣੀ ਸੀ। ਪ੍ਰੋਫੈਸਰ ਪੂਰਨ ਸਿੰਘ ਨੂੰ ਅਸੀਂ ਸਾਰੇ ਹੀ ਸਾਡਾ ਇੱਕ ਪਰਿਵਾਰ ਹੈ, ਅਸੀਂ ਬਹੁਤ ਸਤਿਕਾਰ ਦਿੰਦੇ ਹਾਂ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੂੰ, ਉਹਨਾਂ ਦੇ ਸਿੱਖੀ ਵਾਲੇ ਬਾਬਰੇਪਣ ਕਰਕੇ ਜਾਂ ਵਿਦਵਤਾ ਵਾਲੇ ਲਟਬੌਰੇਪਣ ਕਰਕੇ। ਭਾਈ ਵੀਰ ਸਿੰਘ ਹੋਰਾਂ ਦਾ ਅਕਸਰ ਸਾਡੇ ਵਿੱਚ ਚਰਚਾ ਚੱਲਦਾ ਹੈ, ਪਰ ਭਾਈ ਰਣਧੀਰ ਸਿੰਘ ਹੋਰਾਂ ਬਾਰੇ ਜਦੋਂ ਡਾਕਟਰ ਸਾਹਿਬ ਗੱਲ ਕਰਦੇ ਹੁੰਦੇ ਸੀ ਵੀ ਉਹਨਾਂ ਕੋਲ ਗੁਰੂ ਦੀ ਬਾਤ ਪਾਉਣ ਵੇਲੇ ਜਦੋਂ ਉਹਨਾਂ ਦਾ ਕਿਤੇ ਮਨ ਕੀਤਾ ਤੇ ਸ਼ਬਦਾਵਲੀ ਜਿਹੜੀ ਨਾ ਉਹਨਾਂ ਨੂੰ ਆਮ ਵਿਦਵਾਨਾਂ ਵਾਂਗ ਨਹੀਂ ਬਲਕਿ ਔੜਦੀ ਇਹ ਨਾ ਜ਼ੋਰ ਲਾ ਕੇ ਸ਼ਬਦ ਚੁਣਨੇ ਪੈਂਦੇ ਵਿਦਵਾਨਾਂ ਨੂੰ ਕਿ ਕਿਸ ਤਰੀਕੇ ਨਾਲ ਵੱਧ ਤੋਂ ਵੱਧ ਸ਼ਿੰਗਾਰ ਭਰੇ ਤਰੀਕੇ ਨਾਲ ਗੱਲ ਜਿਹੜੀ ਹੈ ਉਹਨੂੰ ਕਹੀ ਜਾਵੇ ਕਿ ਉਹਦੇ ਰਾਹੀਂ ਮੈਂ ਵਿਦਵਾਨ ਲੱਗਾ ਅਤੇ ਉਹਦੇ ਵਿੱਚ ਉਹ ਵਿਦਵਤਾ ਝਲਕੇ। ਪਰ ਭਾਈ ਸਾਹਿਬ ਨੂੰ ਕਦੀ ਇਸ ਤਰ੍ਹਾਂ ਦੀ ਸੋਚ ਦਾ ਸਾਹਮਣਾ ਨਹੀਂ ਕਰਨਾ ਪਿਆ। ਇਸ ਤਰ੍ਹਾਂ ਸ਼ਬਦ ਉਹਨਾਂ ਨੇ ਘੜੇ ਹੈ ਔਰ ਇਸ ਤਰ੍ਹਾਂ ਉਹਨਾਂ ਨੇ ਬਾਣੀ ਦੇ ਸ਼ਬਦਾਂ ਨੂੰ ਆਪਣੇ ਤਰੀਕੇ ਨਾਲ ਬਿਆਨ ਕੀਤਾ। ਮੈਨੂੰ ਉਹ ਬੜਾ ਵਿਸਮਾਦੀ ਪੱਖ ਲੱਗਿਆ ਹਮੇਸ਼ਾ ਹੀ ਕਿ ਕਿੱਥੋਂ ਉਹਨਾਂ ਨੂੰ ਇਸ ਤਰ੍ਹਾਂ ਸ਼ਬਦ। ਮੈਂ ਇੱਕ ਉਹਨਾਂ ਦੀ ਛੋਟੀ ਜਿਹੀ ਬੀਬਾ ਹੋਰਾਂ ਨੇ ਬੜੀ ਪਿਆਰੀ ਇੱਕ ਨਾ ਗਦਰ ਪਾਰਟੀ ਵੇਲੇ, ਜਦੋਂ ਗਦਰ ਲਹਿਰ ਵੇਲੇ ਉਹਨਾਂ ਨੇ ਸ਼ਾਮਲ ਹੋ ਕੇ ਉਹ ਸਾਰੇ ਕੁਛ ਨੂੰ ਹੰਡਾਇਆ ਅਤੇ ਸਿੱਖ ਵਜੋਂ ਉਸ ਗਦਰ ਲਹਿਰ ਦੇ ਉਹਨਾਂ ਬਾਰੇ, ਸੱਜਣਾ ਬਾਰੇ, ਗਦਰੀ ਬਾਬਿਆਂ ਬਾਰੇ ਜੋ ਲਿਖਿਆ ਉਹ 4 ਲਾਈਨਾਂ ਵਿੱਚ ਬੜਾ ਹੀ ਸਿੱਖ ਵਜੋਂ ਉਹ ਪਿਆਰਾ। ਕਹਿੰਦੇ ਮੌਜ ਮੌਤ ਦੇ ਅਨੰਦ ਵਿਨੋਦੀਆਂ ਨੂੰ, ਮੌਜ ਮੌਤ ਦੇ, ਮਤਲਬ ਮੈਨੂੰ ਤਾਂ ਬਹੁਤ ਵਿਸਮਾਦੀ ਜੀ ਗੱਲ ਲੱਗੀ ਹੈ। ਮੌਤ ਦੇ ਨਾਲ ਮੌਜ ਨੂੰ ਜੋੜ ਕੇ ਅਤੇ ਅਨੰਦ ਵਿਨੋਦੀਆਂ ਨੂੰ ਚੜ੍ਹਿਆ ਚਾਓ ਤਨ ਪ੍ਰਾਣ ਤਜੋਲਿਆਂ ਦਾ, ਪ੍ਰਾਣ ਤਜਣ ਵਾਲਿਆਂ ਦਾ, ਪ੍ਰਾਣ ਤਜੋਲਿਆਂ ਦਾ, ਚੜ੍ਹਦੀ ਕਲਾ ਖੇਲਣ ਵਾਲਾ ਚਾਓ ਸੱਚ, ਪ੍ਰੇਮ ਗਲੀ ਸਿਰ ਧਲੀ ਤਰਨੌਲਿਆਂ ਦਾ, ਤਰਨੌਲਿਆਂ ਦਾ, ਪ੍ਰਾਣ ਮਾਨ ਬਲਿਦਾਨ ਕਰਨੌਲਿਆਂ ਨੂੰ, ਸਹਿਲਾ ਖੇਲ ਹੈ ਜਾਨ ਜੋਖੋਲਿਆਂ ਦਾ, ਜਾਨ ਜੋਖੋਂ ਵਿੱਚ ਪਾਉਣ ਵਾਲੇ, ਜਾਨ ਜੋਖੋਲਿਆਂ ਦਾ, ਜਿਨ੍ਹਾਂ ਜੀਵ ਦੇ ਜਾਨ ਕੁਰਬਾਨ ਕੀਤੀ, ਵਾਹ ਬਲੀਦਾਨ ਜਿੰਦਾ ਸ਼ਫੀ ਦੋਲਿਆਂ ਦਾ। ਹੁਣ ਇਹ 4 ਲਾਈਨਾਂ ਦੇ ਵਿੱਚ ਉਹਨਾਂ ਗਦਰੀ ਬਾਬਿਆਂ ਦੇ ਅੰਦਰ ਦੀ ਜਿਹੜੀ ਸਿੱਖ ਮਨੋ ਅਵਸਥਾ ਔਰ ਉਹਨੂੰ ਗੁਰਬਾਣੀ ਦੇ ਨਾਲ ਜੋੜ ਕੇ ਉਹਨਾਂ ਦਾ ਉਹ ਜਿਹੜਾ ਪੱਖ ਪੇਸ਼ ਕੀਤਾ ਨਾ ਕਮਾਈ ਦਾ, ਜਿਹੜੀ ਸਿੱਖ ਮਨੋ ਅਵਸਥਾ 'ਤੇ ਆਧਾਰਿਤ ਹੈ ਅਤੇ ਉਹਦੇ ਆਧਾਰ 'ਤੇ ਫਿਰ ਕੱਲੀਆਂ ਗੱਲਾਂ ਨਹੀਂ ਕੀਤੀਆਂ, ਉਹਨੂੰ ਕਮਾਇਆ। ਔਰ ਅੱਜ ਮੈਨੂੰ ਜਦੋਂ ਮੈਂ ਪੁਸਤਕ ਮੈਨੂੰ ਭੇਜੀ ਡਾਕਟਰ ਬਲਕਾਰ ਸਿੰਘ ਹੋਰਾਂ ਨੇ, ਉਹ ਗੱਲਾਂ ਫਿਰ ਯਾਦ ਆਈਆਂ ਪੜ੍ਹਦਿਆਂ ਕਿ ਗੁਰੂ ਸਾਹਿਬ ਨੇ ਕੁਝ ਗੱਲਾਂ ਸਿੱਖ ਦੇ ਤੌਰ 'ਤੇ ਜਾਂ ਬੰਦਗੀ ਵਾਲੇ ਪ੍ਰਵਾਨ ਚੜ੍ਹਨ ਵਾਲੇ ਪੁਰਸ਼ਾਂ ਬਾਰੇ ਜਿਹੜੀਆਂ ਕੀਤੀਆਂ ਨਾ, ਉਹਦੇ ਝਲਕਾਰੇ ਨੇ ਇਹਨਾਂ ਦੇ ਜੀਵਨ ਵਿੱਚ। ਗੁਰੂ ਅਰਜਨ ਪਾਤਸ਼ਾਹ ਹਜ਼ੂਰ ਨੇ ਇੱਕ ਬੜਾ ਵਿਸਮਾਦੀ ਬਚਨ ਕੀਤਾ ਹੈ। ਮਹਾਰਾਜ ਕਹਿੰਦੇ ਰੱਬ ਦੀਆਂ ਗੱਲਾਂ, ਰੱਬ ਦੀ ਭਜਨ ਬੰਦਗੀ ਦੀਆਂ ਗੱਲਾਂ ਦੁਨੀਆ ਕਰਦੀ ਹੈ ਆਪਣੇ ਤਰੀਕੇ ਨਾਲ, ਪਰ ਉਹ ਗੱਲਾਂ ਹੀ ਰਹਿ ਜਾਂਦੀਆਂ ਨੇ। ਕਮਾਈ ਕੋਈ ਹੋਰ ਵਿਰਲਾ ਕਰ ਜਾਂਦਾ ਅਤੇ ਉਹਦੇ ਖੇਡ ਵਾਪਰ ਜਾਂਦੀ। ਮਹਾਰਾਜ ਕਹਿੰਦੇ ਭਗਤ ਭਗਤਨ ਹੂੰ ਬਣਿਆਈ, ਹਰ ਕਿਤੇ ਵੱਸ ਦੀ ਗੱਲ ਨਹੀਂ ਹੈ।
ਭਗਤੀ ਦੀ ਚਰਚਾ ਕਰ ਲੈਣੀ, ਗੱਲਾਂ ਰੱਬ ਦੀਆਂ ਸਿਮਰਨ ਦੀਆਂ ਕਰ ਲੈਣੀਆਂ, ਇਹ ਬਹੁਤ ਸੌਖੀਆਂ ਤੇ ਕੋਈ ਵੀ ਕਰ ਸਕਦਾ। ਪਰ ਜਿਹੜੀ ਸੱਚੀ ਮੁੱਚੀ ਭਗਤੀ ਦੀ ਕਮਾਈ ਹੈ, ਉਹ ਮਹਾਰਾਜ ਕਹਿੰਦੇ ਇਹ ਭਗਤਾਂ ਦੇ ਜਿਹੜੇ ਕਹਾਉਣ ਵਾਲੇ ਨਹੀਂ, ਜਿਹੜੇ ਸੱਚੀ ਮੁੱਚੀ ਜਿਨ੍ਹਾਂ ਦੇ ਕਰਕੇ ਉਹ ਭਗਤ ਕਰਕੇ ਜਾਣੇ ਜਾਂਦੇ ਆ, ਇਹ ਉਹਨਾਂ ਦੇ ਹਿੱਸੇ ਆਉਂਦੀ ਹੈ। ਕਿਉਂ? ਉਹ ਭਗਤ ਨੇ ਤੇ ਭਗਤੀ ਉਹਨਾਂ ਦੇ ਹਿੱਸੇ ਕਿਉਂ ਆਉਂਦੀ? ਕਹਿੰਦੇ ਉਹਦਾ ਕਾਰਨ ਹੈ ਤਨ ਮਨ ਗਲਤ ਭਏ ਠਾਕੁਰ ਸਿੰਘ। ਉਹ ਮਨ ਕਰਕੇ ਤਨ ਕਰਕੇ ਗਲਤਾਨ ਹੋ ਜਾਂਦੇ ਨੇ ਉਸ ਪ੍ਰੇਮ ਸਾਂਝ ਦੇ ਵਿੱਚ ਸੁਰਤੀ ਕਰ। ਤੁਸੀਂ ਆਸਥਾ ਦਾ ਪੱਖ, ਸ਼ਰਧਾ ਦਾ ਰੱਖਿਆ ਸੀਗਾ, ਇੱਥੇ ਆ ਕੇ ਜਿਹੜੀ ਅਵਸਥਾ ਹੈ ਉਹਦਾ ਉਹ ਪੱਖ ਕਿ ਕੋਈ ਪੁੱਛੇ ਵੀ ਤੇਰੀ ਇਹ ਅਵਸਥਾ ਦਾ ਕਲਗੀਧਰ ਪਾਤਸ਼ਾਹ ਕੋਲੋਂ ਪੁੱਛੇ, ਗੁਰੂ ਅਰਜਨ ਸਾਹਿਬ ਕੋਲੋਂ ਪੁੱਛੇ, ਜਾਂ ਅਣਗਿਣਤ ਸ਼ਹੀਦਾਂ ਕੋਲੋਂ ਪੁੱਛੇ ਭਈ ਗੁਰੂ ਦੇ ਪ੍ਰਤੀ ਨਿਸ਼ਾਵਰ ਹੋਣ ਦਾ ਕੀ ਤਰਕ ਹੈ, ਕੀ ਦਲੀਲ ਹੈ। ਸਭ ਕੁਝ ਛੱਡ ਕੇ ਦੇਗ 'ਚ ਉਬਾਲੇ ਜਾਣ ਵਾਲਾ ਜਾਂ ਉਹ ਪੁੱਛਦਾ ਸਿੱਖੜਿਆ ਤੈਨੂੰ ਦਰਦ ਨਹੀਂ ਹੁੰਦੀ, ਇਹ ਜਿਹੜਾ ਮੈਂ ਤੇਰੇ ਸਿਰਾਂ, ਇਹ ਗੱਲ ਤੂੰ ਤਾਂ ਕਹਿ ਰਿਹਾ ਕਿਉਂਕਿ ਤੂੰ ਆਪਣੇ ਇਸ਼ਟ ਨਾਲ, ਆਪਣੇ ਪ੍ਰੀਤਮ ਨਾਲ ਪਿਆਰ ਨਹੀਂ। ਜੇ ਤੂੰ ਕੀਤਾ ਹੁੰਦਾ ਤੇ ਫਿਰ ਤੇਰੇ ਅੰਦਰੋਂ ਇਹ ਪ੍ਰਸ਼ਨ ਨਹੀਂ ਸੀ ਉੱਠਣਾ। ਤੂੰ ਦੇਖੇਂਗਾ ਕਿ ਜਦੋਂ ਤੂੰ ਚਲਾਏਂਗਾ ਨਾ ਤੇ ਕੀ ਵਾਪਰਦਾ ਹੈ। ਔਰ ਵਾਪਰਿਆ ਹੀ ਕਿ ਉਹ ਭੈਭੀਤ ਹੋਇਆ ਜਿਹਦੇ ਤੇ ਚੱਲ ਰਿਹਾ ਆ ਉਹ ਭਗਤ ਭਗਤਨ ਨੂੰ ਬਣਾਈ ਦਾ ਜਲਵਾ ਉੱਥੇ ਹੈ। ਅੱਗੇ ਜਾ ਕੇ ਮਹਾਰਾਜ ਕਹਿੰਦੇ ਗਾਉਣ ਵਾਲੇ ਰੱਬ ਦੀਆਂ ਸਿਫਤਾਂ ਦੇ ਪੁੱਲ ਬੰਨਣ ਵਾਲੇ ਬੜੇ ਆ, ਪਰ ਸੇ ਉਧਰੇ ਬਸੇ ਜਿਹੇ ਚੀਤ, ਗਾਵਨਹਾਰੀ ਗਾਵੇ ਗੀਤ ਸੇ ਉਧਰੇ ਬਸੇ ਜਿਹੇ ਚੀਤ। ਹੁਣ ਭਾਈ ਰਣਧੀਰ ਸਿੰਘ ਹੋਰਾਂ ਦੇ ਜੀਵਨ ਦੀ ਚਰਚਾ ਜਿਨ੍ਹਾਂ ਪੱਖਾਂ ਤੋਂ ਬੀਬਾ ਜੀ ਨੇ ਕੀਤੀ ਹੈ, ਉਹਦੇ ਵਿੱਚੋਂ ਇਹ ਝਲਕਾਰੇ ਮਿਲਦੇ ਆ ਕਿ ਇੰਨੇ ਤਸੀਹੇ ਉਹ ਸ਼ਖਸ ਝੱਲਦਾ, ਜੇਲ੍ਹਾਂ ਦੇ ਵਿੱਚ ਉਹਦੇ ਦੰਦ ਤੋੜੇ ਜਾਂਦੇ ਹੈ, ਉਹਨੂੰ ਭੋਜਨ ਦੇਣ ਲੱਗਿਆਂ ਉਹਦੀ ਸਿੱਖ ਬਿਰਤੀ ਦਾ ਖਿਆਲ ਨਹੀਂ ਰੱਖਿਆ ਜਾਂਦਾ, ਜਦੋਂ ਕਿ ਰਾਜਸੀ ਕੈਦੀਆਂ ਭਾਵੇਂ ਉਹ ਕਿੰਨੇ ਬਾਗੀ ਹੋਣ, ਕੁਛ ਵੀ ਹੋਣ, ਉਹਨਾਂ ਦੇ ਲਈ ਕੁਛ ਨਿਯਮਾਵਲੀ ਹੁੰਦੀ ਹੈ, ਪਰ ਉਹਨਾਂ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰਕੇ ਉਹ ਸਾਰਾ। ਪਰ ਭਾਈ ਸਾਹਿਬ ਨੇ ਉਸ ਨੂੰ ਜਿਸ ਸ਼ਿੱਦਤ ਨਾਲ ਆਪਣੇ ਆਪ 'ਤੇ ਹੰਢਾਇਆ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਉਹ ਪੱਖ ਭਾਈ ਸਾਹਿਬ ਦੇ ਜੀਵਨ। ਪਰ ਉਹ ਕਿਵੇਂ ਸੰਭਵ ਹੋਇਆ? ਭਾਈ ਸਾਹਿਬ ਕਹਿੰਦੇ ਵੀ ਮੈਂ ਤੇ ਉੱਥੇ ਜੇਲ੍ਹ ਵਿੱਚ ਇਹਨੂੰ ਇੰਨਾ ਸਕਾਰਾਤਮਕ ਤੌਰ 'ਤੇ ਲੈ ਲਿਆ ਕਿ ਮੈਂ ਭਜਨ ਵਿੱਚ ਲੱਗ ਗਿਆ, ਤੇ ਉਹ ਭਜਨ ਵਿੱਚ ਸਿਮਰਨ 'ਚ ਲੱਗਣ ਨਾਲ ਐਸੀ ਸਰੀਰ ਤੋਂ ਉੱਪਰ ਸੁਰਤੀ ਦੀ ਖੇਡ ਵਾਪਰੀ ਕਿ ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਉਹ ਪਿੱਛੇ ਰਹਿ ਗਏ। ਹੁਣ ਉੱਥੇ ਜਿਹੜੇ ਰਹੱਸਮਈ ਅਨੁਭਵ ਹੋਏ ਨੇ, ਉੱਥੋਂ ਅੱਗੇ ਗੱਲ ਜਿਹੜੀ ਡਾਕਟਰ ਬਲਕਾਰ ਸਿੰਘ ਹੋਣੀ ਕਰਦੇ, ਪਾਤਸ਼ਾਹ ਨੇ ਬਾਣੀ ਵਿੱਚ ਜ਼ਿਕਰ ਕੀਤਾ ਕਿ ਸਿੱਖ ਦੇ ਤੌਰ 'ਤੇ ਮੈਂ ਤੁਹਾਨੂੰ ਇਹ ਆਗਿਆ ਕਰਦਾ ਕਿ ਜੇ ਤੁਸੀਂ ਮੇਰੇ ਕੋਲੋਂ ਅਸੀਸ ਭਰਿਆ ਸਤਿਕਾਰ ਲੈਣਾ ਹੈ ਤਾਂ ਤੁਸੀਂ ਆਪਣੇ ਜੀਵਨ ਨੂੰ ਇੱਦਾਂ ਬਣਾਉਣਾ, ਜਨ ਨਾਨਕ ਤੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾ। ਹੁਣ ਆਪ ਤੇ ਆਨੰਦ ਲਾ ਲਿਆ ਭਾਈ ਸਾਹਿਬ ਨੇ, ਪਰ ਉਹਨਾਂ ਦੇ ਅੰਦਰ ਇਹ ਗਰਜ਼ ਨਹੀਂ ਹੈ ਕਿ ਮੈਂ ਲੈ ਲਿਆ ਤੇ ਹੁਣ ਸੰਸਾਰ ਵਿੱਚ ਜੋ ਮਰਜ਼ੀ ਉਹਦੇ ਮੈਨੂੰ ਕੀ ਲੈਣਾ, ਦੁਨੀਆ ਆਪਣੇ ਕਰਮਾਂ ਕਰਕੇ ਮਰਦੀ ਹੈ, ਮੈਨੂੰ ਕੀ ਲੈਣਾ। ਪਰ ਇਹ ਗੁਰੂ ਨੇ ਸਾਡੇ ਲਈ ਪੂਰਨੇ ਨਹੀਂ ਪਾਏ। ਇਸ ਕਰਕੇ ਭਾਈ ਸਾਹਿਬ ਜੀ ਨੇ ਉਸ ਦੇ ਆਧਾਰ 'ਤੇ ਜੋ ਗੁਰਸਿੱਖ ਦੇ ਤੌਰ 'ਤੇ ਨਾਮ ਬਾਣੀ ਦੇ ਅਭਿਆਸ ਵਿੱਚੋਂ ਉਹ ਆਨੰਦਮਈ ਝਲਕਾਰੇ ਲਏ, ਜਿਨ੍ਹਾਂ ਨੂੰ ਬਾਣੀ ਵੀ ਕਹਿ ਰਹੀ ਹੈ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀ ਹੈ। ਪਰ ਇਹਦੇ ਬਾਵਜੂਦ ਵੀ ਫੇਰ ਕਿਹਾ
ਫਿਰ ਕਿਹਾ ਕਿ ਕਿਸ ਤਰ੍ਹਾਂ ਦਾ ਆਨੰਦ ਹੈ। ਔਰ ਉੱਥੇ ਜਦੋਂ ਉਹ ਆਨੰਦ ਦਾ ਆਪਣੇ ਉਸ ਅਧਿਆਤਮਕ ਖੇਡਾਂ ਦਾ ਬਿਆਨ ਪਰਉਪਕਾਰੀ ਨਜ਼ਰੀਏ ਤੋਂ ਕਰਨ ਦੀ ਕੋਸ਼ਿਸ਼ ਕਰਦੇ ਤੇ ਫਿਰ ਆਹ ਵਹਿਣ ਵਹਿੰਦੇ ਆ ਸ਼ਬਦਾਵਲੀ ਦੇ। ਪਰ ਜਦੋਂ ਉਹ ਗੱਲ ਕਰਦੇ ਆ ਉਹਦੇ ਵਿੱਚੋਂ ਇਕੱਲੀ ਸ਼ਰਧਾ ਨਹੀਂ ਟਪਕਦੀ ਪਈ। ਉੱਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਦਾ ਇੱਕ ਬੜਾ ਪਿਆਰਾ ਬਚਨ ਹੈ, ਕਹਿੰਦੇ ਮੇਰੀ ਆਪਣੀ ਵੀ ਇਹ ਇੱਛਾ ਹੈ ਤੇ ਮੈਂ ਕਹਿੰਦਾ ਤੁਸੀਂ ਵੀ ਇਸ ਤਰ੍ਹਾਂ ਕਰੋ। ਵਿਵੇਕ ਬੁੱਧ ਸਭ ਜਗ ਮੈਂ ਨਿਰਮਲ, ਵਿਚਰ ਵਿਚਰ ਰਸ ਪੀਜੈ। ਵਿਵੇਕ ਬੁੱਧ ਕਹਿੰਦੇ ਮੈਂ ਤੁਹਾਨੂੰ ਅੰਨੀ ਸ਼ਰਧਾ ਦੇ ਵਸ ਨਹੀਂ ਪਾਉਣਾ। ਹਰ ਰੋਜ਼ ਤੁਸੀਂ ਮੰਗਣਾ ਹੈ, ਹਰ ਪਰਿਓ ਸੁਆਮੀ ਕੇ ਦੁਆਰਾ ਦੀਜੈ ਬੁੱਧ ਵਿਵੇਕਾ। ਵਿਵੇਕ ਬੁੱਧ ਦਾ ਮਤਲਬ ਜਿਹੜੀ ਪਾਪ ਪੁੰਨ ਦੀ, ਯੋਗ ਅਯੋਗ ਦੀ, ਸੱਚ ਝੂਠ ਦੀ ਨਿਰਣਾ ਕਰਨ ਦੇ ਸਮਰੱਥ ਹੋ ਸਕੇ। ਔਰ ਜਦੋਂ ਕਿਤੇ ਲੋੜ ਪਵੇ ਕਿਸੇ ਦੂਸਰੇ ਦੇ ਅਗਿਆਨ ਨੂੰ ਗਿਆਨ ਵਾਲੇ ਪਾਸੇ ਲੈ ਕੇ ਜਾਣ ਦੀ, ਤੇ ਉਹ ਤੁਹਾਡੇ ਕੋਲੋਂ ਸ਼ੰਕੇ ਕਰਕੇ ਪੁੱਛੇ ਕਿ ਇਹ ਗੱਲ ਮੈਂ ਕਿਉਂ ਕਰਾਂ ਜਾਂ ਇਹ ਕਿਉਂ ਹੋ ਰਿਹਾ ਹੈ, ਤਾਂ ਤੁਹਾਡੇ ਕੋਲ ਐਸਾ ਵਿਵੇਕ ਹੋਵੇ ਕਿ ਤੁਸੀਂ ਉਸ ਨੂੰ ਸੰਤੁਸ਼ਟੀਜਨਕ ਤਰੀਕੇ ਨਾਲ ਉੱਤਰ ਦੇਣ ਦੇ ਸਮਰੱਥ ਹੋ ਸਕੋ। ਉੱਥੇ ਲੋੜ ਪਵੇ ਤੇ ਦਲੀਲ ਜਿਹੜੀ ਹੈ ਉਸ ਦੀ ਵਰਤੋਂ ਵੀ ਜ਼ਰੂਰੀ। ਔਰ ਬਾਣੀ ਦੇ ਵਿੱਚ ਇੰਨਾ ਕੁਛ ਦਲੀਲ ਆਧਾਰਿਤ ਮਹਾਰਾਜ ਨੇ ਬਿਆਨ ਕੀਤਾ। ਹੁਣ ਇੱਕ ਦਲੀਲ ਕਬੀਰ ਜੀ ਦਿੰਦੇ ਆ, ਬੜੀਆਂ ਦਲੀਲਾਂ, ਮੈਂ ਇੱਕ ਐਵੇਂ ਮਿਸਾਲ ਦੇ ਤੌਰ ਪਰ ਕਿੱਥੇ ਦਲੀਲ ਨੂੰ ਮਹੱਤਵ, ਪੰਡਿਤ ਨੂੰ ਸੰਬੋਧਨ ਕਰਦੇ ਆ, ਕੋਈ ਦੱਸ ਵੀ ਮੈਨੂੰ ਇਹਦਾ ਜਵਾਬ ਦੇ, ਮੇਰੀ ਦਲੀਲ ਹੈ। ਜੋ ਤੂੰ ਬ੍ਰਾਹਮਣੀ ਜਾਇਆ ਤਾਂ ਆਨ ਵਾਟ ਕਾਹੇ ਨਹੀਂ ਆਇਆ, ਦੱਸ ਇਹਦਾ ਜਵਾਬ ਦੇ ਮੈਨੂੰ। ਭਈ ਤੇਰੇ ਲਈ ਜੇ ਤੂੰ ਸਰਬ ਉੱਚ ਸਰਬ ਸ੍ਰੇਸ਼ਟ ਰੱਬ ਦਾ ਸਦਾ ਹੀ ਉਹ ਹੈ ਵਾਹਕ, ਤਾਂ ਫਿਰ ਉਹ ਮਾਰਗ ਤੇਰੇ ਲਈ ਕਿਉਂ, ਜਿਹੜਾ ਮਾਰਗ ਮੇਰੇ ਸ਼ੂਦਰ ਲਈ ਇਸ ਸੰਸਾਰ ਵਿੱਚ ਆਉਂਦਾ। ਹੁਣ ਇਹ ਦਲੀਲ ਦੇ ਹਮ ਕਤ ਲੋਹੂ ਤੁਮ ਕਤ ਦੂਧ, ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ, ਦੇ ਜਵਾਬ ਮੈਨੂੰ ਇਸ ਦਾ। ਹੁਣ ਗੁਰੂ ਸਾਹਿਬ ਇੱਥੇ ਹੀ ਨਹੀਂ, ਵਾਹਿਗੁਰੂ ਜੀ ਨਾਲ ਵੀ ਗੱਲਾਂ ਕਰਦੇ, ਇਤੀ ਮਾਰ ਪਈ ਕਰ ਲਾਣੇ ਤੈ ਕੀ ਦਰਦ ਨਾ, ਉੱਥੇ ਫਿਰ ਦਲੀਲ ਦਿੰਦੇ ਆ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋ, ਸਕਤਾ ਸ਼ੀ ਮਾਰੇ ਪੈ ਵਗੈ ਖਸਮੈ ਸਭ ਮੈਨੂੰ ਦੇ। ਤੋ ਸਾਡੇ ਲਈ ਵਿਵੇਕ ਤੇ ਸ਼ਰਧਾ ਦਾ ਜਿਹੜਾ ਸੁਮੇਲ ਹੈ ਉਹ ਬਾਣੀ ਨੇ ਸਾਡੇ ਸਨਮੁਖ ਰੱਖਿਆ। ਦਲੀਲ ਦੀ ਇਹ 'ਚ ਕੋਈ ਸੰਦੇਹ ਨਹੀਂ ਕਿ ਇੱਕ ਸੀਮਾ ਹੁੰਦੀ ਹੈ, ਓਡੀ ਸੀਮਾ ਹੁੰਦੀ ਹੈ ਜਿਹੜੀ ਮਨੁੱਖ ਦੀ ਬੁੱਧੀ, ਜਿਹਦੇ ਵਿੱਚੋਂ ਉਹ ਦਲੀਲ ਨਿਕਲੀ ਹੈ, ਉਹਦੀ ਬੁੱਧੀ ਦੀ ਸੀਮਾ ਹੁੰਦੀ ਹੈ, ਤੇ ਉਸ ਬੁੱਧੀ ਦੀ ਸੀਮਾ ਤੋਂ ਅੱਗੇ ਦਲੀਲ ਨਹੀਂ। ਮੈਂ ਕਿਸੇ ਦੀ ਦਲੀਲ ਨੂੰ ਕੱਟ ਸਕਦਾ ਜੇ ਮੇਰੇ ਕੋਲ ਉਹਦੇ ਨਾਲੋਂ ਵੱਧ ਸਮਝ ਪੱਧਰ ਹੈ, ਪਰ ਮੇਰੀ ਉਸ ਦੇ ਸਾਹਮਣੇ ਦਿਗਵਿਜੇ ਨੂੰ ਇਹ ਜਦੋਂ ਮੇਰੇ ਨਾਲੋਂ ਵੱਧ ਸਮਝ ਰੱਖਣ ਵਾਲੇ ਦਲੀਲ ਦੇਣਗੇ ਤੇ ਮੇਰੀ ਦਲੀਲ ਕੱਟੀ ਜਾਏਗੀ। ਉਹ ਇਸ ਕਰਕੇ ਦਲੀਲ ਨਾਲ ਮਹਾਰਾਜ ਕਹਿੰਦੇ ਹਰ ਵੇਲੇ ਦਲੀਲ ਨੂੰ ਥਾਂ ਨਹੀਂ, ਇਸ ਤੋਂ ਉੱਪਰ ਵੀ ਬਹੁਤ ਕੁਝ ਹੈ। ਦਲੀਲ ਵੀ ਆਪਣੀ ਜਗ੍ਹਾ ਦੇ ਉੱਤੇ ਮਹੱਤਵਪੂਰਨ। ਔਰ ਭਾਈ ਸਾਹਿਬ ਨੇ ਇਹ ਸਾਰੇ ਕੁਛ ਨੂੰ ਭਾਵੇਂ ਉਹ ਗੁਰਬਾਣੀ ਵਿਆਕਰਨ ਦੇ ਸੰਬੰਧ ਵਿੱਚ, ਗੁਰਬਾਣੀ ਉਚਾਰਨ ਦੇ ਸੰਬੰਧ ਵਿੱਚ, ਗੁਰਬਾਣੀ ਦੇ ਅਰਥਾਂ ਦੇ ਸੰਬੰਧ ਵਿੱਚ, ਔਰ ਬਹੁਤ ਸਾਰੇ ਵਾਰੀ ਭਾਈ ਸਾਹਿਬ ਨੇ ਗੁਰਬਾਣੀ ਦੇ ਅਰਥਾਂ ਦੇ ਅਨਰਥ ਜਿਹੜੇ ਉਹਨਾਂ ਦੇ ਸਮੇਂ ਕੀਤੇ ਜਾਂਦੇ ਸੀ ਨਾ, ਉਹਨਾਂ ਬਾਰੇ ਵੀ ਟਿੱਪਣੀਆਂ ਕੀਤੀਆਂ ਕਿ ਤੁਸੀਂ ਜੇ ਵਿਸਰਾਮ ਇੱਧਰ ਨਹੀਂ ਇੱਧਰ ਕਰਕੇ ਲਾਓਗੇ ਜਾਂ ਇਸ ਸ਼ਬਦ ਦਾ ਉਚਾਰਨ ਇੱਦਾਂ ਨਹੀਂ ਇੱਦਾਂ ਕਰੋਗੇ ਤੇ ਫਿਰ ਗਲਤ ਹੋ ਜਾਏਗਾ, ਅਰਥ ਦੇ ਅਨਰਥ ਹੋ ਜਾਣਗੇ। ਉਹਨਾਂ ਨੇ ਸਪਸ਼ਟਤਾ ਲਿਆਉਣ ਦੀ ਕੋਸ਼ਿਸ਼। ਇੱਕ ਸ਼ਬਦ ਜਿਹਦੇ ਬਾਰੇ ਭਾਈ ਸਾਹਿਬ ਨੇ ਜ਼ਿਕਰ ਕੀਤਾ ਹੈ, ਹਰ ਜਨ ਰਾਮ ਨਾਮ ਗੁਣ ਗਾਵੇ।
ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਹੁਣ ਉਚਾਰਨ ਇਸ ਤਰੀਕੇ ਨਾਲ ਚੱਲ ਉਸ ਵੇਲੇ ਇਸ ਤਰ੍ਹਾਂ ਦਾ ਵੀ, ਕਿਉਂਕਿ ਉਹ 25 30 ਅਰਥ ਕਰਨ ਦੇ ਸੀਗੇ ਰਿਵਾਜ ਚੱਲੇ ਹੋਏ, ਤੇ ਉੱਥੇ ਉਹਨਾਂ ਨੇ ਲਫ਼ਜ਼ ਬਣਾ ਦਿੱਤਾ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣਨ ਗਵਾਵੇ। ਗੁਣਨ ਗਵਾਵੇ, ਉਹ ਨੰਨਾ ਕਿਉਂਕਿ ਮੁਕਤਾ ਹੈ, ਤੇ ਉਹਨਾਂ ਨੇ ਇਕੱਠਾ ਜੋੜ ਕੇ ਆਪਣਾ ਗੁਣਨ ਗਵਾਵੇ। ਭਾਈ ਸਾਹਿਬ ਨੇ ਇਸ ਗੱਲ ਦੇ ਉੱਤੇ ਤਰਕ ਕੀਤਾ ਕਿ ਇਹਦੇ ਵਿੱਚ ਜਿਹੜਾ ਪ੍ਰਸੰਗ ਹੈ ਗੁਰੂ ਸਾਹਿਬ ਦੇ ਬਚਨ ਦਾ, ਜਿਹੜਾ ਉਹਨਾਂ ਨੇ ਵਿਚਾਰ ਪ੍ਰਗਟ ਕੀਤਾ, ਉਹ ਪ੍ਰਸੰਗ ਨਾਲੋਂ ਤੋੜਤਾ ਤੁਸੀਂ ਉਸ ਨੂੰ। ਸੋ ਇਸ ਤਰੀਕੇ ਨਾਲ ਵਿਵੇਕ ਤੇ ਦਲੀਲ ਆਧਾਰਿਤ ਵਿਚਾਰ ਵਟਾਂਦਰਾ, ਇਹਦਾ ਸੁਮੇਲ ਹੈ ਭਾਈ ਸਾਹਿਬ ਦੀਆਂ ਲਿਖਤਾਂ ਦੇ ਵਿੱਚ। ਬੀਬਾ ਹੋਰਾਂ ਨੇ ਉਸ ਨੂੰ ਟੁਕਾਂ ਸਹਿਤ ਇਸ ਪੁਸਤਕ ਦੇ ਵਿੱਚ ਬਿਆਨ ਕਰਨ ਦੀ ਸੁੱਚੀ ਜਿਹੀ ਕਾਲਣਾ ਕਾਲੀ ਹੈ। ਜਿੱਥੋਂ ਤੱਕ ਡਾਕਟਰ ਕੇਹਰ ਸਿੰਘ ਹੋਰਾਂ ਨੇ ਬਚਨ ਕੀਤਾ ਹੈ, ਉਹ ਗੱਲ ਅਕਾਦਮਿਕ ਪੱਖੋਂ ਬਹੁਤ ਧਿਆਨ ਦੇਣ ਯੋਗ ਹੈ। ਕਿਉਂਕਿ ਇੱਥੇ ਨਿਸ਼ਾਨਾ ਜਿਹੜਾ ਹੈ ਨਾ, ਉਹ ਆਮ ਲੇਖਕਾਂ ਨਾਲੋਂ ਬਿਲਕੁਲ ਵੱਖਰਾ ਹੋ ਜਾਂਦਾ ਹੈ। ਇੱਥੇ ਜ਼ਿੰਮੇਵਾਰੀਆਂ ਅਕਾਦਮਿਕ ਪੱਖ ਤੋਂ, ਵਿਦਵਤਾ ਦੇ ਪੱਖ ਤੋਂ ਬਿਲਕੁਲ ਹੋਰ ਹੋ ਜਾਂਦੀਆਂ ਨੇ, ਕਿਉਂਕਿ ਇੱਥੋਂ ਦੇ ਕੰਮ ਕਰਵਾਏ ਹੋਏ ਜਾਂ ਕੀਤੇ ਹੋਏ ਉਹ ਯਾਦਗਾਰੀ ਹੁੰਦੇ ਨੇ, ਉਹ ਦੂਜਿਆਂ ਲਈ ਰੱਬਰੀ ਦਾ ਕੰਮ ਕਰਦੇ ਆ। ਉਹਦੇ ਆਧਾਰ 'ਤੇ ਅੱਗੋਂ ਫੇਰ ਖੋਜਾਂ ਹੋਣੀਆਂ ਹੁੰਦੀਆਂ। ਜੇ ਉਹ ਖੋਜ ਪ੍ਰਕਿਰਿਆ ਨੂੰ ਉਸ ਤਰ੍ਹਾਂ ਦੀਆਂ ਨੀਹਾਂ 'ਤੇ ਨਾ ਤੋਰਿਆ ਜਾਵੇ, ਸਿਰਫ ਲਿਖਣ ਵਾਸਤੇ ਹੀ ਲਿਖਿਆ ਜਾ, ਤਾਂ ਬਹੁਤ ਸਾਰੇ ਥੀਸਿਸ ਮੈਨੂੰ ਡਾਕਟਰ ਸਾਹਿਬ ਨੇ ਵੀ ਕਿੰਨੇ ਸਾਰੇ ਭੇਜਤੇ ਕਿ ਮੇਰੇ ਕੋਲ ਆਏ ਪਏ ਆ, ਮੈਂ ਕਿੱਥੇ ਰੱਖਾਂ ਹੁਣ, ਅਤੇ ਉੱਥੇ ਅਨੰਦਪੁਰ ਸਾਹਿਬ ਭੇਜਤੇ। ਭਈ ਉੱਥੇ ਸ਼ਾਇਦ ਕਿਸੇ ਵਿਦਿਆਰਥੀ ਦੇ, ਮੇਰੇ ਕੋਲ ਪੜ੍ਹਦੇ ਵਿਦਿਆਰਥੀ ਵੀ ਸ਼ਾਇਦ ਕਿਸੇ ਦੇ ਕੰਮ ਆ ਜਾਏ। ਹੋਇਆ ਕੀ ਹੈ ਕਿ 100 ਜੇ ਥੀਸਿਸ ਲਿਖੇ ਜਾਂਦੇ ਹੈ, ਸ਼ਾਇਦ ਕਿਤੇ 2 4 5 ਥੀਸਿਸ ਜਿਹੜੇ ਹੈ ਉਹ ਛਪਦੇ ਹੈ, ਜਾਂ ਜਿਹੜੇ ਛਪਦੇ ਹੈ ਉਹਨਾਂ 'ਚੋਂ ਵੀ ਫਿਰ 2-4 ਪ੍ਰਤੀਸ਼ਤ ਹੀ ਕਿਤੇ ਪੜ੍ਹਨ ਦੇ ਕੰਮ ਆਉਂਦੇ ਹੈ, ਨਹੀਂ ਤਾਂ ਉਹ ਲਾਇਬ੍ਰੇਰੀਆਂ ਦਾ ਸ਼ਿੰਗਾਰ ਬਣ ਕੇ ਰਹਿ ਜਾਂਦੇ ਹੈ, ਜਾਂ ਅਣਲਿਖੇ ਅਣਛਪੇ ਪਏ ਰਹਿ ਜਾਂਦੇ ਹੈ। ਕਿਸੇ ਦੀ ਕੰਮ, ਉਹ ਸਿਰਫ ਡਿਗਰੀ ਦੇ ਵਾਸਤੇ ਹੀ ਉਹ ਲਈ ਜਾਂਦੇ। ਡਾਕਟਰ ਬਲਕਾਰ ਸਿੰਘ ਹੋਰੀ ਕਹਿੰਦੇ ਵੀ ਮੈਂ ਕਦੀ ਵੀ ਕਿਸੇ ਵਿਦਿਆਰਥੀ ਨੂੰ ਨਿਰਾਸ਼ ਨਹੀਂ ਕੀਤਾ, ਵੀ ਕਦੀ ਵੀ ਕੋਈ ਮੇਰੇ ਕੋਲ ਐਗਜ਼ਾਮੀਨਰ ਦੇ ਤੌਰ 'ਤੇ PhD ਦੇ ਥੀਸਿਸ ਵਾਸਤੇ ਮੈਂ ਕਦੀ ਕਿਸੇ ਬੱਚੇ ਨੂੰ ਉਹ ਨਹੀਂ ਹੋਣ ਦਿੱਤਾ। ਪਰ ਕਹਿੰਦੇ ਮੈਂ ਨਾਲ ਉਹਦੀ ਉਹ ਖਿਚਾਈ ਵੀ ਕਰਦਾ ਵੀ ਤੇਰਾ ਕੰਮ ਯਾਦਗਾਰੀ ਨਹੀਂ ਬਣਿਆ, ਤੇਰਾ ਕੰਮ ਦੂਜਿਆਂ ਦੇ ਕੰਮ ਆਉਣ ਵਾਲਾ ਨਹੀਂ ਬਣਿਆ। ਇਸ ਕਰਕੇ ਇੱਧਰ ਧਿਆਨ ਦੇਣ ਦੀ ਲੋੜ ਅੱਜ ਦੀ, ਕਿਉਂਕਿ ਇਹ ਵਿਚਾਰ ਚਰਚਾ ਨੂੰ ਅਸੀਂ ਸ਼ਰਧਾ ਅਤੇ ਵਿਵੇਕ ਦੇ ਸੁਮੇਲ ਦੇ ਪੱਖ ਤੋਂ ਦੇਖਣਾ ਹੈ, ਕਿਉਂਕਿ ਇਹ ਯੂਨੀਵਰਸਿਟੀ ਦੇ ਗਿਆਨ ਮੰਦਰ ਦੇ ਵਿੱਚ ਆਪਾਂ ਬੈਠੇ ਹਾਂ, ਸਿੱਖ ਦੇ ਤੌਰ 'ਤੇ ਬੈਠੇ ਹਾਂ, ਅਤੇ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਦਾ ਉਹ ਪੱਖ ਜਿਹੜਾ ਹੈ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰਾਂ ਦੀ ਗੁਰਸਿੱਖ ਦੇ ਤੌਰ 'ਤੇ ਯਾਦਗਾਰੀ ਨਮੋ ਕਰਨਯੋਗ ਘਾਲ ਕਮਾਈ ਦੇ ਨੂੰ ਯਾਦ ਕਰਨ ਵਾਸਤੇ ਇੱਥੇ ਬੈਠੇ ਹਾਂ। ਪਾਤਸ਼ਾਹ ਤੇ ਕਹਿੰਦੇ ਹੈ ਧੰਨ ਧੰਨ ਸੋ ਗੁਰਸਿੱਖ ਕਹੀ ਹੈ ਜੋ ਸਤਿਗੁਰ ਚਰਨੀ ਜਾਏ ਪਿਆ। ਦੂਸਰੀ ਗੱਲ ਮਾਰੇ ਕਹਿੰਦੇ ਧੰਨ ਧੰਨ ਸੋ ਗੁਰਸਿੱਖ ਕਹੀ ਹੈ ਜਿਨ ਹਰ ਨਾਮਾ ਮੁਖ ਰਾਮ ਕਹਿਆ। ਤੀਸਰੀ ਗੱਲ ਗੁਰੂ ਸਾਹਿਬ ਕਹਿੰਦੇ ਧੰਨ ਧੰਨ ਸੋ ਗੁਰਸਿੱਖ ਕਹੀ ਹੈ ਜਿਨ ਹਰ ਨਾਮ ਸੁਣਿਆ ਮਨ ਆਨੰਦ ਲਿਆ। ਅਗਲੀ ਗੱਲ ਮਾਰੇ ਕਹਿੰਦੇ ਧੰਨ ਧੰਨ ਸੋ ਗੁਰਸਿੱਖ ਕਹੀ ਹੈ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਹਿਆ। ਇੱਦਾਂ ਨਹੀਂ ਮਿਲਦਾ, ਸਤਿਗੁਰ ਸੇਵਾ ਕਰ। ਸਾਹਿਬ ਕਹਿੰਦੇ ਤਿਸ ਗੁਰਸਿੱਖੋ ਹੋ ਸਦਾ ਨਮਸਕਾਰੀ ਜੋ ਗੁਰ ਕੈ ਭਾਣੇ ਗੁਰਸਿੱਖ ਚੱਲਿਆ। ਗੁਰੂ ਦੇ ਭਾਣੇ ਵਿੱਚ ਚੱਲਣਾ ਇਹ ਭਾਈ ਸਾਹਿਬ ਦੀ ਕਾਲ ਕਮਾਈ ਹੈ। ਤਨ ਮਨ ਕਾਟ ਕਾਟ ਸਭ ਅਰਪੀ ਅਗਨੀ ਆ ਜੇ ਭੁੱਖਦੇ ਹੈ ਤਾਂ ਇਤਿ ਹੀ ਰਾਜਾ ਦੁੱਖ ਵਿੱਚ ਸੂਖ ਮਨਾਈ। ਇਹ ਕਾਲ ਕਮਾਈ ਹੈ ਭਾਈ ਰਣਧੀਰ ਸਿੰਘ ਹੋਰਾਂ ਵਰਗਿਆਂ ਦੀ। ਪਰ ਇਸ ਕਾਲ ਕਮਾਈ ਨੂੰ ਉਹਨਾਂ ਨੇ ਆਪਣੇ ਤੋਂ ਸ਼ੁਰੂ ਕਰਕੇ ਆਪਣੇ ਤੱਕ ਸੀਮਤ ਨਹੀਂ ਰੱਖਿਆ। ਸਾਡੇ ਸਾਹਮਣੇ 2 ਦਰਜਨ ਤੋਂ ਵੱਧ ਪੁਸਤਕਾਂ ਦੇ ਰੂਪ ਵਿੱਚ ਔਰ ਕਿੰਨੇ ਹੀ ਇੰਨੇ ਹੀ ਮੇਰਾ ਖਿਆਲ ਉਹਨਾਂ ਦੇ ਲੇਖ ਟਰੈਕਟਾਂ ਦੇ ਰੂਪ ਵਿੱਚ ਜਿਹੜੇ ਨੇ
ਉਸ ਉਹਨਾਂ ਨੇ ਸੰਗਤਾਂ ਨੂੰ ਅਰਪਿਤ ਕੀਤੇ। ਇਸ ਪੁਸਤਕ ਦੇ ਵਿੱਚ ਇੱਕ ਪੀੜਾ ਵੀ ਚੀਜ਼ ਵੀ ਮੈਨੂੰ ਪੜ੍ਹਨ ਵਾਸਤੇ ਮਿਲੀ ਕਿ ਦੁਖਦਾਈ ਗੱਲ ਹੈ ਇਹ ਕਿ ਭਾਈ ਸਾਹਿਬ ਨਾਲ ਪਿਆਰ ਕਰਨ ਵਾਲੇ ਅੱਜ ਜਿਹੜੇ ਜਥੇਬੰਦੀ ਦੇ ਰੂਪ ਵਿੱਚ ਅਖੰਡ ਕੀਰਤਨੀ ਜਥੇ ਦੇ ਰੂਪ ਵਿੱਚ ਭਾਈ ਸਾਹਿਬ ਦੀ ਯਾਦ ਨੂੰ, ਉਹਨਾਂ ਦੀ ਕਾਲ ਕਮਾਈ ਨੂੰ ਅੱਗੇ ਵਧਾ ਰਹੇ ਨੇ, ਉਹ ਵੀ ਉਹਨਾਂ ਦੀਆਂ ਪੁਸਤਕਾਂ ਨੂੰ ਪੜ੍ਹਨ ਦਾ ਉਦਮ ਨਹੀਂ ਕਰਦੇ। ਉਹਨਾਂ ਨੇ ਵੀ ਵਾਹਿਗੁਰੂ ਵਾਹਿਗੁਰੂ ਤੇ ਕੀਰਤਨ ਤੱਕ ਸੀਮਤ ਕਰ ਲਿਆ ਆਪਣੇ ਆਪ। ਜਦੋਂ ਕਿ ਇਹ ਪੁਸਤਕਾਂ ਉਹਨਾਂ ਨੇ ਆਪ ਜਪੈ ਅਵਰਹ ਨਾਮ ਜਪਾਵੇ ਦੀ ਗੁਰਸਿੱਖ ਲਈ ਆਗਿਆ ਜੋ ਸੀ, ਉਹਨਾਂ ਲਈ ਜੋ ਮਹਾਰਾਜ ਨੇ ਜੋ ਜੀਵਨ ਜੁਗਤ ਸਾਡੇ ਸਾਹਮਣੇ ਰੱਖੀ, ਉਹਦੇ ਆਧਾਰ 'ਤੇ ਇਹ ਕੀਤਾ ਸੀਗਾ। ਅੱਜ ਉਹਨਾਂ ਨੂੰ ਯਾਦ ਕਰਦੇ ਹਾਂ। ਬੀਬਾ ਜਸਵਿੰਦਰ ਕੌਰ ਹੋਰਾਂ ਨੂੰ ਗੁਰੂ ਪੰਥ ਦੀ ਇੱਕ ਵਿਦਵਾਨ ਬੱਚੀ ਦੇ ਤੌਰ 'ਤੇ ਉੱਭਰਦਿਆਂ ਅੱਜ ਇੱਥੇ ਬਿਠਾ ਕੇ ਇੱਕ ਤਾਂ ਇਹਨਾਂ ਲਈ ਮੁਬਾਰਕਾਂ ਤੇ ਤੁਸੀਂ ਦੇਣੀਆਂ ਹੀ ਆ, ਨਾਲ ਅਸੀਸ ਦਿਓ। ਸਿੱਖਾਂ ਸੰਗਤੀ ਰੂਪ ਵਿੱਚ ਸਿੱਖਾਂ ਵਾਲੀ ਅਸੀਸ, ਗੁਰੂ ਅਸੀਸ ਇਹਦੀ ਝੋਲੀ ਪਾਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੱਚੀ ਮੁੱਚੀ ਇੱਕ ਗੁਰਸਿੱਖ ਵਿਦਵਾਨ, ਖੋਜੀ ਵਿਦਵਾਨ ਦੇ ਨਾਤੇ ਭਾਈ ਸਾਹਿਬ ਦੀ ਗੁਰਸਿੱਖੀ ਵਿਰਾਸਤ ਦੀ ਸਹੀ ਅਰਥਾਂ ਵਿੱਚ ਵਾਰਸ ਬਣ ਕੇ ਇਸ ਤਰ੍ਹਾਂ ਕਲਮ ਚਲਾਵੇ ਕਿ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਸਾਡੇ ਗੁਰਸਿੱਖ ਬੱਚੇ ਬੱਚੀਆਂ, ਜਿਨ੍ਹਾਂ ਦੇ ਬਾਰੇ ਦੋ ਤਿੰਨ ਗੱਲਾਂ ਮੈਨੂੰ ਹਮੇਸ਼ਾ ਹੀ ਮੇਰੀ ਆਪਣੀ ਜਿੰਨੀ ਇੱਕ ਮਹਾਰਾਜ ਨੇ ਚੌਰ ਬਰਦਾਰੀ ਦੀ ਜਾਂ ਇੱਕ ਅਧਿਆਪਕ ਦੇ ਤੌਰ 'ਤੇ ਸੇਵਾ, ਤਾਂ ਉਹਦੇ ਵਿੱਚ ਮੈਂ ਦੇਸ਼ ਵਿਦੇਸ਼ ਵਿੱਚ ਮਹਿਸੂਸ ਕੀਤਾ। ਮਾਪੇ ਅੱਜ ਕਹਿੰਦੇ ਜੀ ਬੱਚੇ ਸਾਡੇ ਸੁਣਦੇ ਨਹੀਂ, ਸਾਡੇ ਕੋਲ ਸੁਣਾਉਣ ਨੂੰ ਨਹੀਂ ਹੈਗਾ। ਅਧਿਆਪਕਾਂ ਦਾ ਵੀ ਇਹੀ ਹੈ, ਇੱਕ ਉਹ ਜਿਹੜਾ ਗੁਰੂ ਤੇ ਜਿਹੜਾ ਮਹਾਰਾਜ ਕਹਿੰਦੇ ਨਾ ਸਤ ਸੰਗਤ ਸਤਿਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ। ਸਾਡੇ 'ਚੋਂ ਅਧਿਆਪਕ ਤੇ ਵਿਦਿਆਰਥੀ ਦਾ ਉਹ ਰਿਸ਼ਤਾ ਵੀ ਜਿਹੜਾ ਹੈ ਕਿਤੇ ਬਹੁਤ ਹੱਦ ਤੱਕ ਵਪਾਰੀਕਰਨ ਹੋ ਗਿਆ ਉਹਦਾ, ਤੇ ਉਹਦੀ ਸੁਚਮਤਾ ਜਿਹੜੀ ਹੈ ਉਹ ਗੁਆਚੀ ਹੋਈ ਲੱਗਦੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਬੀਬਾ ਜਸਵਿੰਦਰ ਕੌਰ ਜਿਹੜੀ ਅਜੇ ਚੜ੍ਹਦੀ ਜਵਾਨੀ ਦੇ ਵਿੱਚ, ਔਰ ਇਹ ਕਲਮ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਗੁਰਸਿੱਖਾਂ ਦੀ ਹੌਸਲਾ ਅਫਜ਼ਾਈ ਨਾਲ, ਜੈਦੇਵ ਸਿੰਘ ਹੋਰਾਂ ਵਰਗਿਆਂ ਦੀ ਹੌਸਲਾ ਅਫਜ਼ਾਈ ਨਾਲ ਇਹਨਾਂ ਨੇ ਚਲਾਈ ਹੈ, ਚਲਾਉਣੀ ਸ਼ੁਰੂ ਕੀਤੀ ਹੈ। ਇਹ ਅੰਤਲੇ ਸਵਾਸ ਤੱਕ ਗੁਰਬਾਣੀ ਨੂੰ, ਗੁਰਮਤਿ ਨੂੰ ਸਮਰਪਿਤ ਹੋ ਕੇ ਚਲਾਉਂਦੇ ਰਹਿਣ। ਮਹਾਰਾਜ ਇਹਨਾਂ ਨੂੰ ਮਨ ਕਰਕੇ, ਬੁੱਧੀ ਕਰਕੇ ਤੇ ਅੰਦਰੂਨੀ ਮਨ ਦੀ ਅਵਸਥਾ ਕਰਕੇ ਚੜ੍ਹਦੀ ਕਲਾ ਬਖਸ਼ਣ। ਇਹਨਾਂ ਦੇ ਪਿਆਰ, ਗੁਰੂ ਸਿੱਖੀ ਪਿਆਰ 'ਚ ਹੋਰ ਵਾਧਾ ਹੋਵੇ ਤੇ ਆਪਣੇ ਪਰਿਵਾਰ ਵਿੱਚ ਵੀ ਤੇ ਸੰਸਾਰ ਵਿੱਚ ਵੀ ਇਹ ਸਰਬੱਤ ਦੇ ਭਲੇ ਲਈ। ਤੇ ਜਿਹੜੀ ਡਾਕਟਰ ਬਲਕਾਰ ਸਿੰਘ ਹੋਰਾਂ ਨੇ ਸਭ ਤੋਂ ਪਹਿਲਾਂ ਗੱਲ ਆਖੀ ਸੀ ਕਿ ਗੁਰੂ ਪੰਥ ਦੇ ਸਾਹਮਣੇ ਇੱਕ ਇਹ ਮਿਸ਼ਨ ਹੈ ਜਿਹੜਾ ਗੁਰੂ ਨੇ ਰੱਖਿਆ, ਐਸਾ ਦੇਸ਼ ਕਾਲ ਘੜਨਾ ਜਿਹੜਾ ਪੰਥ ਦੇ ਬੋਲ ਬਾਲੇ, ਖਾਲਸਾ ਜੀ ਕੇ ਬੋਲ ਬਾਲੇ, ਜਿਹਦੀ ਅਸੀਂ ਸਾਰੇ ਜਾਣੇ ਰੋਜ਼ ਅਰਦਾਸ ਕਰਦੇ ਹਾਂ ਨਿੱਜੀ ਤੌਰ 'ਤੇ, ਸੰਗਤੀ ਤੌਰ 'ਤੇ, ਤੇ ਨਾਲ ਹੀ ਸਰਬੱਤ ਦਾ ਭਲਾ। ਉਸ ਮਿਸ਼ਨ ਦੀ ਪੂਰਤੀ ਲਈ ਬੀਬਾ ਜਸਵਿੰਦਰ ਕੌਰ ਹੋਰੀ ਕਾਲਣਾ ਕਾਲ ਸਕਣ ਇੱਕ ਵਿਦਵਾਨ ਦੇ ਤੌਰ 'ਤੇ ਇਸੇ ਹੀ ਸ਼ਬਦਾਂ ਦੇ ਨਾਲ ਮੈਂ ਮੁਬਾਰਕ ਦਿੰਦਾ ਤੇ ਤੁਹਾਡੇ ਸਾਰਿਆਂ ਵੱਲੋਂ ਸੰਗਤੀ ਅਸੀਸ ਮਹਾਰਾਜ ਇਹਨਾਂ ਦੀ ਝੋਲੀ ਪਾਓ। ਬਹੁਤ ਬਹੁਤ ਧੰਨਵਾਦ ਡਾਕਟਰ ਬਲਕਾਰ ਸਿੰਘ ਹੋਰਾਂ ਦਾ ਜਿਨ੍ਹਾਂ ਨੇ ਇਸ ਮੁਬਾਰਕ ਸਮੇਂ 'ਤੇ ਮੈਨੂੰ ਵੀ ਯਾਦ ਕੀਤਾ। ਗੁਰੂ ਸਾਹਿਬ ਇਹ ਪਿਆਰ ਸਤਸੰਗੀਆਂ ਵਾਲਾ, ਸਿੱਖਾਂ ਵਾਲਾ ਸਾਰਿਆਂ 'ਚ ਇੱਦਾਂ ਹੀ ਬਣਾਈ ਰੱਖਣ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ। ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਡਾਕਟਰ ਜਸਬੀਰ ਕੌਰ ਆਏ ਨੇ ਜੋ ਪ੍ਰਿੰਸੀਪਲ ਨੇ ਗੁਰਮਤਿ ਕਾਲਜ ਦੇ, ਤੇ ਇਹਨਾਂ ਦੀ ਬਹੁਤ ਵੱਡੀ ਯੋਗਦਾਨ ਹੈ ਇਸ ਕੰਮ ਦੇ ਵਿੱਚ। ਤੇ ਉਹਦੇ ਨਾਲ ਮੈਨੂੰ ਇੱਕ ਹੋਰ ਵੀ ਬੜੀ ਖੁਸ਼ੀ ਹੋਈ ਕਿ ਇਹਨਾਂ ਦੇ ਸਟੂਡੈਂਟ ਮੇਰੇ ਕੋਲ ਬੈਠੇ ਨੇ। ਆਪਣਾ ਸਿੰਘ ਸਾਹਿਬ ਜੀ, ਤੇ ਜਿਹੜੇ ਤੁਸੀਂ ਸ਼ਬਦ ਕੁਝ ਬੋਲ ਰਹੇ ਸੀ ਨਾ, ਇਹ ਗੁਣਗੁਣਾਤ ਨਾਲ ਬੋਲ ਰਹੀਆਂ ਸੀਗੀਆਂ। ਇਹਦਾ ਮਤਲਬ ਕਿ ਮੈਂ ਇਹਦਾ ਜਿਹੜਾ ਧੰਨਵਾਦ ਹੈ ਜ਼ਿਆਦਾ ਇਹਨਾਂ ਦੇ ਪ੍ਰਿੰਸੀਪਲ ਸਾਹਿਬ ਨੂੰ ਦਿੰਦੀ ਹਾਂ। ਤੇ ਇਸ ਕਰਕੇ ਮੈਂ ਇਹਦੇ 'ਚ ਇਹਨਾਂ ਨੂੰ ਪਲੀਜ਼ ਕਾਈਂਡਲੀ ਸੌਂਪਾ ਦਿਓ। ਚੜ੍ਹਦੀ ਕਲਾ ਬਖਸ਼ਣੇ ਇਸੇ ਤਰ੍ਹਾਂ ਬੱਚਿਆਂ ਦੀ ਇਹ ਅਧਿਆਪਕ ਦੇ ਤੌਰ 'ਤੇ ਅਗਵਾਈ ਕਰਦੇ ਰਹਿਣਾ। ਇਹ ਪੰਥ ਜਗਤ ਦੀ ਇੱਕ ਬੇਨਿਆਜ਼ ਹਸਤੀ
ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜੇਲ੍ਹ ਚਿੱਠੀਆਂ ਦੇ ਆਰੰਭਤਾ ਦੀ ਸ਼ਤਾਬਦੀ ਹੈ ਤੇ ਇਸ ਦੀ ਅੱਜ ਸਭ ਨੂੰ ਮੁਬਾਰਕਬਾਦ ਦਿੰਦੇ ਹਾਂ। ਇਹ ਸਮਾਗਮ ਜਿਹੜਾ ਹੈਗਾ ਇਹ ਪੰਜਾਬੀ ਵਰਡ ਸੈਂਟਰ ਤੇ ਪਟਿਆਲਾ ਵਿੱਚ ਮਨਾਇਆ ਗਿਆ, ਜਿਹਦੇ ਮੁਖੀ ਤੇ ਨਾਮਵਰ ਵਿਦਵਾਨ ਡਾਕਟਰ ਬਲਕਾਰ ਸਿੰਘ ਜੀ ਨੇ। ਇਹਨਾਂ ਦਾ ਅਸੀਂ ਅਤਿ ਧੰਨਵਾਦੀ ਕਰਦੇ ਹਾਂ। ਉਹਦੇ ਨਾਲ ਹੀ ਜਿਹੜੀ ਅੱਜ ਪ੍ਰਧਾਨਗੀ ਕੀਤੀ ਗਈ ਹੈ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਜੀ ਵੱਲੋਂ, ਜੋ ਸਾਬਕਾ ਜਥੇਦਾਰ ਨੇ ਅਕਾਲ ਤਖਤ ਅੰਮ੍ਰਿਤਸਰ ਦੇ, ਤੇ ਉਹਨਾਂ ਨੇ ਗਿਆਨ ਚਰਚਾ ਕੀਤੀ ਹੈ ਜਿਹਦੇ ਤੋਂ ਅਸੀਂ ਬਹੁਤ ਕੁਝ ਉਹਨਾਂ ਕੋਲੋਂ ਸਿੱਖਣਾ ਹੈ ਤੇ ਸਿੱਖ ਕੇ ਲਵਾਂਗੇ ਵੀ। ਇਸ ਕਰਕੇ ਉਹਨਾਂ ਦਾ ਵੀ ਅਸੀਂ ਬਹੁਤ ਜੀ ਆਇਆਂ ਕਹਿੰਦੇ ਹਾਂ, ਧੰਨਵਾਦ ਕੀਤੇ ਹਾਂ ਤੇ ਸ਼ੋਭਾ ਵੀ ਮਨਾਈਏ। ਇਸ ਦੇ ਨਾਲ ਹੀ ਅੱਜ ਦੇ ਵਿਸ਼ੇਸ਼ ਮਹਿਮਾਨ ਸਰਦਾਰ ਉਜਾਗਰ ਸਿੰਘ ਜੀ, ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ 2 ਸ਼ਬਦ ਸਿੱਖ ਵਿਦਵਾਨ ਜੈਤੇਕ ਸਿੰਘ ਦੇ ਪੜ੍ਹੇ ਨੇ। ਉਸ ਤੋਂ ਉੱਪਰ ਅਸੀਂ ਅੱਜ ਬੇਟੀ ਜਸਵਿੰਦਰ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਗੁਰਮਤਿ ਚਿੰਤਨ ਤੇ ਸਿਧਾਂਤਕ ਸਤਾਕ ਤੇ ਪਰਿਪੇਖ ਤੇ ਇਹਨਾਂ ਨੇ ਕਿਤਾਬ ਅੱਜ ਲੋਕ ਅਰਪਣ ਹੋਈ ਹੈ ਤੇ ਇਹ ਅਸੀਂ ਇਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਤੇ ਅੱਗੇ ਇਹ ਹੋਣਹਾਰ ਲੜਕੀ ਜਿਹੜੀ ਹੈਗੀ ਅੱਗੇ ਖੋਜੀ ਕਰਕੇ ਹੋਰ ਵੀ ਕਿਤਾਬਾਂ ਲਿਖ ਕੇ ਜ਼ਿੰਦਗੀ 'ਚ ਅੱਗੇ ਕੰਮ ਕਰੂਗੀ। ਇਹਦੇ ਨਾਲ ਹੀ ਅਸੀਂ ਸਭ ਜਿੰਨੇ ਵੀ ਇੱਥੇ ਸ਼ਖਸੀਅਤਾਂ ਆਈਆਂ ਨੇ, ਸਪੈਸ਼ਲੀ ਮੈਂ ਦੇਖ ਰਿਹਾ ਕਿ ਸੰਪਾਦਕ ਨੇ ਸੱਤ ਸਮੁੰਦਰੋਂ ਪਾਰ ਤੇ ਟੀਵੀ ਚੈਨਲ ਇੰਦਰਜੀਤ ਸਿੰਘ ਜੀ, ਤੇ ਜਮੀਰ ਟੀਵੀ ਦੇ ਡਾਇਰੈਕਟਰ ਵੀ ਨੇ ਰਵੀ ਸ਼ਰਮਾ ਜੀ, ਸੰਪਾਦਕ ਚੰਡੀਗੜ੍ਹ ਤੋਂ ਆਏ ਨੇ ਭਾਈ ਮਨਪ੍ਰੀਤ ਸਿੰਘ ਜੀ, ਤੇ ਲੁਧਿਆਣੇ ਤੋਂ ਭਾਈ ਇਕਬਾਲ ਸਿੰਘ ਜੀ ਆਏ ਨੇ, ਤੇ ਸਾਬਕਾ ਮੈਂਬਰ SGPC ਚੰਡੀਗੜ੍ਹ ਤੋਂ ਭਾਈ ਅਮਰਿੰਦਰ ਸਿੰਘ ਜੀ ਆਏ ਨੇ, ਤੇ ਪ੍ਰੋਫੈਸਰ ਕੇਰ ਸਿੰਘ ਜੀ, ਇਹਨਾਂ ਦਾ ਵੀ ਅਸੀਂ ਸਪੈਸ਼ਲ ਧੰਨਵਾਦ ਕਰਦੇ ਹਾਂ। ਅੱਜ ਦੇ ਜਿਹੜੇ ਜਿਨ੍ਹਾਂ ਨੇ ਸਪੀਕਰ ਨੇ ਭਾਈ ਸਾਹਿਬ ਤੇ ਬੋਲਿਆ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਸਰਦਾਰ ਬਲਕਾਰ ਸਿੰਘ ਜੀ, ਸਰ ਜਸਵੀਰ ਸਿੰਘ ਜੀ, ਡਾਕਟਰ ਜਸਵੀਰ ਸਿੰਘ ਜੀ ਜਿਹਦਾ ਪ੍ਰਿੰਸੀਪਲ ਨੇ ਗੁਰਮਤਿ ਕਾਲਜ ਦੇ, ਤੇ ਉਹਨਾਂ ਅਮਰਿੰਦਰ ਸਿੰਘ ਜੀ ਸਾਬਕਾ SGPC ਮੈਂਬਰ ਨੇ, ਤੇ ਪ੍ਰੋਫੈਸਰ ਨਿਧੜਕ ਬਰਾੜ ਜੀ ਉਹਨਾਂ ਦਾ ਵੀ, ਤੇ ਪ੍ਰੋਫੈਸਰ ਕੇਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਸੋਹਣੇ ਵਿਚਾਰ ਆਪਣੇ ਪੇਸ਼ ਕੀਤੇ ਨੇ। ਸ਼ਾਇਦ ਅਸੀਂ ਜ਼ਿੰਦਗੀ 'ਚ ਇਹਨਾਂ ਕੋਲ ਬਹੁਤ ਕੁਝ ਸਿੱਖਾਂਗੇ। ਪਰ ਅੱਜ ਦਾ ਥੋੜ੍ਹਾ ਜਿਹਾ 2 ਸ਼ਬਦ ਮੈਂ ਆਪਣੇ ਵੱਲੋਂ ਹੀ ਬੋਲਣਾ ਚਾਹਨਾ। ਉਹ ਇੱਦਾਂ ਹੈ ਕਿ ਮੇਰੇ ਪਿਤਾ ਜੀ ਦਾ ਵੀ ਸੰਬੰਧ ਕਾਫੀ ਰਿਹਾ ਭਾਈ ਰਣਧੀਰ ਸਿੰਘ ਜੀ ਨਾਲ। ਉਹ ਕਿੱਦਾਂ ਸੀ ਕਿ ਸਾਡਾ ਪਿੰਡ ਜੜਤੌਲੀ ਹੈ ਜਿਹੜਾ ਕਿਲ੍ਹਾ ਰੈਪਰ ਦੇ ਕੋਲੋਂ 2.5-3 ਮੀਲ 'ਤੇ ਹੈਗਾ, ਉਹਦੇ ਨਾਲ ਹੀ ਅੱਗੇ 2.5-3 ਮੀਲ 'ਤੇ ਨਾਰੰਗਵਾਲ ਦਾ ਪਿੰਡ ਹੈਗਾ। ਮੇਰਾ ਜਨਮ ਵੀ ਉੱਥੋਂ ਦਾ ਹੀ ਹੋਇਆ ਹੈ। ਉਹ ਜਦੋਂ ਆਪਣਾ ਆਰਟ ਸਿੱਖ ਕੇ ਉੱਥੇ ਆਏ, ਜੜਤੌਲੀ ਆਏ, ਤਾਂ ਉਹਨਾਂ ਨੇ ਇਹਨਾਂ ਦਾ ਨਾਂ ਬਹੁਤ ਸੁਣਿਆ ਸੀ, ਮਿਲਣਾ ਸੀ, ਪਰ ਮਿਲਣ ਤੋਂ ਪਹਿਲਾਂ ਉਹਨਾਂ ਨੇ ਘਰ ਦੀ ਰੈਨੋਵੇਸ਼ਨ ਸਟਾਰਟ ਕਰ ਲਈ ਕਿ 14-15 ਸਾਲ ਉਹ ਕਲਕੱਤੇ ਰਹੇ ਸੀਗੇ। ਤੇ ਉਹਦੇ ਉੱਤੇ ਉਹਨਾਂ ਨੇ ਆਪਣੀ ਪੇਂਟਿੰਗ ਬਣਾ ਕੇ ਅਜੂ ਤੋਂ ਨਾ ਸਮੁੰਦਰ ਮਾਂ ਉਹ ਲਿਖ ਕੇ ਇੱਦਾਂ ਹੀ ਕਿਸ਼ਤੀ ਬਣਾ ਕੇ ਅੱਗੇ ਗੇਟ ਦੇ ਉੱਤੇ ਉਹਨਾਂ ਨੇ ਉਹ ਲਿਖਿਆ, ਤੇ ਧੰਨ ਸਵੇਲਾ ਵਕਤ ਹਵਨ ਸੂਰ ਚੰਦ ਲਗਾ ਕੇ। ਤੇ ਉਹ ਵੀ ਜਦੋਂ ਸੰਤਾ ਜੀ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਇਮੀਡੀਏਟਲੀ ਬੁਲਾਇਆ ਵੀ, ਫਿਰ ਦੇਖਿਆ ਆਉਣ ਜਾਣ ਹੋਇਆ, ਮਤਲਬ ਕਿ ਜਾਣਦੇ ਸੀ ਕਿਉਂਕਿ ਪਿੰਡ ਦੇ ਵਿੱਚ ਆਉਣਾ ਜਾਣਾ ਸੀਗਾ। ਸਵੇਰੇ ਉਹ ਵੀ ਘੁੰਮਣ ਜਾਂਦੇ ਸੀਗੇ ਤਾਂ ਇਹ ਵੀ ਕਈ ਵਾਰ ਮਿਲ ਜਾਂਦੇ ਹੁੰਦੇ ਸੀਗੇ, ਆਪਸ 'ਚ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਸੀ। ਤੇ ਫਿਰ ਉਹਨਾਂ ਨੇ ਇੱਕ ਦਿਨ ਬੁਲਾਇਆ ਕਿ ਵੀ ਤੁਸੀਂ ਮੇਰੀ ਜਿਹੜੀ ਹੈ ਲਾਈਫ ਸਕੈਚ ਬਣਾਓ। ਭਾਈ ਰਣਧੀਰ ਸਿੰਘ ਜੀ ਨੇ ਉਹਨਾਂ ਦਾ ਅੱਛਾ ਜਦੋਂ ਲਾਈਫ ਸਕੈਚ ਬਣਾਉਣ ਗਏ ਤੇ ਕਹਿੰਦੇ ਮੈਂ ਉਹਨੂੰ ਹੈਰਾਨ ਹੋ ਰਿਹਾ ਸੀ ਜੋ ਉਹਨਾਂ ਨੇ ਆਪਣੀ ਕਿਤਾਬ 'ਚ ਲਿਖਿਆ ਸਾਡੇ ਪਿਤਾ ਜੀ ਨੇ, ਕਿ ਵੀ ਉਹਨਾਂ ਦੇ ਸ਼ਸਤਰ ਕਿੰਨੇ ਪਾਏ ਸੀ। 66 ਸਾਲ ਦੀ ਉਮਰ ਹੋ ਚੁੱਕੀ ਸੀ 1944 ਦੇ ਵਿੱਚ, ਤੇ ਉਹਨਾਂ ਦੇ ਕਹਿੰਦਾ ਸਿਰ 'ਤੇ ਵੀ ਖੰਡਾ ਸੀਗਾ, ਤੇ ਉਹਦੇ ਨਾਲ ਚੱਕਰ ਲਗਾਇਆ ਸੀ, ਉਹਦੇ ਉੱਤੇ ਵੀ ਕਹਿੰਦਾ ਮਣਕੇ ਸੀਗੇ ਲੋਹੇ ਦੇ ਜਿਹੜੇ ਵੀ ਅੱਧਾ ਇੰਚ ਤੋਂ ਲੈ ਕੇ ਪੌਣਾ ਇੰਚ ਦੇ ਹੋਣਗੇ, ਕਿੰਨਾ ਭਾਰ ਹੋਊਗਾ। ਤੇ ਇਹਦੇ ਸਿਮਰਨੀਆਂ ਦੋਨੋਂ ਹੱਥਾਂ 'ਚ ਪਾਈਆਂ ਸੀ, ਉਹਦਾ ਵੀ ਉਹਨਾਂ ਦੇ ਭਾਰ ਹੋਊਗਾ। ਤੇ ਇੱਕ ਪਾਸੇ ਉਹਨਾਂ ਨੇ ਕਟਾਰ ਵੀ ਵਿੱਚ ਅਤੇ ਪਾਈ ਹੋਈ ਸੀ, ਕਿਰਪਾਨ ਵੀ ਹੈ, ਇੱਕ ਹੱਥ ਦੇ ਵਿੱਚ ਉਹਨਾਂ ਨੇ ਜਿਹੜੇ ਲੋਹੇ ਦੀ ਜਿਹੜੀ ਛੜੀ ਵਾਲਾ ਛੋਟੀ ਜਿਹੀ ਗੰਡਾਸੀ ਨੇ ਉਹ ਫੜੀ ਹੋਈ ਹੈ, ਇੱਕ ਪਾਸੇ ਤੀਰ ਫੜਿਆ। ਮੈਂ ਕਹਿੰਦਾ ਇੰਨਾ ਹੈਰਾਨ ਸੀ ਇਸ ਸਟੇਜ ਦੇ ਵਿੱਚ ਇਹਨਾਂ ਦਾ ਕਿੰਨਾ ਹੈਗਾ। ਸੋ ਇਹਨਾਂ ਦਾ 2 ਸ਼ਬਦ ਮੈਂ ਤਾਂ ਇੰਨੇ ਕੀ ਕਹਿਣੇ ਸੀ। ਉਹ ਪੇਂਟਿੰਗ ਇਹਨਾਂ ਨੇ ਫਿਰ ਬਣਾ ਕੇ ਦਿੱਤੀ, ਉਹਨਾਂ ਨੂੰ ਸਪੈਸ਼ਲੀ ਉਹਨਾਂ ਨੇ ਬੁਲਾ ਕੇ ਉਹਨਾਂ ਨੂੰ ਕਲਾਵੇ 'ਚ ਵੀ ਲਿਆ, ਤੇ ਉਸ ਤੋਂ ਬਾਅਦ ਉਹਨਾਂ ਨੂੰ 125 ਰੁਪਏ ਉਸ ਸਮੇਂ ਦੇ ਵਿੱਚ ਉਹਨਾਂ ਨੇ
ਇਨਾਮ ਵੀ ਦਿੱਤਾ ਤੇ ਪਲੱਸ ਸੋਫਾ ਭੇਂਟ ਕੀਤਾ ਤੇ ਉਹਦੇ ਨਾਲ ਉਹਨਾਂ ਦੀ ਆਪਣੀ ਕਿਤਾਬ ਜਿਹੜੀ ਜੋਤ ਵਿਗਾਸ ਲਿਖੀ ਹੋਈ ਸੀ ਉਹ ਵੀ ਉਹਨਾਂ ਨੂੰ ਦਿੱਤੀ। ਮੈਂ ਇੰਨਾ ਕੁ 2 ਸ਼ਬਦ ਇਸ ਲਈ ਸ਼ੇਅਰ ਕਰ ਰਿਹਾ, ਪਰ ਅੱਜ ਦਾ ਜਿਹੜਾ ਸਮਾਗਮ ਹੈ ਤੇ ਬੀਬਾ ਨੂੰ ਅਸੀਂ ਬਹੁਤ ਬਹੁਤ ਮੁਬਾਰਕ ਦਿੰਦੇ ਹਾਂ ਤੇ ਅਸੀਂ ਹੋਰ ਵੀ ਆਸ ਕਰਦੇ ਹਾਂ ਅੱਗੇ ਵਧਾਂਗੇ। ਇੱਥੇ ਜਿੰਨੀਆਂ ਵੀ ਸ਼ਖਸੀਅਤਾਂ ਤੇ ਬੱਚੇ ਆਏ ਨੇ, ਬੇਟੇ ਤੁਹਾਡੇ ਕੋਲ ਬਹੁਤ ਖੁਸ਼ੀ ਹੋਈ ਹੈ, ਤੁਹਾਨੂੰ ਤਾਂ ਸਾਰਾ ਕੁਝ ਯਾਦ ਸੀ, ਤੁਸੀਂ ਮੇਰੇ ਕੰਨਾਂ 'ਚ ਬੋਲ ਰਹੇ ਸੀ, ਸ਼ਬਦ ਬੋਲ ਰਹੇ ਸੀ ਤੇ ਕਮਾਲ ਕੀਤੀ ਹੈ ਤੁਹਾਡੇ ਪ੍ਰਿੰਸੀਪਲ ਸਾਹਿਬ ਨੇ। ਅਸੀਂ ਤੁਹਾਡਾ ਸਭ ਦਾ ਜਿੰਨੇ ਆਏ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।